ਦੋਸਤੋ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਜੀ। ਅੱਜ ਅਸੀਂ ਆਪਣੇ ਕ੍ਰੀਏਟਿਵ ਐਕਸਪੀਰੀਅੰਸ ਦੀ ਲੜੀ ਦੇ ਤਹਿਤ ਅੱਗੇ ਤੁਰ ਰਹੇ ਹਾਂ ਔਰ ਪਿਛਲੇ ਅਸੀਂ ਲੰਬੇ ਸਮੇਂ ਤੋਂ ਅਸੀਂ ਆਪਣੇ ਜਿਹੜੇ ਕ੍ਰੀਏਟਿਵ ਫੀਲਡ ਨਾਲ ਜੁੜੇ ਹੋਏ, ਆਰਟ ਨਾਲ ਜੁੜੇ ਹੋਏ, ਗਾਇਕੀ, ਸੰਗੀਤ, ਨ੍ਰਿਤ, ਰੰਗਮੰਚ ਨਾਲ ਜੁੜੇ ਹੋਏ ਦੋਸਤ ਹੈ, ਉਹਨਾਂ ਨਾਲ ਅਸੀਂ ਉਹਨਾਂ ਦੇ ਜੀਵਨ ਸੰਘਰਸ਼ ਦੀਆਂ ਗੱਲਾਂ ਕਰਦੇ, ਉਹਨਾਂ ਦੇ ਜੀਵਨ ਯਾਤਰਾ ਦੀਆਂ, ਉਹਨਾਂ ਦੇ ਸੁਪਨਿਆਂ ਦੀਆਂ, ਉਹਨਾਂ ਦੀ ਜਗਿਆਸਾ ਬਾਰੇ ਗੱਲਾਂ ਕਰਦੇ ਆ। ਸੋ ਅੱਜ ਇਸ ਲੜੀ ਦੇ ਤਹਿਤ ਅਸੀਂ ਕਿਉਂਕਿ ਲਗਭਗ 97-98 ਦੋਸਤਾਂ ਨਾਲ ਗੱਲਾਂ ਕਰ ਚੁੱਕੇ ਹਾਂ ਤੇ ਅੱਜ ਸਾਡੇ ਨਾਲ ਇਸ ਲੜੀ ਦੇ ਤਹਿਤ ਸਾਡੇ ਕੋਲ ਪ੍ਰੀਤਮ ਰੁਪਾਲ ਹੁਰੀ ਜੁੜੇ ਹੋਏ ਨੇ। ਪ੍ਰੀਤਮ ਰੁਪਾਲ ਜੋ ਕਿ ਬਹੁਤ ਲੰਬੇ ਸਮੇਂ ਤੋਂ ਰੰਗਮੰਚ ਦੀ ਦੁਨੀਆ ਨਾਲ ਵੀ ਜੁੜੇ ਹੋਏ, ਜਿਨ੍ਹਾਂ ਦੀ ਖਾਸ ਤੌਰ ਤੇ ਜਿਹੜੀ ਕਿ ਰੰਗਮੰਚ ਦੀ ਸ਼ੁਰੂਆਤ ਪ੍ਰੋਫੈਸਰ ਅਜਮੇਰ ਔਲਖ ਹੋਰਾਂ ਦੇ ਨਾਲ ਹੋਈ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਇਹਨਾਂ ਦੀ ਜਿਹੜੀ ਖਾਸੀਅਤ ਹੈ ਕਿ ਜਿਹੜਾ ਫੋਕ ਹੈ ਸਾਡੇ ਪੰਜਾਬ ਦਾ, ਜਿਹੜਾ ਲੋਕ ਕਲਾਵਾਂ ਨੇ ਜਿਹੜੀਆਂ, ਉਹਨਾਂ ਲੋਕ ਕਲਾਵਾਂ ਦੇ ਕਹਿ ਲਓ ਕਿ ਇੱਕ ਪੂਰੀ ਦੀ ਪੂਰੀ ਇਤਿਹਾਸ, ਇਹ ਤੁਰਿਆ ਫਿਰਦਾ ਇਤਿਹਾਸ ਹੈ ਪ੍ਰੀਤਮ ਰੁਪਾਲ ਹੋਰੀ, ਜਿਹੜੇ ਕਿ ਹਰ ਚੀਜ਼ ਬਾਰੇ, ਪੰਜਾਬ ਦੇ ਫੋਕ ਬਾਰੇ ਔਰ ਹਰ ਏਰੀਏ ਦੇ ਫੋਕ ਬਾਰੇ, ਲੋਕ ਕਲਾਵਾਂ ਬਾਰੇ ਇਹਨਾਂ ਨੂੰ ਸਮੁੱਚੇ ਤੌਰ ਤੇ ਬਹੁਤ ਵੱਡੀ ਜਾਣਕਾਰੀ ਹੈ। ਚਾਹੇ ਉਹ ਗਾਇਕੀ ਨਾਲ ਜੁੜੀ ਹੋਵੇ, ਚਾਹੇ ਉਹ ਨ੍ਰਿਤ ਨਾਲ ਜੁੜੀ ਹੋਵੇ, ਚਾਹੇ ਉਹ ਬਾਜ਼ੀਗਰ ਕਲਾ ਦੇ ਨਾਲ ਜੁੜੀ ਹੋਵੇ, ਚਾਹੇ ਉਹ ਪੁਆਧੀ ਅਖਾੜੇ ਨਾਲ ਕਲਾ ਜੁੜੀ ਹੋਵੇ, ਚਾਹੇ ਉਹ ਢੱਡ ਕਵੀਸ਼ਰ ਹੋਵੇ, ਹਰ ਤਰ੍ਹਾਂ ਦੀ ਕਲਾ ਦੀ ਇਹਨਾਂ ਨੂੰ ਬਹੁਤ ਜਾਣਕਾਰੀ ਹੈ। ਸੋ ਰੁਪਾਲ ਜੀ, ਤੁਹਾਨੂੰ ਜੀ ਆਇਆਂ। ਔਰ ਅਸੀਂ ਕਿਉਂਕਿ ਦੋਸਤਾਂ ਨੇ ਬਹੁਤ ਲੰਬੇ ਸਮੇਂ ਤੋਂ ਅਸੀਂ ਵੈਸੇ ਇੱਕ ਦੂਜੇ ਨੂੰ ਬਹੁਤ ਜਾਣਦੇ ਹਾਂ, ਅਸੀਂ ਇੱਕ ਦੂਜੇ ਦੇ ਕੰਮ ਦੀ ਇੱਜ਼ਤ ਕਰਦੇ ਹਾਂ, ਮਾਣ ਕਰਦੇ ਹਾਂ, ਪਰ ਅੱਜ ਅਸੀਂ ਪ੍ਰੀਤਮ ਰੁਪਾਲ ਹੋਰਾਂ ਦੇ ਮੂੰਹੋਂ ਸੁਣਨਾ ਚਾਹਾਂਗੇ। ਔਰ ਮੈਂ ਜ਼ਰੂਰ ਇਹ ਚਾਹਾਂਗਾ ਵੀ ਰੁਪਾਲ ਜੀ, ਤੁਸੀਂ ਹੁਣ ਕਿਉਂਕਿ ਚੰਡੀਗੜ੍ਹ ਦੇ ਵਿੱਚ ਹੋ, ਪਰ ਚੰਡੀਗੜ੍ਹ ਤੋਂ ਪਹਿਲੇ ਕਿਉਂਕਿ ਤੁਸੀਂ ਪਹਿਲਾਂ ਤੁਹਾਡਾ ਜਿਹੜਾ ਪਿਛੋਕੜ ਪੰਜਾਬ ਦੇ ਵਿੱਚ ਮਾਨਸਾ ਤੋਂ ਜੁੜਿਆ ਹੋਇਆ ਵਾ, ਮੈਂ ਚਾਹਾਂਗਾ ਕਿ ਸ਼ੁਰੂ ਤੋਂ ਤੁਹਾਡੇ ਨਾਲ ਗੱਲ ਕਰੀਏ ਕਿ ਪ੍ਰੀਤਮ ਰੁਪਾਲ ਹੋਰਾਂ ਨੂੰ ਕਦੋਂ ਪਤਾ ਲੱਗਾ ਵੀ ਮੇਰੇ ਅੰਦਰ ਇੰਨੀਆਂ ਸਾਰੀਆਂ ਕਲਾਵਾਂ ਨੇ ਤੇ ਮੈਂ ਇਹਨਾਂ ਕਲਾਵਾਂ ਦੇ ਰਾਹੀਂ ਜਿਹੜਾ ਕਿ ਕੁਝ ਆਪਣੀ ਗੱਲ ਕਰਾਂ, ਕੁਝ ਕਹਿ ਸਕਾਂ ਜਾਂ ਇਸ ਸਫ਼ਰ ਤੇ ਤੁਰ ਸਕਾਂ। ਤੇ ਮੈਂ ਸ਼ੁਰੂ ਤੋਂ ਜਾਣਨਾ ਚਾਹਾਂਗਾ ਰੁਪਾਲ ਜੀ ਤੁਹਾਡੇ ਕੋਲੋਂ ਜੀ। ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਧਾਲੀਵਾਲ ਸਾਹਿਬ ਕਿ ਮੈਨੂੰ ਗੱਲ ਕਰਨ ਦਾ ਮੌਕਾ ਦਿੱਤਾ। ਭਾਵੇਂ ਸਾਡੇ ਕੋਲੇ ਬਹੁਤ ਸਾਰੇ ਮੰਚ ਨੇ, ਬਹੁਤ ਸਾਰੇ ਆਪਾਂ ਗੱਲਾਂ ਬਾਤਾਂ ਅਕਸਰ ਕਰਦੇ ਰਹਿੰਦੇ ਹਾਂ ਤੇ ਬਹੁਤ ਸਾਰੇ ਸਬੱਬ ਬਣਦੇ ਨੇ। ਤੇ ਜਿਹੜਾ ਤੁਹਾਡਾ ਸਵਾਲ ਹੈ ਬੜਾ ਔਖਾ ਹੈ ਵੈਸੇ ਇਹਦਾ ਜਵਾਬ, ਕਿਉਂਕਿ ਇਨਸਾਨ ਨੂੰ ਕਈ ਵਾਰੀ ਖੁਦ ਤਾਂ ਪਤਾ ਹੀ ਨਹੀਂ ਹੁੰਦਾ ਕਿ ਵੀ ਮੈਂ ਜਾਂ ਮੇਰੇ ਅੰਦਰ ਕੀ ਛੁਪਿਆ ਹੋਇਆ ਜਾਂ ਮੇਰਾ, ਕਿਉਂਕਿ ਉਹਦੇ ਅੰਦਰ ਇੱਕ ਜਗਿਆਸਾ ਜ਼ਰੂਰ ਹੁੰਦੀ ਹੈ ਕਿ ਮੈਂ ਆ ਵੀ ਕਰਨਾ, ਮੈਂ ਆ ਵੀ ਕਰਨਾ, ਪਰ ਬਹੁਤ ਕੁਛ ਮਨੁੱਖ ਦਾ ਕਰਨ ਨੂੰ ਦਿਲ ਕਰਦਾ ਹੁੰਦਾ, ਪਰ ਉਹਦੀ ਪਹੁੰਚ ਹੈ ਜਿਹੜੀ ਉਹ ਹਰ ਥਾਂ ਤੇ ਨਹੀਂ ਜਾਂਦੀ। ਤੇ ਤੁਸੀਂ ਜਿਹੜੀ ਤੁਸੀਂ ਸਵਾਲ ਕੀਤਾ ਕਿ ਮੈਨੂੰ ਪਤਾ ਇਸ ਗੱਲ ਦਾ ਕਦੋਂ ਲੱਗਾ, ਅਸਲ ਦੇ ਵਿੱਚ ਤਾਂ ਕਿਉਂਕਿ ਮੇਰਾ ਪਿਛੋਕੜ ਪਿੰਡ ਨਾਲ ਹੈ ਤੇ ਪਿੰਡ ਹੈ ਜਿਹੜਾ ਉਹ ਆਪਣੇ ਆਪ 'ਚ ਇੱਕ ਸੁਤੰਤਰ ਇਕਾਈ ਹੈ, ਸਾਰੀਆਂ ਕਲਾਵਾਂ ਦੀ, ਭਾਸ਼ਾ ਦੀ, ਬੋਲੀ ਦੀ, ਹੈ ਨਾ ਜੀ, ਤੇ ਸਾਰੇ ਕਿੱਤਿਆਂ ਦੀ। ਤੇ ਇਸ ਕਰਕੇ ਪਿੰਡ ਦੇ ਵਿੱਚ ਜਿਹੜਾ ਬੰਦਾ ਜੰਮਿਆ ਪਲਿਆ, ਕਿਉਂਕਿ ਮੈਨੂੰ ਆਪਣੀ ਜਿਹੜੀ 18-20 ਸਾਲ ਦੀ ਜਿਹੜੀ ਉਮਰ ਜਿਹੜੀ ਹੈ ਪਹਿਲੀ, ਉਹ ਪਿੰਡ 'ਚ ਹੀ ਮਾਣਨ ਦਾ ਮੌਕਾ ਮਿਲਿਆ। ਤੇ ਪਿੰਡ ਦੇ ਵਿੱਚ ਜਦੋਂ ਕੋਈ ਪ੍ਰੋਗਰਾਮ ਹੋਣਾ, ਕਿਉਂਕਿ ਬਚਪਨ ਦੇ ਵਿੱਚ ਮੇਰੇ ਘਰ ਦਾ ਜਿਹੜਾ ਮਾਹੌਲ ਬੜਾ ਇੱਕ ਕਮਾਲ ਦਾ ਮਾਹੌਲ ਸੀ ਮੇਰੇ ਘਰ ਦਾ, ਕਿਉਂਕਿ ਜਿਹੜੇ ਮੇਰੇ ਨਾਨਕੇ ਸੀ, ਮੇਰੇ ਮਦਰ ਦੇ ਨਾਨਾ ਜੀ, ਮਦਰ ਉਹਨਾਂ ਕੋਲ ਰਹੇ ਵਾਲੇ, ਤੇ ਉਹ ਪੂਰੇ ਧਾਰਮਿਕ ਖਿਆਲਾਂ ਦੇ ਸੀਗੇ, ਸਿੰਘ ਸਭਾ ਲਹਿਰ ਨਾਲ ਉਸ ਵੇਲੇ ਜੁੜੇ ਹੋਏ ਸੀ। ਤੇ ਦੂਸਰੇ ਪਾਸੇ ਸਾਡਾ ਜਿਹੜਾ ਮੇਰਾ ਦਾਦਕਾ ਪਿਛੋਕੜ ਸੀ, ਮੇਰੇ ਦਾਦਾ ਜੀ ਕਾਮਰੇਡ ਧਰਮ ਸਿੰਘ ਫੱਕਰ, ਉਹ ਪੈਪਸੂ ਮੁਜ਼ਾਹਰਾ ਮੂਵਮੈਂਟ ਦੇ ਬਹੁਤ ਵੱਡੇ ਆਗੂ ਸੀਗੇ ਉਹਨਾਂ ਸਮਿਆਂ ਦੇ ਵਿੱਚ। ਤੇਜਾ ਸਿੰਘ ਸੰਤਰ ਹੋਰੀ ਸਾਡੇ ਘਰ ਆਉਂਦੇ ਜਾਂਦੇ ਰਹਿੰਦੇ ਸੀ। ਤੇ ਇੱਕ ਪਾਸੇ ਤਾਂ ਸਾਡੇ ਲਾਲ ਕਿਤਾਬਾਂ ਅਲਮਾਰੀ 'ਚ ਪਈਆਂ ਹੁੰਦੀਆਂ ਸੀ ਤੇ ਦੂਜੇ ਪਾਸੇ ਇੱਕ ਬਕਸੇ ਦੇ ਵਿੱਚ ਰੁਮਾਲੇ ਦੇ ਵਿੱਚ ਰੱਖ ਕੇ 10 ਗ੍ਰੰਥੀ, 5 ਗ੍ਰੰਥੀ, 22-12 ਭਗਤਾਂ ਦੀ ਬਾਣੀ, ਇਹ ਪੋਥੀਆਂ ਪਈਆਂ ਹੁੰਦੀਆਂ ਸੀ। ਤੋ ਮੈਨੂੰ ਬਚਪਨ ਤੋਂ ਅਸਲ ਦੇ ਵਿੱਚ ਕਿਉਂਕਿ ਮਾਂ ਦਾ ਬਹੁਤ ਅਸਰ ਹੁੰਦਾ ਤੇ ਮੇਰਾ ਥੋੜਾ ਜਿਹਾ ਧਾਰਮਿਕ ਖਿਆਲਾਂ ਵਾਲੇ ਪਾਸੇ, ਪਾਠ ਕਰਨ ਵਾਲੇ ਪਾਸੇ, ਗੁਰਦੁਆਰੇ ਜਾਣ ਵਾਲੇ ਪਾਸੇ ਇਹ ਜੁੜਿਆ। ਤੇ ਜਦੋਂ ਅਸਲ ਦੇ ਵਿੱਚ ਮੈਂ
ਮਾਨਸਾ ਸ਼ਹਿਰ ਦੇ ਵਿੱਚ ਆਇਆ, ਕਿਉਂਕਿ ਮੈਂ 8ਵੀਂ ਤੱਕ ਮੈਂ ਪਿੰਡ ਦੇ ਵਿੱਚ ਹੀ ਪੜ੍ਹਿਆ। ਮੇਰੇ ਪਿੰਡ ਦੇ ਵਿੱਚ 5ਵੀਂ ਤੱਕ ਦਾ ਸਕੂਲ ਸੀ, ਲਾਗਲੇ ਪਿੰਡ ਮੈਂ 8ਵੀਂ ਤੱਕ ਨੰਗਲ ਕਲਾਂ। ਮੇਰਾ ਪਿੰਡ ਮੌਜੀਆ ਅਸਲ ਦੇ ਵਿੱਚ ਮਾਨਸਾ ਤੋਂ ਥੋੜਾ ਜਿਹਾ ਦੂਰ ਪੈਂਦਾ। ਉਹ ਇੱਕ ਇੱਕ ਪਾਸੇ ਆ, ਉਹ ਅਸਲ ਦੇ ਵਿੱਚ ਕਿਸੇ ਮੇਨ ਸੜਕ ਤੇ ਨਹੀਂ ਪੈਂਦਾ। ਤੇ ਜਦੋਂ ਮਾਨਸਾ ਮੈਂ ਆਇਆ, ਮੈਨੂੰ ਮਾਨਸਾ ਕੀ ਪਤਾ ਲੱਗਿਆ ਕਿ ਰਾਮਲੀਲਾ ਵੀ ਹੁੰਦੀ ਹੈ। ਮਾਨਸਾ ਕੇ ਪਤਾ ਲੱਗਿਆ ਮੈਨੂੰ ਕਿ ਸਰਕਸ ਵੀ ਹੁੰਦੀ ਹੈ। ਮਾਨਸਾ ਕੇ ਪਤਾ ਲੱਗਿਆ ਕਿ ਆਹ ਕਲਾਵਾਂ ਵੀ ਹੁੰਦੀਆਂ ਨੇ ਤੇ ਮਜਮੇ ਵੀ ਲੱਗਦੇ ਆ ਹੋਰ ਹੈ। ਤੇ ਇੱਕ ਸਭ ਤੋਂ ਪਹਿਲਾਂ ਇਹ ਹੁੰਦੀ ਹੈ ਨਾ ਕਿ ਤੁਸੀਂ ਦਰਸ਼ਕ ਹੁੰਦੇ ਹੋ ਜਾਂ ਸਰੋਤੇ ਹੁੰਦੇ ਹੋ। ਤੇ ਜਦੋਂ ਤੁਸੀਂ ਦਰਸ਼ਕ ਜਾਂ ਸਰੋਤੇ ਹੁੰਦੇ ਹੋ, ਫਿਰ ਆਪਣੇ ਆਪ ਨੂੰ ਤੁਸੀਂ ਕਈ ਵਾਰੀ ਰੈਕਗਨਾਈਜ਼ ਕਰਦੇ ਹੋ ਕਿਸੇ ਕਰੈਕਟਰ ਦੇ ਨਾਲ, ਕਿਸੇ ਪਾਤਰ ਦੇ ਨਾਲ, ਕਿਸੇ ਨਾਇਕ ਦੇ ਨਾਲ। ਜੋ ਅਸੀਂ ਫਿਲਮ ਵੀ ਦੇਖ ਰਹੇ ਹੁੰਦੇ ਹਾਂ ਬਚਪਨ ਦੇ ਵਿੱਚ ਖਾਸ ਕਰਕੇ, ਉਦੋਂ ਅਸੀਂ ਆਪਣੇ ਆਪ ਨੂੰ ਆਇਡੈਂਟੀਫਾਈ ਕਰਦੇ ਹਾਂ ਉਹਦੇ ਨਾਲ ਕਿ ਵੀ ਇੱਥੇ ਆ ਮੈਂ ਖੜਾ। ਤੇ ਉਹਨੂੰ ਤੁਸੀਂ ਅੱਗੇ ਜਿਹੜਾ ਹੈ ਸਮਾਜ ਦੇ ਵਿੱਚ, ਲੋਕਾਂ ਦੇ ਵਿੱਚ, ਉਹ ਤਾਂ ਕਿਉਂਕਿ ਤੁਸੀਂ ਆਪਣੇ ਮਨ ਦੇ ਅੰਦਰ ਅੰਦਰ ਸੋਚ ਲਿਆ, ਤੁਸੀਂ ਖੁਸ਼ ਵੀ ਹੋ ਗਏ। ਤੇ ਜਦੋਂ ਲੋਕਾਂ 'ਚ ਤੁਸੀਂ ਆਪਣੀ ਗੱਲ ਕਿਵੇਂ ਲੈ ਕੇ ਜਾਣੀ ਹੈ, ਜਾਂ ਤੁਸੀਂ ਉਸ ਨਾਇਕ ਨੂੰ ਜਾਂ ਉਸ ਕਰੈਕਟਰ ਨੂੰ ਲੋਕਾਂ 'ਚ ਕਿਵੇਂ ਲੈ ਕੇ ਜਾਣਾ, ਉਹ ਫਿਰ ਤੁਹਾਡੇ ਕੋਲ ਇੱਕੋ ਹੀ ਜ਼ਰੀਆ ਹੈ। ਤੇ ਸਟੇਜ ਦੇ ਉੱਤੇ ਤੁਸੀਂ ਜਾਂ ਰੰਗਮੰਚ ਦੇ ਵਿੱਚ ਆਓਗੇ। ਬਿਲਕੁਲ ਬਿਲਕੁਲ। ਤੁਹਾਡਾ ਫੋਨ ਆ ਗਿਆ ਸ਼ਾਇਦ ਵਿੱਚ, ਦੇਖਿਓ। ਕੀਤਿਆਂ ਜਿਹੜੀ ਹੈ ਬਿਨਾਂ ਕਿਸੇ ਪੁੱਛੇ ਜਾਂ ਹੋਰ, ਮੈਂ ਆਪ ਜਾ ਕੇ ਕਿਤੇ ਦਖਲ ਨਹੀਂ ਦਿੰਦਾ, ਆਪਣੇ ਆਪ ਗੱਲ ਨਹੀਂ ਕਰਦਾ, ਮੇਰਾ ਸੁਭਾਅ ਹੈ। ਤੇ ਇਹ ਇਸ ਤਰ੍ਹਾਂ ਮੇਰੀ ਸ਼ੁਰੂਆਤ ਜਿਹੜੀ ਉਹ ਹੋਈ। ਰੁਪਾਲ ਜੀ, ਤੁਹਾਡੀ ਵੈਸੇ ਬੜੀ ਐਕਚੁਅਲੀ ਤੁਸੀਂ ਇੱਕ ਨਾ ਥਿਊਰੀ ਸਮਝਾ ਦਿੱਤੀ ਕਿ ਇਨਸਾਨ ਦੇ ਅੰਦਰ ਉਹਦਾ ਆਲਾ ਦੁਆਲਾ, ਉਹਦੇ ਤੁਹਾਡੇ ਦਾਦਾ ਜੀ, ਨਾਨਾ ਜੀ, ਵੀ ਜਿਹੜੇ ਘਰ ਦਾ ਜਿਹੜਾ ਪਿਛੋਕੜ ਸੀ, ਤੁਹਾਡੇ ਪੇਰੈਂਟਸ ਦਾ, ਦਾਦਕਿਆਂ ਦਾ, ਨਾਨਕਿਆਂ ਦਾ, ਵੀ ਉਹ ਕਿੰਨਾ ਅਸਰ ਕਰਦਾ ਹੈ ਨਾ। ਇਹ ਬਹੁਤ ਕਈ ਵਾਰੀ ਅਸੀਂ ਇਹਨਾਂ ਚੀਜ਼ਾਂ ਨੂੰ ਸਮਝਦੇ ਨਹੀਂ ਆ, ਪਰ ਇਹ ਸਾਡੇ ਅੰਦਰ ਇਹ ਚੀਜ਼ਾਂ ਹੁੰਦੀਆਂ ਨੇ, ਉਹ ਅਸਰ ਕਰਦੀਆਂ ਨੇ ਸਾਡੇ ਉੱਤੇ ਇਹ ਚੀਜ਼ਾਂ ਜਿਹੜੀਆਂ ਨੇ। ਸੋ ਇਹ ਤੁਸੀਂ ਬੜੀ ਅੱਛੀ ਇੱਕ ਕਿਸਮ ਦੀ ਥਿਊਰੀ ਜਿਹੜੀ ਹੈ ਕਿ ਮੈਂ ਸਮਝਦਾ ਜਿਹੜੇ ਵੀ ਨਵੇਂ ਸੁਣਨਗੇ ਉਹ ਵੀ ਇਹਨਾਂ ਚੀਜ਼ਾਂ ਨੂੰ ਇਸ ਤਰ੍ਹਾਂ ਹੀ ਰੈਕਗਨਾਈਜ਼ ਕਰਨਗੇ ਵੀ ਕਿਵੇਂ ਸਾਡਾ ਆਲਾ ਦੁਆਲਾ ਸਾਡੇ ਤੇ, ਸਾਡੇ ਜਿਹੜੇ ਅੰਦਰ ਕਲਾ ਛਿਪੀ ਹੁੰਦੀ ਆ ਉਹਨੂੰ ਬਾਹਰ ਕੱਢਣ ਵਿੱਚ ਕਿੰਨਾ ਅਸਰ ਪਾਉਂਦਾ ਹੈ ਨਾ। ਤੇ ਰੁਪਾਲ, ਤੁਸੀਂ ਜਦੋਂ ਫਿਰ ਮਾਨਸੇ ਤੁਸੀਂ ਪੜ੍ਹਾਈ ਕੀਤੀ, ਤੇ ਫਿਰ ਤੁਸੀਂ ਕੀ ਕਾਲਜ ਦੇ ਵਿੱਚ ਯੂਥ ਫੈਸਟੀਵਲ ਵਗੈਰਾ ਚ ਕਰਦੇ ਰਹੇ, ਜਾਂ ਸਿੱਧੇ ਫਿਰ ਔਲਖ ਸਾਹਿਬ ਦੇ ਨਾਲ ਜੁੜ ਗਏ? ਫਿਰ ਅਗਲਾ ਸਫ਼ਰ ਜਿਹੜਾ ਤੁਹਾਡਾ ਕਿੱਦਾਂ ਸ਼ੁਰੂ ਹੋਇਆ? ਅਸਲ ਦੇ ਵਿੱਚ ਮੇਰਾ ਸਕੂਲ ਤੋਂ ਹੀ ਇਹ ਸ਼ੁਰੂ ਹੋਇਆ। ਜਦੋਂ ਮੈਂ ਗਾਂਧੀ ਹਾਇਰ ਸੈਕੰਡਰੀ ਸਕੂਲ ਦਾ ਵਿਦਿਆਰਥੀ ਸੀ, ਸਭ ਤੋਂ ਪਹਿਲਾਂ ਮੈਂ ਅਸਲ 'ਚ ਭੰਗੜੇ ਦੇ ਵਿੱਚ ਉੱਥੇ ਭੰਗੜੇ ਦੀ ਟੀਮ 'ਚ ਸ਼ਾਮਲ ਹੋਇਆ, ਪਾਰਟੀਸਪੇਟ ਕੀਤਾ। ਕਿਉਂਕਿ ਜਦੋਂ ਮੈਂ ਭੰਗੜਾ ਦੇਖਿਆ, ਮੈਨੂੰ ਪਹਿਲਾਂ ਪਤਾ ਨਹੀਂ ਸੀ ਹੁੰਦਾ ਕਿ ਇਸ ਤਰ੍ਹਾਂ ਹਰਲੇ ਵਾਲੀਆਂ ਪੱਗਾਂ ਬੰਨ੍ਹ ਕੇ, ਜਾਕਟਾਂ ਪਾ ਕੇ, ਅੱਖਾਂ 'ਚ ਸੁਰਮਾ ਪਾ ਕੇ, ਚਾਦਰੇ ਬੰਨ੍ਹ ਕੇ ਫੁੱਲਾਂ ਵਾਲੇ, ਵੀ ਇਸ ਤਰ੍ਹਾਂ ਵੀ ਨੱਚਿਆ ਜਾਂਦਾ। ਅਸੀਂ ਆਮ ਪਿੰਡਾਂ 'ਚ ਤਾਂ ਸਾਡੇ ਗਿੱਧਾ ਮੁੰਡੇ ਹੁੰਦਾ ਸੀ, ਕੋਈ ਉਦਾਂ ਦੀ ਕੋਈ ਵਰਦੀ ਨਹੀਂ ਸੀ। ਮੇਰਾ ਵੀ ਦਿਲ ਕੀਤਾ। ਰੁਪਾਲ ਜੀ, ਥੋੜੀ ਆਵਾਜ਼ ਦੀ ਮੈਂ ਗੜਬੜ ਦਾਖਲ ਹੋ ਕਰ ਰਹੀ, ਲਓ ਦੇਖਿਓ ਬੱਚੀ। ਜ਼ਰਾ। ਹਾਂਜੀ। 2 ਸਾਲ ਹੁੰਦਾ ਰਿਹਾ ਕਿ ਮੈਂ ਕਿਸ ਤਰ੍ਹਾਂ ਕਿਵੇਂ ਨਾ। ਅੱਛਾ, ਮੈਂ ਤਾਂ ਖੈਰ ਇਹ ਸਿਰਫ ਹੁਣੀ ਹੁਣੀ ਸ਼ੁਰੂ ਹੋਈ, ਪਹਿਲੇ ਨਹੀਂ ਸੀ? ਹਾਂਜੀ ਹਾਂ। ਤੇ ਅਸਲ ਦੇ ਵਿੱਚ ਮੇਰੀ ਸ਼ੁਰੂਆਤ ਉੱਥੋਂ ਹੋਈ। ਤੇ ਕਿਉਂਕਿ ਮੈਂ ਪੇਂਡੂ ਸਕੂਲ ਦੇ ਵਿੱਚ ਸੀ, ਉੱਥੇ ਸਾਨੂੰ ਪਤਾ ਨਹੀਂ ਸੀ ਹੁੰਦਾ ਕਿ ਸਕੂਲਾਂ ਦੇ ਮੁਕਾਬਲੇ ਵੀ ਹੁੰਦੇ ਆ। ਜਦੋਂ ਸਾਡਾ ਇੱਕ ਸਕੂਲ ਪੱਧਰ ਦਾ ਜਿਹੜੇ ਵਿੱਦਿਅਕ ਮੁਕਾਬਲੇ ਹੁੰਦੇ ਆ, ਉੱਥੇ ਇੱਕ ਸਕਿੱਟ ਕੀਤੀ ਅਸੀਂ, ਸਾਨੂੰ ਮੌਕਾ ਮਿਲਿਆ। ਤੇ ਸਭ ਤੋਂ ਪਹਿਲਾਂ ਮੈਂ ਉਸ ਸਕਿੱਟ ਦੇ ਵਿੱਚ ਸਕਿੱਟ ਦੇ ਵਿੱਚ ਕੀ ਸੀਗਾ, ਮੇਰਾ ਕੋਈ ਡਾਇਲਾਗ ਨਹੀਂ ਸੀ। ਮੋੜ ਮਿੱਡਾ ਸ਼ਮੀਮ ਜੀ ਅੱਜ ਕੱਲ੍ਹ ਦੂਰਦਰਸ਼ਨ ਦੇ, ਹੁਣ ਤਾਂ ਖੈਰ ਉਹ ਸੇਵਾ ਮੁਕਤ ਹੋ ਗਏ ਦੂਰਦਰਸ਼ਨ ਤੋਂ, ਤੇ ਉਹਨਾਂ ਨੇ ਸਾਨੂੰ ਤਿਆਰ ਕਰਾਈ। ਤੇ ਉਹਦੇ ਚ ਉਹ ਮਰਾਸੀ ਦੀ ਮੌਤ ਉਹਦਾ ਨਾਂ ਸੀ। ਤੇ ਅਸੀਂ ਤਾਂ ਸਿਰਫ ਉਹਦੇ ਚ ਨਾ ਇੱਕ ਜਮਦੂਤ, ਉਹਦੇ ਚ ਜਿਹੜਾ ਧਰਮਰਾਜ ਸੀ ਉਹਦੇ ਨਾਲ 2 ਉਹਦੇ ਸਹਾਇਕ ਜਮਦੂਤ ਜੇ ਅਸੀਂ ਕਾਲੇ ਮੂੰਹ ਕਰਕੇ ਬਣ ਕੇ ਖੜੇ ਸੀ। ਮੇਰੀ ਸ਼ੁਰੂਆਤ ਅਸਲ ਚ ਉੱਥੋਂ ਹੋਈ। ਤੇ ਉੱਥੋਂ ਫਿਰ ਕਾਲਜ, ਜਿਹੜਾ ਤੁਹਾਡਾ ਸਵਾਲ ਹੈ ਕਿ ਕਾਲਜ ਤੇ ਯੁਵਕ ਮੇਲੇ ਰਾਹੀਂ ਆਏ ਜਾਂ ਕਿੱਦਾਂ ਆਏ, ਦੇ ਵਿੱਚ ਵੀ ਸਾਡਾ ਬੜਾ ਦਿਲ ਕਰਦਾ। ਸਾਡੇ ਸੀਨੀਅਰ ਦਿਲਬਾਗ ਨਰਬਤ ਧੁੰਦੂਕਾਰਾ ਦੇ ਨਾਂ ਹੇਠ ਇਹ ਨਾਟਕ ਖੇਡਿਆ, ਦਰਸ਼ਨ ਮਿਤਵਾ। ਤੇ
ਜਦੋਂ ਅਸੀਂ ਉਹ ਪਲੇ ਦੇਖਿਆ, ਕਈ ਵਾਰ ਦੇਖਿਆ, ਮਾਨਸਾ ਖੇਡਿਆ ਗਿਆ, ਮੇਰਾ ਵੀ ਦਿਲ ਕਰਦਾ ਸੀ ਕਿ ਮੈਂ ਕਿਸੇ ਨਾ ਕਿਸੇ ਤਰ੍ਹਾਂ ਇਹਦੇ ਚ ਹਿੱਸਾ ਲਵਾਂ। ਇਹ ਕਿਹੜਾ ਪਲੇ ਸੀਗਾ ਜੀ? ਅਰਬਤ ਨਰਬਤ ਧੁੰਦੂਕਾਰਾ। ਓਕੇ, ਅੱਛਾ ਅੱਛਾ। ਹਾਂ, ਪਹਿਲਾ ਇਸ਼ਕ ਜਿਨ੍ਹਾਂ ਦੇ ਹੱਡੀ ਰਾਚਾ ਦੇ ਨਾਂ ਹੇਠ। ਹਾਂ, ਤੇ ਤੁਸੀਂ ਹੈਰਾਨ ਹੋਵੋਗੇ, ਬਾਅਦ ਚ ਔਲਖ ਸਾਹਿਬ ਨੂੰ ਵੀ ਜਦੋਂ ਮੈਂ ਦੱਸਿਆ ਉਹ ਵੀ ਹੈਰਾਨ ਹੋਏ। ਮੇਰੇ ਇਹ ਸਾਰਾ ਨਾਟਕ ਰਿਹਰਸਲਾਂ ਦੇਖਦੇ, ਕਿਉਂਕਿ ਅਸੀਂ ਤਾਂ ਪਿੱਛੇ ਆ ਕੇ ਬੈਠ ਜਾਂਦੇ ਸੀ, ਰਿਹਰਸਲ ਕਰਦੇ ਸੀ, ਨਾ ਵਿੱਚ ਬੋਲਦੇ ਸੀ, ਸਾਰਾ ਮੇਰੇ ਮੂੰਹ ਜ਼ਬਾਨੀ ਯਾਦ ਹੋ ਗਿਆ ਸੀ ਸਾਰਾ। ਯਾਦ ਹੋ ਗਈ ਇਹ ਰੁਪਾਲ ਜੀ, ਆਪਾਂ ਇੱਕ ਜਦੋਂ ਸੈਕਿੰਡ ਲਈ ਹੈਲੋ ਕਾਲਜ ਹੈਲੋ ਹੈਲੋ ਰੁਪਾਲ ਜੀ, ਆਪਾਂ ਇੱਕ ਵਾਰੀ ਜ਼ਰਾ ਰੁਕ ਕੇ ਸੈੱਟ ਕਰ ਲਓ। ਤੁਹਾਡੀ ਆਵਾਜ਼ ਨਾ ਕਾਫੀ ਵਿੱਚੋਂ ਗੜਬੜ ਕਰਨ ਲੱਗ ਪਈ, ਇੰਨੀਆਂ ਸੋਹਣੀਆਂ ਗੱਲਾਂ ਨੇ, ਇਹ ਸਾਰੀ ਗੜਬੜ ਹੋ ਜਾਏਗੀ। ਇਹਦੀ ਕੋਈ ਪੋਜੀਸ਼ਨ ਚੇਂਜ ਕਰਕੇ ਦੇਖੋ, ਬਸ ਉਹ ਇਹ ਟੈਕਨੀਕਲ ਜੀ ਚੀਜ਼ ਹੈ ਇਹਦੇ ਵਿੱਚ, ਇਦਾਂ ਕਈ ਵਾਰੀ। ਹਾਂਜੀ ਜੀ, ਆਪਾਂ ਅੱਗੇ ਅਰਬਤ ਨਰਬਤ ਧੁੰਦੂਕਾਰਾ ਦੀ ਗੱਲ ਕਰ ਰਹੇ ਸੀਗੇ। ਜੀ, ਅਰਬਨ ਨਰਬਤ ਧੁੰਦੂਕਾਰਾ ਤੋਂ ਜਿਹੜੀ ਹੈ, ਕਿਉਂਕਿ ਮੇਰਾ ਦਿਲ ਕਰਦਾ ਸੀ ਕਿ ਮੈਂ ਵੀ ਪਾਰਟਿਸਿਪੇਟ ਕਰਾਂ। ਜਿਸ ਤਰ੍ਹਾਂ ਮੈਂ ਦੱਸਿਆ ਕਿ ਮੈਂ ਉਹ ਸਾਰਾ ਮੂੰਹ ਜ਼ਬਾਨੀ ਮੈਨੂੰ ਕੰਠ ਹੋ ਗਏ ਸੀ ਉਹਦੇ ਡਾਇਲਾਗ। ਤੇ ਉਸ ਤੋਂ ਬਾਅਦ ਜਦੋਂ ਬਗਾਨੇ ਬੋਰਡ ਦੀ ਛਾਂ ਤਿਆਰ ਕੀਤਾ ਕਾਲਜ ਦੇ ਵਿੱਚ, ਮੈਨੂੰ ਉਦੋਂ ਵੀ ਨਹੀਂ ਮੌਕਾ ਮਿਲਿਆ, ਕਿਉਂਕਿ ਪਹਿਲਾਂ ਤੋਂ ਹੀ ਕਲਾਕਾਰ ਸਾਰੇ ਤਿਆਰ ਸੀ। ਹਾਂਜੀ, ਬਗਾਨੇ ਬੋਰਡ ਦੀ ਛਾਂ ਜਦੋਂ ਤਿਆਰ ਹੋਇਆ, ਉਦੋਂ ਮੈਂ ਪ੍ਰੈਪ ਦਾ ਵਿਦਿਆਰਥੀ ਸੀਗਾ, ਮਾਨਸਾ ਨਹਿਰੂ ਮੈਮੋਰੀਅਲ ਕਾਲਜ ਦਾ। ਤੇ ਉਸ ਤੋਂ ਬਾਅਦ ਫਿਰ ਤੂੜੀ ਵਾਲਾ ਕੋਠਾ ਪਲੇ ਤਿਆਰ ਹੋਇਆ, ਤੇ ਤੂੜੀ ਵਾਲਾ ਕੋਠਾ ਦਾ ਵੀ ਨਹੀਂ ਪਤਾ ਚੱਲਿਆ, ਕਿਉਂਕਿ ਜਿਹੜੇ ਸੀਨੀਅਰ ਕਲਾਕਾਰ ਹੁੰਦੇ ਸੀ, ਉਹਨਾਂ ਦੇ ਜਿਹੜੇ ਦੋਸਤ ਮਿੱਤਰ ਹੁੰਦੇ ਸੀ, ਉਹ ਹੀ ਕਹਿੰਦੇ ਸੀ ਜੀ ਇਹਨੂੰ ਦੇ ਦਿਓ ਰੋਲ, ਇਹ ਕਰ ਲੇਗਾ। ਉਦਾਂ ਦੀ ਕੋਈ ਬਕਾਇਦਾ ਕੋਈ ਨਾ ਆਡੀਸ਼ਨ ਨਹੀਂ ਸੀ ਹੁੰਦੀ, ਤੇ ਜਾਂ ਜਿੱਦਾਂ ਕਹਿੰਦੇ ਕੋਈ ਟ੍ਰਾਇਲ ਨਹੀਂ ਸੀ ਹੁੰਦੇ। ਤੇ ਕਿਉਂਕਿ ਬਾਕੀ ਕਲਾਕਾਰ ਹੁੰਦੇ ਸੀ, ਤੁਹਾਨੂੰ ਵੀ ਪਤਾ ਵੀ ਜਿਹੜੇ ਪੁਰਾਣੇ ਕਲਾਕਾਰ, ਉਹਨਾਂ ਦੀ ਇਜਾਰੇਦਾਰੀ ਹੁੰਦੀ ਹੈ। ਤੇ ਜਦੋਂ ਸਾਡੇ ਸਾਰੇ ਪੁਰਾਣੇ ਕਲਾਕਾਰ ਪਾਸ ਆਊਟ ਹੋ ਗਏ, ਬਲਰਾਜ ਮਾਨ ਚਲੇ ਗਏ, ਦਿਲਬਾਗ ਚਲੇ ਗਏ, ਮਨਜੀਤ ਚਾਹਲ ਚਲੇ ਗਏ, ਤੇ ਸਿਰਫ ਬਿੰਦਰ ਮਾਨਸਾ ਇੱਕ ਕਲਾਕਾਰ ਰਹਿ ਗਿਆ ਪੁਰਾਣਾ। ਤੇ ਜਦੋਂ ਅਗਲਾ ਪਲੇ ਤਿਆਰ ਕਰਨ ਦਾ ਮੌਕਾ ਆਇਆ, ਤੇ ਫਿਰ ਉਹਨਾਂ ਨੂੰ ਨੋਟਿਸ ਲਾਉਣਾ ਪਿਆ ਕਿ ਸਾਨੂੰ ਕਲਾਕਾਰ ਚਾਹੀਦੇ ਨੇ, ਆਹ ਤਰੀਕ ਨੂੰ ਤੁਸੀਂ ਜਿਨ੍ਹਾਂ ਨੇ ਜਿਹੜੇ ਇੰਟਰਸਟਡ ਨੇ ਇਹਦੇ ਚ, ਉਹ ਤੁਸੀਂ ਆ ਜਾਓ। ਤੇ ਮੈਂ ਤਾਂ ਪਹਿਲਾਂ ਹੀ ਤਿਆਰ ਸੀ, ਹੋਰ ਮੇਰੇ ਯਾਰ ਦੋਸਤ ਬਾਅਦ ਚ ਉਹ ਵੀ ਥੀਏਟਰ ਦੇ ਵਿੱਚ ਆਏ, ਉਹ ਵੀ ਤਿਆਰ ਸੀ। ਤੇ ਫਿਰ ਅਸੀਂ ਉਹ ਆਡੀਸ਼ਨ ਦਿੱਤੀ, ਤੇ ਉਹਦੇ ਚ ਫਿਰ ਮੈਨੂੰ ਇੱਕ ਰਮਾਇਣ ਹੋਰ ਦੇ ਵਿੱਚ ਮੈਨੂੰ ਰੌਣੀ ਦਾ ਜਿਹੜਾ ਰੋਲ ਉਹ ਮਿਲਿਆ। ਔਲਖ ਸਾਹਿਬ ਕਹਿੰਦੇ ਵੀ ਇਹ ਰੋਲ ਵਧੀਆ ਕਰ ਲੇਗਾ, ਥੋੜਾ ਜਿਹਾ ਟਿਪੀਕਲ ਜਿਹਾ ਮੈਂ ਬੋਲਿਆ, ਉਹਦੇ ਚ ਸਾਡੇ ਪਿੰਡ ਦਾ ਕੋਈ ਪਾਤਰ ਸੀ, ਮੈਂ ਉਹਦੀ ਨਕਲ ਲਾ ਕੇ ਥੋੜਾ ਜਿਹਾ ਉਸ ਤਰ੍ਹਾਂ ਬੋਲਿਆ। ਤੇ ਫਿਰ ਬਸ ਉਹ ਮੇਰੀ ਸ਼ੁਰੂਆਤ ਸੀ, ਤੇ ਉਸ ਤੋਂ ਬਾਅਦ ਫਿਰ ਚੱਲ ਫਿਰ ਤੁਸੀਂ ਜਿਹੜਾ ਲੋਕ ਕਲਾ ਮੰਚ ਮਾਨਸਾ ਫਿਰ ਇਹ ਜੁਆਇਨ ਕਰ ਲਿਆ ਇਹਨਾਂ ਦੇ ਨਾਲ, ਔਲਖ ਸਾਹਿਬ ਨਾਲ? ਲੋਕ ਕਲਾ ਮੰਚ ਮਾਨਸਾ ਉਦੋਂ ਬਣ ਚੁੱਕਾ ਸੀ, ਕਿਉਂਕਿ ਜਦੋਂ ਮੈਂ ਇੱਕ ਰਮਾਇਣ ਹੋਰ ਦੇ ਰਾਹੀਂ ਮੈਂ ਜਦੋਂ ਐਂਟਰ ਕੀਤਾ, ਉਸ ਤੋਂ ਬਾਅਦ ਔਲਖ ਸਾਹਿਬ ਨੇ ਕਿਹਾ ਵੀ ਆਪਾਂ ਲੰਬਾ ਪਲੇ ਤਿਆਰ ਕਰਨਾ, ਗੁਰਦਿਆਲ ਸਿੰਘ ਦੇ ਨਾਵਲ ਅੱਧ ਚਾਨਣੀ ਰਾਤ ਦੇ ਉੱਪਰ ਆਧਾਰਿਤ ਹੈ। ਉਹਦੀ ਸਕ੍ਰਿਪਟ ਤਿਆਰ ਹੋ ਚੁੱਕੀ ਸੀ, ਔਲਖ ਸਾਹਿਬ ਨੇ ਕਰ ਲਈ ਸੀ। ਤੇ ਉਦੋਂ ਜਦੋਂ ਉਹ ਪਲੇ ਅਸੀਂ ਬਾਹਰ ਤਿਆਰ ਕੀਤਾ ਲੋਕ ਕਲਾ ਮੰਚ ਵੱਲੋਂ, ਤੇ ਲੋਕ ਕਲਾ ਮੰਚ ਦਾ ਫਿਰ ਨਾਂ ਉਸ ਵੇਲੇ ਪਤਾ ਲੱਗਿਆ ਕਿ ਜਦੋਂ ਉਹ ਅੱਧ ਚਾਨਣੀ ਰਾਤ ਤਿਆਰ ਕਰਨ ਵੇਲੇ, ਕਿ ਏਦਾਂ ਆਪਣੀ ਸੰਸਥਾ ਹੈ। ਤੇ ਨਾਲ ਹੀ ਕਿਉਂਕਿ ਪੈਰਲਲ ਉਦੋਂ ਭਾਸ਼ਾ ਵਿਭਾਗ ਮੁਕਾਬਲੇ ਕਰਾਉਣਾ ਹੁੰਦਾ ਸੀ, ਨਾਟਕਾਂ ਦੇ ਇਕਾਂਗੀ ਮੁਕਾਬਲੇ ਕਰਵਾਉਣਾ ਹੁੰਦਾ ਸੀ। ਤੇ ਇਹ ਇੱਕ ਰਮਾਇਣ ਹੋਰ ਅਸੀਂ ਭਾਸ਼ਾ ਵਿਭਾਗ ਦੇ ਇਕਾਂਗੀ ਮੁਕਾਬਲੇ ਦੇ ਵਿੱਚ ਵੀ ਲੋਕ ਕਲਾ ਮੰਚ ਦੇ ਨਾਂ ਹੇਠ ਜਿਹੜਾ ਸੀ ਉਹ ਫਿਰ ਖੇਡਿਆ। ਤੇ ਤੁਸੀਂ ਫਿਰ ਕਿੰਨੇ ਕੁ ਸਾਲ ਔਲਖ ਸਾਹਿਬ ਨਾਲ ਕੰਮ ਕਰਦੇ ਰਹੇ? ਤੇ ਮੈਂ 10 ਸਾਲ ਤਾਂ ਬਿਲਕੁਲ ਲਗਾਤਾਰ ਕੰਮ ਕੀਤਾ ਜੀ। ਅੱਛਾ। ਤੇ 10 ਸਾਲ ਕਿਉਂਕਿ ਮੇਰੀ ਜਿਹੜੀ ਮੇਰਾ ਦਾਖਲਾ ਕਹਿ ਲਓ ਜਾਂ ਮੇਰੀ ਐਂਟਰੀ ਕਹਿ ਲਓ ਇੱਕ ਰਮਾਇਣ ਹੋਰ ਨਾਲ ਹੋਈ, ਫਿਰ ਅੱਧ ਚਾਨਣੀ ਰਾਤ, ਫਿਰ ਤਾਂ ਚੱਲ ਸੋ ਚੱਲ ਫਿਰ ਕਾਲਜ ਦੇ ਵਿੱਚ ਵੀ, ਕਿਉਂਕਿ ਜਿਵੇਂ ਸਾਡੇ ਸੀਨੀਅਰ ਦੀ ਇਜਾਰੇਦਾਰੀ, ਫਿਰ ਸਾਡੀ ਇਜਾਰੇਦਾਰੀ ਹੋ ਗਈ। ਤੇ ਅਸੀਂ ਆਪਣੇ ਤਰੀਕੇ ਨਾਲ ਇੱਕ ਸਾਲ ਅਸੀਂ ਕਾਲਜ ਦੇ ਵਿੱਚ ਨਾਟਕ ਹੀ ਨਹੀਂ ਕੀਤੇ। ਸਾਡਾ ਇੱਕ ਦੋਸਤ ਕਲਾਕਾਰ, ਉਹ ਕਹਿੰਦਾ ਵੀ ਪ੍ਰਿੰਸੀਪਲ ਨੇ ਫੀਸ ਨਹੀਂ ਮਾਫ ਕੀਤੀ ਸਾਡੀ ਸਾਰਿਆਂ ਦੀ, ਤੇ ਕੁਛ ਇੱਕ ਦੀ ਕਰਤੀ, ਤੇ ਉਹ ਕਹਿੰਦੇ ਵੀ ਆਪਾਂ ਕਰਨਾ ਨਹੀਂ, ਹਿੱਸਾ ਨਹੀਂ ਲੈਣਾ। ਤੇ ਇਸੇ ਤੇ ਅਸੀਂ ਲਿਆ ਹੀ ਨਹੀਂ। ਫਿਰ ਨਵੀਂ ਟੀਮ ਨਾਲ ਔਲਖ ਸਾਹਿਬ ਸੁਭਾਅ ਦੇ ਬਹੁਤ ਨਰਮ ਸੀਗੇ, ਤੇ ਉਹਨਾਂ ਨੇ ਕਹਿੰਦੇ ਵੀ ਚਲੋ ਕੋਈ ਗੱਲ ਨਹੀਂ, ਜੇ ਤੁਹਾਡੀ ਇੱਛਾ ਹੈ, ਤੁਸੀਂ ਤਾਂ ਮੇਰੇ ਪੱਕੇ ਕਲਾਕਾਰ ਹੋ। ਤੇ ਉਹਨਾਂ ਨੇ ਨਵੀਂ ਟੀਮ ਨਾਲ ਨਾਟਕ ਸੰਤੋਖ ਸਿੰਘ ਧੀਰ ਦੀ ਕਹਾਣੀ ਇੱਕ ਹੋਰ ਸਵਾਰ ਤੇ ਬਹੁਤ ਅੱਛੀ ਸਕ੍ਰਿਪਟ ਬਣਾਈ, ਪਰ ਉਹ ਨਾਟਕ ਫਿਰ ਤਿਆਰ ਹੋਇਆ ਨਹੀਂ, ਅਲਟੀਮੇਟ ਉਹ ਖੇਡਿਆ ਨਹੀਂ ਗਿਆ ਯੂਥ ਫੈਸਟੀਵਲ ਦੇ ਵਿੱਚ। 10 ਸਾਲ ਤਾਂ ਮੈਂ ਬਿਲਕੁਲ ਲਗਾਤਾਰ ਕੰਮ ਕੀਤਾ, ਤੇ ਮੇਰਾ ਇਕੱਲਾ ਇਹ ਨਹੀਂ ਸੀ ਕਿ ਮੈਂ ਐਜ਼ ਐਕਟਰ ਕੰਮ ਕੀਤਾ। ਫਿਰ ਮੈਂ ਪੂਰੀ ਤਰ੍ਹਾਂ ਜੁੜਿਆ ਸਟੇਜ ਕਰਾਫਟ ਦਾ ਕੰਮ। ਹਾਲਾਂਕਿ ਮੈਂ ਕੁਛ ਨਹੀਂ ਸੀ, ਕਿਤੋਂ ਮੈਂ ਸਿਖਲਾਈ ਨਹੀਂ ਸੀ ਲਈ, ਤੇ ਸਿਰਫ ਇੱਧਰ ਉੱਧਰ ਦੇਖ ਕੇ ਕੁਛ ਇੱਕ ਵਰਕਸ਼ਾਪਸ ਲਾਈਆਂ, ਜਾਂ
ਤੁਹਾਡੇ ਗੁਰਸ਼ਰਨ ਭਾਜੀ ਹੋਰੇ ਉਦੋਂ ਅਰੇਂਜ ਕਰਦੇ ਸੀ ਅੰਮ੍ਰਿਤਸਰ ਜਾਂ ਹੋਰ ਚੰਡੀਗੜ੍ਹ, 1-2 ਵਰਕਸ਼ਾਪ ਲਾਈਆਂ, ਥੋੜਾ ਮੋਟਾ ਮੇਕਅਪ ਦਾ ਉੱਥੋਂ ਸਿੱਖਿਆ। ਪਰ ਉਹ ਫਿਰ ਹੌਲੀ ਹੌਲੀ ਤਜਰਬੇ ਨਾਲ ਇੰਨਾ ਹੋ ਗਿਆ ਵੀ ਹੁਣ ਲੱਖੇ ਲਹਿਰੀ ਹੋਰੀ ਬਹੁਤ ਵੱਡੇ ਕਲਾਕਾਰ ਨੇ ਤੇ ਬਹੁਤ ਵੱਡੇ ਡਾਇਰੈਕਟਰ ਵੀ ਨੇ। ਤੇ ਜਦੋਂ ਇਹਨਾਂ ਦੀ ਐਂਟਰੀ ਹੋਈ, ਮੈਂ ਇਹਨਾਂ ਨੂੰ ਮੇਕਅਪ ਕਰਨੀ ਸਿਖਾਉਂਦਾ ਹੁੰਦਾ ਸੀ। ਮੈਨੂੰ ਕਈ ਵਾਰੀ ਬੜੀ ਹੁਣ ਆਪਣੇ ਆਪ ਨੂੰ ਹਾਸੀ ਆਉਂਦੀ ਹੁੰਦੀ ਹੈ, ਮੈਂ ਇਹਨਾਂ ਨੂੰ ਮੇਕਅਪ ਕਰਨੀ ਸਿਖਾਉਂਦਾ ਸੀ। ਤੇ ਤੁਸੀਂ ਵੀ ਵੱਡੇ ਕਲਾਕਾਰ ਹੋ, ਅਸੀਂ ਵੱਡੇ ਕਲਾਕਾਰ ਨਾਲ ਹੀ ਗੱਲ ਕਰਦੇ ਆ। ਚਲੋ ਮਿਹਰਬਾਨੀ, ਸ਼ੁਕਰੀਆ। ਤੇ ਦੂਸਰੀ ਜਿਹੜੀ ਵੱਡੀ ਗੱਲ ਸੀ ਨਾ, ਸਟੇਜ ਦੀ ਜਿਹੜੀ ਪ੍ਰੋਪਰਟੀ ਚਾਹੀਦੀ ਹੁੰਦੀ ਸੀ, ਉਹਦੀ ਜ਼ਿੰਮੇਵਾਰੀ ਮੇਰੀ ਹੁੰਦੀ ਸੀ। ਕਿਉਂਕਿ ਇੱਕ ਤਾਂ ਮੇਰਾ ਪਿਛੋਕੜ ਥੋੜਾ ਜਿਹਾ ਇਸ ਤਰ੍ਹਾਂ ਦਾ ਕਰਾਫਟ ਨਾਲ ਜੁੜਿਆ ਹੋਣ ਕਰਕੇ ਤੇ ਮੈਨੂੰ ਕੋਈ ਔਖਾ ਨਹੀਂ ਸੀ। ਮੇਰੇ ਕੋਲੇ ਘਰ ਸਾਰੇ ਸੰਦ ਸਾਰੇ ਹੁੰਦੇ ਸੀ, ਕੁਝ ਵੀ ਬਣਾਉਣਾ। ਤੇ ਜਦੋਂ ਅਸੀਂ ਜਿਹੜਾ ਪਲੇ ਸੀ ਭੱਠ ਖੇਡਣ ਦਾ ਰਹਿਣਾ ਤਿਆਰ ਕੀਤਾ, ਉਹਦੇ ਚ ਜਿਹੜੀਆਂ ਐਨਫੀਲਡ ਗਨ ਹੁੰਦੀਆਂ, ਜਿਹੜੀਆਂ ਰਾਈਫਲਾਂ 303 ਉਹ ਬਣਾਉਣੀਆਂ ਸੀ। ਉਹਦਾ ਫਿਰ ਮੈਂ ਕਿਤੋਂ ਲੈ ਕੇ ਆਇਆ, ਉਹਦਾ ਨਾਪ ਨੂਪ ਮੈਂ ਘਰੇ ਲੱਕੜੀ ਦੀਆਂ ਉਹ ਆਪ ਬਣਾਈਆਂ। ਤੇ ਇਸ ਤਰ੍ਹਾਂ ਦਾ ਕੁਝ ਹੋਰ ਵੀ ਮੰਜਾ ਪੀੜੀ, ਸਟੇਜ ਤੇ ਸਾਰਾ ਕੁਝ ਚਾਹੀਦਾ ਹੁੰਦਾ ਉਹਦੇ ਲਈ। ਤਾਂ ਫਿਰ ਉਹ ਜਿਹੜਾ ਹੈਗਾ ਤਰਖਾਣਾ ਕੰਮ, ਤੁਹਾਨੂੰ ਪਤਾ ਹੈ ਸਟੇਜ ਈਵਨ ਸੈਟਿੰਗ ਦੇ ਵਿੱਚ। ਤੇ ਉਹ ਫਿਰ ਸਾਰਾ ਔਲਖ ਸਾਹਿਬ ਨੇ ਮੇਰੇ ਜ਼ਿੰਮੇ ਸੰਭਾਲਿਆ ਹੋਇਆ ਸੀ, ਕਾਸਟਿਊਮ ਦਾ ਮੇਰੇ ਜ਼ਿੰਮੇ ਸੰਭਾਲਿਆ ਹੋਇਆ ਸੀ। ਤੇ ਅਗਲੇ ਸਾਲ ਫਿਰ ਮੈਨੂੰ ਉਹਨਾਂ ਨੇ ਸੈਕਟਰੀ ਬਣਾਤਾ ਇਹਦਾ, ਆਪਣਾ ਲੋਕ ਕਲਾ ਮੰਚ ਦਾ। ਤੇ ਇਹ ਕਿਹੜੇ ਸਾਲਾਂ ਦੀਆਂ ਗੱਲਾਂ ਦੇ ਵਿੱਚ, ਈਅਰ ਥੋੜਾ ਜਿਹਾ ਮੈਂਸ਼ਨ ਕਰ ਦਿਓ ਤਾਂ ਕਿ। ਹਾਂਜੀ, ਮੇਰੀ ਜਿਹੜੀ ਅਸਲ ਸ਼ੁਰੂਆਤ ਹੋਈ 1979 ਤੋਂ ਹੋਈ, 1979। ਹਾਂਜੀ, ਤੇ 1980 ਦੇ ਵਿੱਚ ਅਸੀਂ ਜਿਹੜਾ ਸੀ ਪਲੇ ਅੱਧ ਚਾਨਣੀ ਰਾਤ ਤਿਆਰ ਕਰ ਲਿਆ। ਤੇ ਫਿਰ ਯੂਨੀਵਰਸਿਟੀ ਮੈਂ ਚਲਿਆ ਗਿਆ। 1984 ਦੇ ਵਿੱਚ ਮੇਰੀ ਐਡਮਿਸ਼ਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਰਨਲਿਜ਼ਮ ਦੇ ਵਿੱਚ ਹੋ ਗਈ। ਤੇ ਉਦੋਂ ਵੀ ਮੈਂ ਪਲੇ ਕਰਦਾ ਰਿਹਾ, ਨਾਲ ਥੀਏਟਰ ਸਾਰਾ ਕਰਦਾ ਰਿਹਾ। 1990 ਦੇ ਵਿੱਚ ਮੈਂ ਜਦੋਂ ਨੌਕਰੀ ਜੁਆਇਨ ਕੀਤੀ ਤੇ ਉਦੋਂ ਵੀ ਮੈਂ ਕਰਦਾ ਰਿਹਾ। ਪਰ ਇਹ ਹੈ ਵੀ 1980 ਤੋਂ ਲੈ ਕੇ 1990 ਦਾ ਜਿਹੜਾ ਮੈਂ ਸਮਝਦਾ ਮੈਂ ਆਪਣਾ ਸੁਨਹਿਰੀ ਯੁੱਗ ਜਿਹੜਾ, ਉਹਨੂੰ ਮੈਂ ਆਪਣੇ ਰੰਗਮੰਚ ਦਾ। ਤੇ ਉਦੋਂ ਤੁਸੀਂ ਜਦੋਂ ਇਹ 1980 ਤੋਂ ਬਾਅਦ ਵਿੱਚ ਤੁਸੀਂ ਯੂਨੀਵਰਸਿਟੀ 84 ਚ ਆ ਗਏ, ਪੰਜਾਬੀ ਯੂਨੀਵਰਸਿਟੀ ਪਟਿਆਲਾ। ਤੇ ਉਹ ਸਾਲ 2 ਸਾਲ ਤੁਸੀਂ ਜਰਨਲਿਜ਼ਮ ਵੀ ਕੀਤਾ, ਤੇ ਫਿਰ ਉਸ ਤੋਂ ਬਾਅਦ ਕੋਈ ਜੌਬ ਵੀ ਵਿਚਕਾਰ ਕੀਤੀ 90 ਤੋਂ ਪਹਿਲੇ, ਕਿ ਸਿਰਫ ਫਿਰ ਥੀਏਟਰ ਕਰਦੇ ਰਹੇ? ਨਹੀਂ, ਥੀਏਟਰ ਹੀ ਕਰਦੇ ਰਹੇ ਜੀ 90 ਤੋਂ। ਮੈਂ ਕਿਉਂਕਿ ਜਦੋਂ ਮੈਂ ਜਰਨਲਿਜ਼ਮ ਦੇ ਵਿੱਚੋਂ ਪਾਸ ਆਊਟ ਹੋਇਆ, ਮੈਨੂੰ ਕੋਰਸਪੋਂਡੈਂਟ ਟ੍ਰਿਬਿਊਨ ਨੇ ਲਾਤਾ ਮਾਨਸਾ, ਬਠਿੰਡੇ ਰਿਹਾ ਮੈਂ। ਤੇ ਉਦੋਂ ਉਸ ਟਾਈਮ ਦੇ ਵਿੱਚ ਮੈਂ ਨਾਲ ਕੰਮ ਕਰਦਾ ਰਿਹਾ, ਪਰ ਨਾਲ ਥੀਏਟਰ ਹੀ ਕਰਦਾ ਰਿਹਾ। ਉਹ ਇੱਕ ਤਾਂ ਉਹ ਹਾਲਾਤ ਉਦੋਂ ਪੰਜਾਬ ਦੇ ਇਸ ਕਿਸਮ ਦੇ ਸੀ, ਤੇ ਉਦੋਂ ਥੀਏਟਰ ਕਰਨ ਦਾ ਇੱਕ ਆਨੰਦ ਹੋਰ ਤਰ੍ਹਾਂ ਦਾ ਸੀ। ਬਿਲਕੁਲ ਬਿਲਕੁਲ। ਤੇ ਫਿਰ ਤੁਸੀਂ ਜਦੋਂ 90 ਤੋਂ ਬਾਅਦ ਫਿਰ ਚੰਡੀਗੜ੍ਹ ਸ਼ਿਫਟ ਕਰ ਲਿਆ ਜੌਬ ਤੋਂ ਬਾਅਦ? ਹਾਂਜੀ, ਓਕੇ। ਚੰਡੀਗੜ੍ਹ ਮੈਂ ਸ਼ਿਫਟ ਕੀਤਾ ਟੈਂਪਰੇਰੀਲੀ। 90 ਮੈਂ ਜਦੋਂ ਜੁਆਇਨ ਕੀਤੀ, ਅਸਲ ਦੇ ਵਿੱਚ 1992 ਚ ਮੇਰਾ ਵਿਆਹ ਹੋਇਆ। ਜਦੋਂ ਪੱਕੇ ਤੌਰ ਤੇ ਚੰਡੀਗੜ੍ਹ ਸ਼ਿਫਟ ਮੈਂ ਉਦੋਂ ਹੀ ਹੋਇਆ। ਤੇ 90-92 ਤੱਕ ਵੀ ਮੈਂ ਨਾਲ ਨਾਟਕ ਕਰਦਾ ਰਿਹਾ। ਜਦੋਂ ਕਿਤੇ ਕੋਈ ਹੁੰਦਾ ਸੀ ਮੈਂ ਚਲਾ ਜਾਂਦਾ ਸੀ, ਚੰਡੀਗੜ੍ਹੋਂ ਆ ਜਾਂਦਾ ਸੀਗਾ। ਤੇ ਇਹ ਇਸ ਤਰ੍ਹਾਂ ਦਾ ਮੇਰੀ ਜਿਹੜੀ ਹੈ ਥੀਏਟਰ ਦੇ ਨਾਲ ਇਹ। ਰੁਪਾਲ, ਜਦੋਂ ਤੁਸੀਂ ਇਹ ਥੀਏਟਰ ਤਾਂ ਕਰਦੇ ਰਹੇ, ਇੱਕ ਫਿਰ ਉਸ ਤੋਂ 90-92 ਤੋਂ ਬਾਅਦ ਫਿਰ ਇਸ ਤਰ੍ਹਾਂ ਦਾ ਦੌਰ ਆਉਂਦਾ ਹੈ ਕਿ ਉਸ ਤੋਂ ਬਾਅਦ ਤੁਹਾਡਾ ਥੀਏਟਰ ਘਟ ਜਾਂਦਾ ਹੈ, ਫਿਰ ਤੁਹਾਡੀ ਜੌਬ ਹੈ, ਔਰ ਚੰਡੀਗੜ੍ਹ ਦੇ ਵਿੱਚ ਤੁਸੀਂ ਆਪਣਾ ਇੱਕ ਲੋਕ ਕਲਾਵਾਂ ਵਾਲਾ ਗਰੁੱਪ ਵੀ ਬਣਾਉਂਦੇ ਹੋ। ਇਹ ਸਾਰੇ ਦੇ ਨਾਲ ਜਿਹੜੀ ਤੁਹਾਨੂੰ ਇੰਨੀ ਲੋਕ ਕਲਾਵਾਂ ਦੀ ਜਾਣਕਾਰੀ ਹੈ, ਮੈਂ ਹਮੇਸ਼ਾ ਤੁਹਾਡੇ ਮੂੰਹੋਂ ਸੁਣਦਾ ਵਾਂ। ਬਹੁਤ ਵਾਰੀ ਅਜਿਹੇ ਪ੍ਰੋਗਰਾਮ ਮੈਂ ਦੇਖੇ ਤੁਸੀਂ ਕੰਡਕਟ ਕਰਦੇ ਹੋ, ਤੁਸੀਂ ਉਹਨਾਂ ਦੇ ਵਿੱਚ ਕਈ ਵਾਰੀ ਉਹ ਜਿਹੜੇ ਬੱਚਿਆਂ ਕੋਲ ਸਵਾਲ ਜਵਾਬ ਵਾਲੇ ਪ੍ਰੋਗਰਾਮ ਹੁੰਦੇ, ਉਹਦੇ ਵਿੱਚ ਤੁਸੀਂ ਤੁਹਾਡੇ ਕੋਲ ਆਪਣੇ ਆਪ ਹੀ ਜਵਾਬ ਹੁੰਦੇ ਆ। ਤੁਹਾਨੂੰ ਇੰਨੀ ਜਾਣਕਾਰੀ ਹੈ ਸਾਰੀ ਇਹ ਕਲਾਵਾਂ ਦੇ ਬਾਰੇ ਚ। ਇਹ ਸਾਰੀ ਜਾਣਕਾਰੀ ਤੁਹਾਨੂੰ ਕਿੱਦਾਂ ਹਾਸਲ ਹੋਈ? ਤੁਸੀਂ ਕਿੱਦਾਂ ਇਹਦੇ ਬਾਰੇ ਕੁਝ ਪੜ੍ਹਿਆ, ਸਟੱਡੀ ਕੀਤਾ? ਕਿਵੇਂ ਇਹ ਕਲਾਵਾਂ ਦੇ ਨਾਲ ਜੁੜੇ ਤੁਸੀਂ? ਅਸਲ ਦੇ ਵਿੱਚ ਧਾਲੀਵਾਲ ਸਾਹਿਬ, ਜਿਹੜਾ ਸਾਡੀ ਲੋਕਧਾਰਾ ਹੈ ਨਾ, ਤੇ ਸਾਡਾ ਸੱਭਿਆਚਾਰ ਹੈ, ਉਹ ਤਾਂ ਵੈਸੇ ਸਾਨੂੰ ਬਚਪਨ ਤੋਂ ਹੀ ਅਸੀਂ ਸਿੱਖ ਲੈਂਦੇ ਹਾਂ। ਤੇ ਕਿਉਂਕਿ ਜਿਹੜੀ ਸਾਡੀਆਂ ਇਹ ਪਰੰਪਰਾਵਾਂ ਨੇ, ਖਾਸ ਕਰਕੇ ਲੋਕਧਾਰਾ ਦੀਆਂ, ਇਹ ਮੌਖਿਕ ਨੇ, ਔਰਲ ਨੇਗੀਆਂ। ਤੇ ਇਹਦੇ ਵਿੱਚ ਪੜ੍ਹਨ ਨੂੰ ਤਾਂ ਕਿਤੇ ਬਹੁਤਾ ਮਿਲਦਾ ਨਹੀਂ। ਤੇ ਜੇ ਪੜ੍ਹਨ ਨੂੰ ਮਿਲ ਵੀ ਜਾਵੇ ਤਾਂ ਕਈ ਵਾਰੀ ਬਹੁਤ ਖਤਰਨਾਕ ਮਿਲ ਜਾਂਦਾ ਪੜ੍ਹਨ ਨੂੰ। ਉਹ ਜਿਹੜਾ ਹੈ ਉਹ ਅਸਲ ਦੇ ਵਿੱਚ ਕੁਝ ਹੋਰ ਹੁੰਦੀਆਂ ਗੱਲਾਂ। ਤੇ ਕਿਉਂਕਿ ਅਕੈਡਮਿਸ਼ੀਅਨਸ ਨੇ ਆਪਣੇ ਤਰੀਕੇ ਨਾਲ ਕੰਮ ਕੀਤਾ ਹੁੰਦਾ, ਜਾਂ ਕਈ ਵਾਰੀ ਹਾਈਪੋਥੀਕਲੀ ਕੀਤਾ ਹੁੰਦਾ ਕੰਮ। ਉਹਨਾਂ ਦਾ ਇੱਕ ਹਾਈਪੋਥੀਸਿਸ ਇੱਕ ਆਪਣਾ ਕ੍ਰੀਏਟ ਕੀਤਾ ਹੁੰਦਾ। ਤੇ ਚਲੋ ਹੁਣ ਮੈਂ ਨਾਂ ਨਹੀਂ ਲਾਉਣਾ ਚਾਹੁੰਦਾ ਕਈ ਵੱਡੇ ਵਿਦਵਾਨਾਂ ਦੇ। ਤੇ ਉਹਨਾਂ ਨੇ ਲੋਕਧਾਰਾ ਦੇ ਉੱਤੇ ਐਨਸਾਈਕਲੋਪੀਡੀਆ ਤਿਆਰ ਕੀਤੇ, ਕੋਸ਼ ਤਿਆਰ ਕੀਤੇ।
ਉਹਨਾਂ 'ਚ ਕਈ ਰੈਫਰੈਂਸ ਏਦਾਂ ਦੇ ਆ ਜਿਹੜੇ ਬਿਲਕੁਲ ਗਲਤ ਨੇ, ਜਿਹੜੇ ਬਿਲਕੁਲ ਉਲਟ ਨੇ। ਤੇ ਹੁਣ ਉਹ ਰੈਫਰੈਂਸ, ਕਿਉਂਕਿ ਜੇ ਤਾਂ ਉਹ ਪਿੰਡ ਦੇ ਜੰਮੇ ਪਲੇ ਹੁੰਦੇ ਜਾਂ ਉਹਨਾਂ ਨੂੰ ਉਹ ਰੈਫਰੈਂਸ, ਕਿਉਂਕਿ ਪ੍ਰੈਕਟੀਕਲੀ ਜਿਹੜੀ ਚੀਜ਼ ਤੁਸੀਂ ਦੇਖੀ ਹੈ, ਤੇ ਇੱਕ ਤਾਂ ਉਹ ਹੈ, ਇੱਕ ਇਹ ਵੀ ਜਿਹੜੀ ਤੁਸੀਂ ਕਿਤਾਬਾਂ 'ਚ ਪੜ੍ਹ ਲਈ, ਜਿੱਦਾਂ ਤੁਸੀਂ ਹੁਣ ਜ਼ਿਕਰ ਕਰ ਹੀ ਦਿੱਤਾ। ਹਾਂ ਤੇ ਉਹ ਹੁਣ ਕਈ ਵਾਰੀ ਮਜਬੂਰੀ ਹੁੰਦੀ ਹੈ ਵਿਦਵਾਨਾਂ ਦੀ ਜਾਂ ਲੋਕ ਧਾਰਾ ਸ਼ਾਸਤਰੀ ਜਿਹੜੇ ਹੈ ਉਹਨਾਂ ਦੀ, ਵੀ ਉਹਨਾਂ ਨੇ ਕਿਸੇ ਨਾ ਕਿਸੇ ਵਿਚਾਰਧਾਰਾ ਦਾ ਉਹਨਾਂ ਤੇ ਅਸਰ ਹੁੰਦਾ ਹੈ। ਹੁਣ ਉਹ ਵਿਚਾਰਧਾਰਾ ਕਿਸੇ ਵੀ ਵਰਤਾਰੇ ਨੂੰ ਕਿਵੇਂ ਦੇਖਦੀ ਆ, ਉਹਨਾਂ ਨੇ ਉਸੇ ਦ੍ਰਿਸ਼ਟੀਕੋਣ ਤੋਂ ਆਪਣਾ ਆਪਣਾ ਥੀਸਿਸ ਆ ਜਿਹੜਾ ਉਹ ਪੁੱਟ ਕਰਨਾ ਹੁੰਦਾ ਹੈ। ਪਰ ਅਸਲ ਦੇ ਵਿੱਚ ਉਹ ਗੱਲਾਂ ਉਵੇਂ ਹੁੰਦੀਆਂ ਨਹੀਂ। ਜਿਵੇਂ ਮੈਂ ਇੱਕ ਤੁਹਾਨੂੰ ਮੋਟੀ ਜਿਹੀ ਉਦਾਹਰਨ ਦੇਵਾਂ, ਸਾਡੇ ਵਿਦਵਾਨ ਕਈ ਵਾਰੀ ਕਹਿੰਦੇ ਵੀ ਜਿਹੜਾ ਪੰਜਾਬੀ ਦਾ ਸੱਭਿਆਚਾਰ ਹੈ ਉਹ ਔਰਤ ਦੇ ਖਿਲਾਫ ਹੈ, ਤੇ ਜਿਹੜਾ ਉਹ ਮਰਦ ਪ੍ਰਧਾਨ ਸੱਭਿਆਚਾਰ ਹੈ। ਤੇ ਮੈਂ ਕਈ ਵਾਰੀ ਕਹਿਣਾ ਹੁੰਦਾ ਵੀ ਇਸ ਤਰ੍ਹਾਂ ਨਹੀਂ, ਤੁਸੀਂ ਇਸ ਤਰ੍ਹਾਂ ਲਕੀਰ ਖਿੱਚ ਕੇ ਨਹੀਂ ਕਿਸੇ ਗੱਲ ਨੂੰ ਲਿਖ ਸਕਦੇ, ਕਿਉਂਕਿ ਦੋਵੇਂ ਤਰ੍ਹਾਂ ਦੀਆਂ ਧਾਰਾਵਾਂ ਨਾਲੋਂ ਨਾਲ ਚੱਲਦੀਆਂ ਨੇ। ਉਹ ਤਾਂ ਜਿਹੜਾ ਮਰਦ ਪ੍ਰਧਾਨਤਾ ਉਹ ਸਮਾਜ ਦੇ ਵਿੱਚ ਆ, ਰਾਜਨੀਤੀ ਦੇ ਵਿੱਚ, ਉਹ ਸਾਰੇ ਕਿਤੇ ਹੀ ਹੈ, ਤੇ ਕੁਦਰਤੀ ਉਹਦਾ ਅਸਰ ਹੁੰਦਾ ਹੈ। ਪਰ ਤੁਸੀਂ ਇਹ ਪਾਰਟਿਕੂਲਰ ਪੰਜਾਬੀ ਦੇ ਸੱਭਿਆਚਾਰ ਨੂੰ ਇਹ ਕਹਿ ਦੇਣਾ, ਇਹ ਮਾੜੀ ਗੱਲ ਹੈ। ਮੈਂ ਤੁਹਾਨੂੰ ਇੱਕ ਸਿੰਪਲ ਜੀ ਬੋਲੀ ਦੱਸਦਾ। ਤੇ ਇੱਕ ਬੋਲੀ ਹੈ, ਕੜੀਏ ਨੀ ਕੜੀਏ ਰੁੱਸੇ ਮਾਈਏ ਦਾ ਕੀ ਕਰੀਏ। ਜਿਹੜੀ ਕੜੀ ਆ, ਪਹਿਲਾਂ ਛੱਤਾਂ ਦੇ ਵਿੱਚ ਕੱਚੇ ਕੋਠੇ ਹੁੰਦੇ ਸੀ, ਉਹਨਾਂ ਕੜੀਆਂ ਪੈਂਦੀਆਂ ਸੀ। ਹਾਂਜੀ। ਤੇ ਤੈਨੂੰ ਲਾਹ ਬਨੇਰੇ ਧਰੀਏ ਰੁੱਸੇ ਮਾਈਏ ਦਾ ਕੀ ਕਰੀਏ, ਚੁੰਨੀ ਲਾਹ ਪੈਰਾਂ ਵਿੱਚ ਧਰੀਏ, ਇੱਕ ਵਾਰੀ ਬੋਲੋ ਜੀ ਆਪਾਂ ਫੇਰ ਕਦੇ ਨਾ ਲੜੀਏ। ਹਾਂਜੀ। ਹੁਣ ਇੱਕ ਬੋਲੀ ਇਹ ਵੀ ਹੈ, ਜੇ ਜੱਟੀਏ ਜੱਟ ਕੁੱਟਣਾ ਹੋਵੇ ਕੁੱਟੀਏ ਸੰਦੂਖਾਂ ਓਲੇ, ਪਹਿਲਾਂ ਜੱਟ ਤੋਂ ਕਣਕ ਪਿਹਾਈਏ ਫੇਰ ਪਿਹਾਈਏ ਛੋਲੇ, ਜੱਟੀਏ ਦੇ ਦਵਕਾ ਜੱਟ ਫੇਰ ਨਾ ਬਰੋਬਰ ਬੋਲੇ। ਮਤਲਬ ਕਿ ਦੋਵੇਂ ਪਾਸੇ ਗੱਲਾਂ। ਜਦੋਂ ਅਸੀਂ ਇਹਨਾਂ ਨੂੰ ਕਿਸੇ ਵਿਚਾਰਧਾਰਾ ਦੇ ਅਸਰ 'ਚ ਹੇਠ ਆ ਕੇ ਪੁੱਟ ਕਰਦੇ ਹਾਂ, ਉਹ ਫਿਰ ਅਸੀਂ ਇੱਕ ਪੱਖ ਛੱਡ ਦਿੰਦੇ ਹਾਂ, ਸਿਰਫ ਇੱਕ ਪੱਖ ਜਿਹੜਾ ਹੈ ਉਹ ਅਸੀਂ ਲੈ ਲੈਂਦੇ ਹਾਂ। ਜਦੋਂ ਤੁਸੀਂ ਆਪਣੇ ਆਲੇ ਦੁਆਲੇ ਤੋਂ ਸਿੱਖਦੇ ਹੋ, ਆਪਣੇ ਆਲੇ ਦੁਆਲੇ ਇਸ ਵਰਤਾਰੇ ਨੂੰ ਦੇਖਦੇ ਹੋ, ਤੇ ਉਹ ਫਿਰ ਜਿਹੜਾ ਉਹ ਤੁਹਾਡੇ ਅੰਦਰ ਗ੍ਰਾਸਪ ਹੋਇਆ ਹੁੰਦਾ, ਆਪਣੇ ਆਪ ਹੋਇਆ ਹੁੰਦਾ। ਜਿਵੇਂ ਹੁਣ ਅਸੀਂ 4-4 5-5 ਦਿਨ ਸਾਡੇ ਦੀਵਾਨ ਚੱਲਦੇ ਰਹਿੰਦੇ ਸੀ, ਗੁਰਦੁਆਰੇ ਅਖੰਡ ਪਾਠ ਹੁੰਦਾ। ਕਈ ਵਾਰੀ ਪਿੰਡ 'ਚ ਕਵੀਸ਼ਰ ਆ ਜਾਂਦੇ, ਤੇ ਉਹ ਹਫ਼ਤਾ 10-10 ਦਿਨ ਆਪਣੇ ਕਵੀਸ਼ਰੀ ਦਾ ਪ੍ਰੋਗਰਾਮ ਹੀ ਸ਼ਾਮ ਨੂੰ 7 'ਚ ਪੇਸ਼ ਕਰਦੇ ਰਹਿੰਦੇ। ਉਹ 'ਚ ਉਹ ਮਹਾਭਾਰਤ ਵੀ ਸੁਣਾ ਜਾਂਦੇ, ਰਮਾਇਣ ਵੀ ਸੁਣਾ ਜਾਂਦੇ, ਮਹਾਭਾਰਤ ਦੇ ਨਾਲ ਹੋਰ ਕਿੰਨੇ ਅਲਾਈਡ ਕਿੱਸੇ ਨੇ ਉਹ ਸੁਣਾ ਜਾਂਦੇ, ਜਿਉਣਾ ਮੌੜ ਸੁਣਾ ਜਾਂਦੇ, ਜਿਹੜੇ ਧਰਮੀ ਡਾਕੂ ਹੋਏ ਆ ਉਹਨਾਂ ਦੇ ਕਿੱਸੇ ਸੁਣਾ ਜਾਂਦੇ। ਫਿਰ ਕਈ ਵਾਰੀ ਰਾਸ ਧਾਰੀਏ ਆ ਜਾਂਦੇ ਸੀ, ਉਹ ਆਪਣੇ ਰਾਸ ਮੰਡਲੀਆਂ ਨਾਲ ਉਹ ਸੁਣਾ ਜਾਂਦੇ। ਮਤਲਬ ਕਿ ਉਹ ਗੱਲਾਂ ਤੁਹਾਡੇ, ਕਿਉਂਕਿ ਇਹ ਭਾਵੇਂ ਕੋਈ ਪਾਠਕ ਹੈ, ਭਾਵੇਂ ਕੋਈ ਸਰੋਤਾ ਹੈ, ਭਾਵੇਂ ਕੋਈ ਦਰਸ਼ਕ ਹੈ, ਉਹਦੇ ਅੰਦਰ ਕਿਸੇ ਚੀਜ਼ ਨੂੰ ਜਿਹੜੀ ਗ੍ਰਾਸਪ ਕਰਨ ਦੀ ਤੇ ਆਪਣੇ ਅੰਦਰ ਜਜ਼ਬ ਕਰਨ ਦੀ ਤੇ ਆਪਣੀ ਮੈਮਰੀ ਦੇ ਵਿੱਚ ਉਹਨੂੰ ਸ਼ਾਮਲ ਕਰਨ ਦੀ ਕਿੰਨੀ ਕੁ ਸਮਰੱਥਾ ਹੈ, ਇਹ ਉਹਦੇ ਤੇ ਜਿਹੜਾ ਹੈ ਅਸਰ ਕਰਦਾ। ਅਸੀਂ ਇੱਕ ਫਿਲਮ ਦੇਖ ਕੇ ਆਉਂਦੇ ਹਾਂ, ਅਸੀਂ ਇੱਕ ਨਾਟਕ ਚਲੋ ਅਸੀਂ ਦੇਖ ਕੇ ਆਉਂਦੇ ਹਾਂ। ਇੱਕ ਦਰਸ਼ਕ ਉਹ ਹੈ, ਸਰੋਤਾ ਉਹ ਹੈ ਜਿਹਦੇ ਉਹ ਸਾਰੇ ਨਾਟਕ ਦੇ ਡਾਇਲਾਗ, ਸਾਰੀਆਂ ਸਿਚੁਏਸ਼ਨ, ਸਾਰੇ ਪਾਤਰਾਂ ਦਾ ਕਿੱਥੇ ਕੀ ਹੈ ਉਹ ਯਾਦ ਹੁੰਦਾ। ਇੱਕ ਹੁੰਦਾ ਵੀ ਚਲੋ ਠੀਕ ਹੈ, ਹੋ ਗਿਆ, ਬਸ ਆ ਗਏ। ਇਹ ਹੈ ਵੀ ਮੈਂ ਜਿਹੜਾ ਜ਼ਿਆਦਾ ਸਿੱਖਿਆ ਉਹ ਮੈਂ ਆਲੇ ਦੁਆਲੇ ਦੇ ਵਿੱਚੋਂ ਸਿੱਖਿਆ। ਆਪਣੇ ਮੇਰੇ ਦਾਦਾ ਜੀ ਸੀ, ਉਹ ਅਕਸਰ ਜਿਹੜੀਆਂ ਸੀਗੀਆਂ ਕਹਾਵਤਾਂ, ਜਿਹਨੂੰ ਆਪਾਂ ਅਖੌਤਾਂ ਕਹਿੰਦੇ ਹਾਂ, ਉਹ ਹਰੇਕ ਗੱਲ ਤੇ ਅਖੌਤ ਨਾਲ ਗੱਲ ਕਰਦੇ ਸੀ। ਮੇਰੇ ਦਾਦੀ ਜੀ ਸੀ, ਤੇ ਉਹ ਜਿਹੜੀ ਸੀ ਮੁਹਾਵਰਾ ਸਾਡੇ ਭਾਸ਼ਾ ਦੇ ਵਿੱਚ ਆਮ ਹੀ ਕਹਿੰਦੇ ਆ। ਮੇਰੇ ਤਾਏ ਚਾਚੇ ਸੀ, ਉਹ ਕਿਉਂਕਿ ਹਮੇਸ਼ਾ ਹੀ ਗੱਲ ਜਦੋਂ ਕੰਮ ਕਰਦੇ ਸੀ ਆਪਣਾ ਲਹਾਰੇ ਤਰਖਾਣੇ ਦਾ, ਤੇ ਉੱਥੇ ਉਹ ਗੱਲ ਹੀ ਸਾਰੀ ਮੁਹਾਵਰੇਦਾਰ ਕਰਦੇ ਸੀਗੇ, ਤੇ ਉੱਥੋਂ ਤੁਹਾਨੂੰ ਇਹ ਜਿਹੜੀਆਂ ਗੱਲਾਂ ਜ਼ਿਆਦਾ ਗ੍ਰਾਸਪ ਹੋਣਗੀਆਂ। ਬਿਲਕੁਲ। ਰੁਪਾਲ, ਮੈਂ ਇੱਕ ਦੇਖਿਆ ਕਿ ਤੁਸੀਂ, ਕਿਉਂਕਿ ਬੇਸ਼ੱਕ ਮਾਲਵੇ ਨੂੰ ਬਿਲੋਂਗ ਕਰਦੇ ਹੋ, ਪਰ ਤੁਹਾਨੂੰ ਜਿਹੜੀ ਇਹ ਲੋਕ ਕਲਾਵਾਂ ਬਾਰੇ, ਗੀਤਕਾਰੀ ਬਾਰੇ, ਤੁਹਾਨੂੰ ਮਾਝੇ ਬਾਰੇ ਵੀ ਓਨੀ ਜਾਣਕਾਰੀ ਹੈ, ਦੁਆਬੇ ਬਾਰੇ ਵੀ ਓਨੀ ਜਾਣਕਾਰੀ ਹੈ ਨਾ, ਪੁਆਧ ਬਾਰੇ ਵੀ ਓਨੀ ਜਾਣਕਾਰੀ ਹੈ। ਇਹ ਸਾਰਾ ਕੁਝ ਤੁਸੀਂ ਕੀ ਸਟੱਡੀ ਕੀਤਾ, ਜਾਂ ਇਹ ਵੀ ਤੁਸੀਂ ਏਦਾਂ ਹੀ ਸੁਣ ਕੇ, ਜਾਂ ਕਿਧਰੋਂ ਕਿਸ ਤਰ੍ਹਾਂ ਜਾਣਕਾਰੀ ਏਡੀ ਤੁਹਾਨੂੰ ਹਾਸਲ ਹੋਈ? ਇਹ ਸਾਰਾ ਉਹ ਧਾਲੀਵਾਲ ਸਾਹਿਬ ਇਸ ਤਰ੍ਹਾਂ ਹੀ ਆ ਅਸਲ ਦੇ ਵਿੱਚ। ਵੈਸੇ ਤਾਂ ਠੀਕ ਆ, ਆਪਾਂ ਪੰਜਾਬ ਨੂੰ ਏਦਾਂ ਖਿੱਤਿਆਂ ਦੇ ਵਿੱਚ ਵੰਡ ਲੈਂਦੇ ਹਾਂ, ਮਾਲਵਾ, ਦੁਆਬਾ, ਪੁਆਧ, ਮੁਲਤਾਨ, ਹਨਾ, ਜੋ ਵੀ ਹੈ। ਪਰ ਇਹ ਹੈਗਾ ਵੀ ਪੰਜਾਬ ਦਾ ਕਰੈਕਟਰ ਵੈਸੇ ਇੱਕੋ ਹੀ ਹੈ। ਬੇਸਿਕਲੀ ਜਿਹੜਾ ਕਿਰਦਾਰ ਹੈ ਪੰਜਾਬ ਦਾ, ਜਿਹੜਾ ਸੁਭਾਅ ਹੈ, ਉਹ ਇੱਕੋ ਹੀ ਹੈ। ਹਾਂ, ਇਹ ਗੱਲ ਬਿਲਕੁਲ ਤੁਹਾਡੀ ਦਰੁਸਤ ਹੈ ਵੀ ਜਿਹੜੀ ਸ਼ਬਦਾਵਲੀ ਹੈ, ਜਿਹੜੀ ਡਿਕਸ਼ਨ ਹੈ, ਉਹ 'ਚ ਬਹੁਤ ਫਰਕ ਹੈ। ਤੇ ਜਿਹੜੇ ਸ਼ਬਦ ਮਾਝੇ ਦੇ ਵਿੱਚ ਵਰਤਦੇ ਆ, ਉਹ ਮਾਲਵੇ ਦੇ ਵਿੱਚ ਨਹੀਂ ਵਰਤਦੇ, ਤੇ ਜਾਂ ਦੁਆਬੇ ਦੇ ਵਿੱਚ ਨਹੀਂ ਵਰਤਦੇ, ਜਾਂ ਵਿੱਚ ਵਿਚਾਲੇ ਜਿੱਥੇ ਕਿਤੇ ਭਾਸ਼ਾ ਦਾ ਜਿਹੜਾ ਹੈਗਾ ਬਣਦਾ ਲਿੰਕ ਜੁੜਦਾ, ਉੱਥੇ ਉਹ ਸ਼ਬਦ ਜਾਂਦੇ ਆ। ਜਦੋਂ ਮੈਂ ਪੱਤਰਕਾਰੀ 'ਚ ਆਇਆ ਖਾਸ ਕਰਕੇ,
ਮੈਨੂੰ ਥੋੜਾ ਚਿਰ ਅੰਮ੍ਰਿਤਸਰ ਰਹਿਣ ਦਾ ਮੌਕਾ ਵੀ ਮਿਲਿਆ ਤੇ ਜਦੋਂ ਕਿਉਂਕਿ ਜਦੋਂ ਤੁਸੀਂ ਕਿਸੇ ਵਰਤਾਰੇ ਨੂੰ ਨੀਝ ਨਾਲ ਦੇਖਦੇ ਹੋ ਤੇ ਫਿਰ ਤੁਹਾਨੂੰ ਪੜ੍ਹਨ ਦਾ ਮੌਕਾ ਵੀ ਮਿਲ ਜਾਂਦਾ ਹੈ ਤੇ ਪਰ ਕਮਾਲ ਦੀ ਗੱਲ ਤਾਂ ਇਹ ਵੀ ਜਿਹੜੇ ਪਹਿਲੇ ਨਾਵਲ ਮੈਂ ਪੜ੍ਹੇ ਸਕੂਲ 'ਚ ਪੜ੍ਹਦੇ ਨੇ ਉਹ ਨਾਨਕ ਸਿੰਘ ਹੋਰਾਂ ਦੇ ਲਿਖੇ ਹੋਏ ਸੀ। ਜਿਹੜੀਆਂ ਪਹਿਲੀਆਂ ਲਿਖਤਾਂ ਪੜ੍ਹੀਆਂ ਉਹ ਗੁਰਬਖਸ਼ ਸਿੰਘ ਹੋਰਾਂ ਦੀਆਂ ਲਿਖੀਆਂ ਹੋਈਆਂ ਸੀ ਤੇ ਨਾਨਕ ਸਿੰਘ ਹੋਰਾਂ ਨੇ ਮਾਝੀ ਬੋਲੀ ਦਾ ਜਿਹੜਾ ਹੈ ਬਹੁਤ ਕਮਾਲ ਦਾ ਜਿਹੜੇ ਆਪਣੇ ਨਾਵਲਾਂ ਦੇ ਵਿੱਚ ਉਹ ਕੀਤੀ ਤੇ ਉੱਥੋਂ ਤੁਸੀਂ ਕਿੰਨੇ ਹੀ ਜਿਹੜੇ ਸ਼ਬਦ ਹੈ ਮਤੇ ਇਸ ਤਰ੍ਹਾਂ ਹੋ ਜਾਏ ਹਨਾ ਸਾਡੇ ਮਾਲਵੇ ਵਿੱਚ ਏਦਾਂ ਨਹੀਂ ਵਰਤਦੇ ਤੇ ਉਹ ਤੁਸੀਂ ਉੱਥੋਂ ਜਿਹੜੀ ਹੈ ਉਹ ਲੈ ਲੈਂਦੇ ਆ ਤੇ ਜਦੋਂ ਮੈਂ ਚੰਡੀਗੜ੍ਹ ਆਇਆ ਮੈਨੂੰ ਬੜਾ ਤੁਸੀਂ ਪੁਆਧ ਦੀ ਗੱਲ ਕੀਤੀ ਮੈਨੂੰ ਬੜਾ ਅਜੀਬ ਲੱਗਿਆ ਕਰੇ ਕਿਉਂਕਿ ਮੈਂ ਇੱਥੇ ਸੰਪਾਦਕ ਸੀਗਾ ਇੱਕ ਸਰਕਾਰੀ ਮੈਗਜ਼ੀਨ ਦਾ ਜਿਹੜੀ ਉਹ ਪ੍ਰੈਸ ਤੋਂ ਛਪਦਾ ਸੀ ਉਹ ਬੰਦੇ ਸਰਦਾਰ ਦਾੜੀਆਂ ਵਾਲੇ ਇੱਕ ਦੋ ਅੰਮ੍ਰਿਤਧਾਰੀ ਵੀ ਤੇ ਉਹ ਬੋਲੇ ਏਦਾਂ ਕਰਨ ਸਰਦਾਰ ਆਪਣਾ ਐਡੀਟਰ ਸਾਹਿਬ ਕਿਆ ਗੱਲ ਕਰਾਂ ਤੂੰ ਤਾਂ ਉਹ ਕਿਹਾ ਮੈਂ ਕਿਹਾ ਵੀ ਇਹ ਕਿਹੜੀ ਭਾਸ਼ਾ ਹੈ ਤੇ ਮੈਂ ਇੱਕ ਦਿਨ ਫਿਰ ਉਹਨੂੰ ਬਿਠਾ ਕੇ ਪੁੱਛਿਆ ਵੀ ਇਹ ਕਹਿੰਦੇ ਜੀ ਹਮਾਰੇ ਪੁਆਧ ਕੀ ਭਾਸ਼ਾ ਹੈ ਤੇ ਮੈਂ ਕਿਹਾ ਜੀ ਉਹ ਫਿਰ ਮੈਨੂੰ ਹੌਲੀ ਹੌਲੀ ਕਿਉਂਕਿ ਮੈਂ ਉਹਨਾਂ ਨਾਲ ਰਲ ਮਿਲਣ ਕਰਕੇ ਉਹਨਾਂ ਦੀਆਂ ਗੱਲਾਂ ਸੁਣਨ ਕਰਕੇ ਮੈਨੂੰ ਚੰਗੀਆਂ ਲੱਗਣ ਲੱਗੀਆਂ ਫਿਰ ਇੱਕ ਦੋ ਵਾਰੀ ਮੈਂ ਪੁੱਛਿਆ ਵੀ ਤੁਹਾਡੇ ਗੀਤ ਵੀ ਇਸ ਭਾਸ਼ਾ ਦੇ ਵਿੱਚ ਕਿਸ ਤਰ੍ਹਾਂ ਦੇ ਉਹ ਕਹਿੰਦੇ ਹਾਂ ਹੈਗੇ ਆ ਤੇ ਮੈਨੂੰ ਉਹ ਬੜਾ ਵਧੀਆ ਲੱਗਿਆ ਤੇ ਫਿਰ ਜਿਹੜਾ ਜਿੱਥੋਂ ਮੇਰਾ ਪੁਆਧੀ ਅਖਾੜੇ ਨਾਲ ਜਾਂ ਪੁਆਧੀ ਜਲਸੇ ਨਾਲ ਜਿਹੜਾ ਵਾਹ ਪਿਆ ਉਹਨਾਂ ਨੇ ਮੈਨੂੰ ਦੱਸਿਆ ਵੀ ਸਾਡੇ ਇਲਾਕੇ ਦਾ ਬਹੁਤ ਵੱਡਾ ਇੱਕ ਵਿਦਵਾਨ ਹੋਇਆ ਤੇ ਆਸਾਰਾਮ ਵੈਦਵਾਨ ਵੀ ਮਹਾਰਾਜੇ ਪਟਿਆਲੇ ਨੂੰ ਉਹਨੇ ਚੁੱਪ ਕਰਾਤਾ ਸੀ ਤੇ ਫਿਰ ਮੈਨੂੰ ਥੋੜੀ ਜਿਹੀ ਜਗਿਆਸਾ ਹੋਈ ਉਹਨਾਂ ਬਾਰੇ ਜਾਣਨ ਦੀ ਫਿਰ ਇੱਥੋਂ ਦੇ ਸ਼ਬਦਾਵਲੀ ਇੱਥੋਂ ਦੀ ਭਾਸ਼ਾ ਇੱਥੋਂ ਦਾ ਸੁਭਾਅ ਇੱਥੋਂ ਦੇ ਰਿਵਾਜ ਇੱਥੋਂ ਦੇ ਮੇਲੇ ਫਿਰ ਉਹਦੇ ਬਾਰੇ ਹੋਇਆ। ਦੂਸਰੀ ਗੱਲ ਢਾਲੀਵਾਲ ਸਾਹਿਬ ਮੈਂ ਇੱਕ ਗੱਲ ਸਮਝਦਾ ਵੀ ਜਿਹੜੇ ਯੂਥ ਫੈਸਟੀਵਲ ਨੇ ਨਾ ਯੁਵਕ ਮੇਲੇ ਨੇ ਇਹਨਾਂ ਦੇ ਬਹੁਤ ਵੱਡਾ ਯੋਗਦਾਨ ਹੈ ਇਹਨਾਂ ਕੰਮਾਂ ਦੇ ਵਿੱਚ ਜਦੋਂ ਵੀ ਤੁਸੀਂ ਭਾਵੇਂ ਇੱਕ ਕਲਾਕਾਰ ਦੇ ਤੌਰ ਤੇ ਭਾਵੇਂ ਇੱਕ ਭੰਗੜੇ ਗਿੱਧੇ ਦੇ ਨਰਤਕ ਦੇ ਤੌਰ ਤੇ ਸ਼ਾਮਲ ਹੁੰਦੇ ਹੋ ਤੇ ਉਸ ਤੋਂ ਬਾਅਦ ਜਦੋਂ ਤੁਹਾਡੇ ਲਈ ਇੱਕ ਦਰਵਾਜ਼ਾ ਖੁੱਲਦਾ ਹੈ ਕਲਾ ਦਾ ਤੇ ਉਸ ਤੋਂ ਬਾਅਦ ਤੁਸੀਂ ਦੇਖਣਾ ਵੀ ਤੁਸੀਂ ਅੱਗੇ ਕਿੰਨਾ ਕੁ ਜਾਣਾ ਤੇ ਹੁਣ ਤੁਹਾਨੂੰ ਇੱਕ ਜੰਗਲ ਦਾ ਰਸਤਾ ਮਿਲ ਗਿਆ ਅੱਗੇ ਤੁਹਾਡਾ ਜ਼ੇਰਾ ਹੈ ਨਾ ਤੁਸੀਂ ਜੰਗਲ ਦੇ ਵਿੱਚ ਉਸ ਜੰਗਲ ਨੂੰ ਕਿੰਨਾ ਕੁ ਫਰੋਲਣਾ ਜਾ ਕੇ ਤੇ ਉਹਦੇ ਜੜੀਆਂ ਬੂਟੀਆਂ ਵੀ ਰੁਪਾਲ ਜਦੋਂ ਤੁਹਾਨੂੰ ਇਹ ਰਸਤਾ ਮਿਲਦਾ ਗਿਆ ਤੇ ਤੁਸੀਂ ਵਿਚਕਾਰੋਂ ਇੱਕ ਵਾਰੀ ਦਿੱਲੀ ਵੀ ਚਲੇ ਗਏ ਦਿੱਲੀ ਵਿੱਚ ਕੋਈ ਦੇਰ ਤੁਸੀਂ ਉੱਥੇ ਵੀ ਕੰਮ ਕੀਤਾ ਉਧਰ ਜਾਣਾ ਕਿੱਦਾਂ ਹੋਇਆ ਤੁਸੀਂ ਮਾਨਸੇ ਤੋਂ ਪਟਿਆਲਾ ਪਟਿਆਲੇ ਤੋਂ ਚੰਡੀਗੜ੍ਹ ਤੋਂ ਅਸਲ ਦੇ ਵਿੱਚ ਤਾਂ ਮੈਂ ਮੇਰੇ ਗੁਰੂ ਅਜਮੇਰ ਸਿੰਘ ਔਲਖ ਅੱਜ ਨਹੀਂ ਤੇ ਉਹ ਮੇਰਾ ਖਿਆਲ ਬਹੁਤ ਉਹਨਾਂ ਨੂੰ ਇਸ ਗੱਲ ਦੀ ਚਾਹ ਹੋਣਾ ਸੀ ਖੁਸ਼ੀ ਹੋਣੀ ਸੀ ਅਸਲ ਦੇ ਵਿੱਚ ਮੇਰਾ ਇਹ ਸਾਰੇ ਰਾਹ ਥੀਏਟਰ ਨੇ ਖੋਲੇ ਥੀਏਟਰ ਨੇ ਇਸ ਤਰ੍ਹਾਂ ਖੋਲੇ ਵੀ ਜਦੋਂ ਅਸੀਂ ਨਾਟਕ ਕਰਨੇ ਸ਼ੁਰੂ ਕੀਤੇ ਤੇ ਔਲਖ ਸਾਹਿਬ ਨੇ ਮੇਰੀ ਡਿਊਟੀ ਲਾਈ ਵੀ ਜਦੋਂ ਆਪਾਂ ਨਾਟਕ ਕਿਤੇ ਕਰਦੇ ਨਾ ਤੂੰ ਉਹਦੀ ਖਬਰ ਬਣਾਇਆ ਕਰ ਇੱਕ ਪ੍ਰੈਸ ਨੋਟ ਬਣਾਇਆ ਕਰ ਤੇ ਵੀ ਆਪਾਂ ਫਿਰ ਪੱਤਰਕਾਰਾਂ ਨੂੰ ਦਿਆ ਕਰਾਂਗੇ ਉਹ ਜਦੋਂ ਖਬਰ ਤੋਂ ਮੈਨੂੰ ਪੁੱਛ ਪੈ ਗਿਆ ਵੀ ਇਸ ਤਰ੍ਹਾਂ ਹੁੰਦਾ ਉਹ ਪਿਆ ਤੇ ਮੈਂ ਫਿਰ ਫੀਚਰ ਲਿਖਣੇ ਸ਼ੁਰੂ ਕਰਤੇ ਅਖਬਾਰਾਂ ਨੂੰ ਕਿਸੇ ਕਿਤੇ ਅਸੀਂ ਸਾਡੀ ਪਰਫਾਰਮੈਂਸ ਹੋਣੀ ਕਿਤੇ ਵੈਸੇ ਕੋਈ ਕਲਚਰ ਦੀ ਪਰਫਾਰਮੈਂਸ ਹੋਣੀ ਦੇ ਬਾਰੇ ਉਹ ਜਦੋਂ ਤੁਹਾਡੇ ਅਖਬਾਰਾਂ 'ਚ ਉਸ ਉਮਰ ਦੇ ਵਿੱਚ ਜਦੋਂ ਬੰਦੇ ਦਾ 20-22 ਸਾਲ ਦੀ ਉਮਰ ਹੋਵੇ ਉਦੋਂ ਤੁਹਾਡਾ ਨਾਂ ਆਉਣ ਲੱਗ ਜੇ ਨਾਂ ਛਪਣ ਲੱਗ ਜੇ ਇੱਕ ਬੰਦੇ ਦੀ ਇੱਕ ਵੱਖਰੀ ਉਹਨੂੰ ਉਹਦਾ ਇੱਕ ਚਾਅ ਹੁੰਦਾ ਹੋਰ ਹੈ ਤੇ ਉੱਥੋਂ ਮੇਰਾ ਇੱਕ ਇਹ ਇੱਕ ਰਸਤਾ ਬਣਿਆ ਪੱਤਰਕਾਰੀ ਵਾਲੇ ਪਾਸੇ ਤੇ ਮੇਰਾ ਫਿਰ ਦਿਲ ਕੀਤਾ ਮੈਂ ਪੱਤਰਕਾਰੀ ਜਾਵਾਂ ਫਿਰ ਮੈਨੂੰ ਮੇਰੇ ਸੀਨੀਅਰ ਸੀਗੇ ਉਹਨਾਂ ਨਾਲ ਅਸੀਂ ਮਿਲ ਕੇ 6 ਮਹੀਨੇ ਇੱਕ ਪੇਪਰ ਵੀ ਚਲਾਇਆ ਗਿਆਨ ਕੋਸ਼ ਤੇ ਅਸ਼ੋਕ ਸਦਿਉੜਾ ਉਹ ਪਹਿਲਾਂ ਪਾਸ ਆਊਟ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਟੌਪਰ ਸੀਗੇ ਉੱਥੋਂ ਦੇ ਉਹ ਕਹਿੰਦੇ ਵੀ ਠੀਕ ਹੈ ਤੈਨੂੰ ਕਰ ਲੈਣੀ ਚਾਹੀਦੀ ਹੈ ਮੈਂ ਪੱਤਰਕਾਰੀ 'ਚ ਮੇਰਾ ਦਾਖਲਾ ਹੋ ਗਿਆ ਤੇ ਜਦੋਂ ਪੱਤਰਕਾਰੀ 'ਚ ਪਿਆ ਮੈਂ ਪੱਤਰਕਾਰੀ ਵਾਲੇ ਪਾਸੇ ਆਇਆ ਥੀਏਟਰ ਫਿਰ ਵੀ ਨਹੀਂ ਛੱਡਿਆ ਤੇ ਜਦੋਂ ਪੱਤਰਕਾਰੀ 'ਚ ਮੈਂ ਤਾਂ ਸਿਰਫ ਪਹਿਲਾਂ ਅਖਬਾਰਾਂ 'ਚ ਖਬਰਾਂ ਲਿਖਣਾ ਜਾਂ ਹੋਰ ਤਾਂ ਜਦੋਂ ਮੈਂ ਇੱਕ ਅਕੈਡੈਮਿਕ ਜਿਹੜਾ ਸੀ ਸਾਰਾ ਉਸ ਸਿਸਟਮ ਦੇ ਵਿੱਚ ਆਇਆ ਮੈਨੂੰ ਪਤਾ ਲੱਗਿਆ ਪੱਤਰਕਾਰੀ ਟੈਲੀਵਿਜ਼ਨ ਦੀ ਵੀ ਹੁੰਦੀ ਹੈ ਪੱਤਰਕਾਰੀ ਰੇਡੀਓ ਦੀ ਵੀ ਹੁੰਦੀ ਹੈ ਪੱਤਰਕਾਰੀ ਫਿਲਮਾਂ ਦੀ ਵੀ ਹੁੰਦੀ ਹੈ ਤੇ ਫਿਰ ਮੈਂ ਜਦੋਂ ਤੁਸੀਂ ਦਿੱਲੀ ਦਾ ਜਿਹੜਾ ਜ਼ਿਕਰ ਕੀਤਾ ਮੈਂ ਤਾਂ ਇੱਥੇ ਪੰਜਾਬ ਸਰਕਾਰ ਦੇ ਮੈਗਜ਼ੀਨ ਦਾ ਸੰਪਾਦਕ ਸੀ ਆਲ ਇੰਡੀਆ ਰੇਡੀਓ ਨੇ ਨਿਊਜ਼ ਰੀਡਰ ਦੀਆਂ ਪੋਸਟਾਂ ਕੱਢੀਆਂ ਤੇ ਉੱਥੇ ਵੀ ਤੁਸੀਂ ਦੇਖੋ ਵੀ ਕਿਉਂਕਿ ਮੈਨੂੰ ਜਿਹੜਾ ਬੋਲਣ ਦਾ ਜਾਂ ਉਚਾਰਨ ਦਾ ਜਿਹੜਾ ਮੁਹਾਵਰਾ ਉਹ ਮੇਰੇ ਕੋਲੇ ਰੰਗਮੰਚ ਤੋਂ ਆਇਆ ਤੇ ਉੱਥੇ ਮੇਰੀ ਸਿਲੈਕਸ਼ਨ ਹੋ ਗਈ ਤਾਂ ਮੈਂ ਦਿੱਲੀ ਚਲਾ ਗਿਆ ਹਾਲਾਂਕਿ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੁਹਾਨੂੰ ਦਿੱਲੀ ਰਹਿਣਾ ਪਏਗਾ ਮੈਂ ਕਿਹਾ ਵੀ ਕੋਈ ਗੱਲ ਨਹੀਂ ਤੇ ਦਿੱਲੀ ਦੋਸਤ ਕੁਝ ਪਹਿਲੇ ਸੀਗੇ ਕਿਉਂਕਿ ਉੱਥੇ ਪੰਜਾਬੀ ਅਕੈਡਮੀ ਦੇ ਵਿੱਚ ਅਸੀਂ ਨਾਟਕ ਕਰਨ ਜਾਂਦੇ ਸੀ ਤੇ ਕਈ ਵਾਰੀ ਤੁਹਾਡੇ ਕੋਲੇ NSD ਵੀ ਜਾਂਦੇ ਸੀ ਤੁਸੀਂ ਦਿੱਲੀ ਕਿਹੜੇ ਸਾਲਾਂ 'ਚ ਰਹੇ ਹੋ
ਮੈਂ 1996 ਦੇ ਵਿੱਚ ਦਿੱਲੀ ਜਾ ਕੇ ਜੁਆਇਨ ਕੀਤਾ ਜੀ। ਅੱਛਾ। 1996 ਤੋਂ ਲੈ ਕੇ 2002 ਤੱਕ ਮੈਂ ਫਿਰ ਦਿੱਲੀ ਰਿਹਾ। ਹਾਂ। ਦਿੱਲੀ ਹਾਲਾਂਕਿ ਮੇਰੀ ਉੱਥੇ ਪੋਸਟ ਰੇਡੀਓ ਤੇ ਨਿਊਜ਼ ਰੀਡਰ ਦੀ ਸੀਗੀ, ਤੇ ਪਰ ਇਹ ਹੈ ਵੀ ਦਿੱਲੀ ਮੇਰੀ ਜ਼ਿਆਦਾ ਐਕਟੀਵਿਟੀ ਹੋ ਗਈ ਅਕੈਡਮੀ ਕਰਕੇ। ਹਾਂ। ਤੇ ਦਿੱਲੀ ਉਦੋਂ ਪ੍ਰੀਤਮ ਸਿੰਘ ਬੱਤਰਾ ਸਕੱਤਰ ਸੀਗੇ, ਤੇ ਰਵੇਲ ਸਿੰਘ ਮੇਰੇ ਕੁਲੀਗ ਸੀਗੇ। ਰਵੇਲ ਸਿੰਘ ਦੀ ਮੇਰੀ ਸਿਲੈਕਸ਼ਨ ਇਕੱਠੀ ਹੋਈ ਸੀ, ਤੇ ਰਵੇਲ ਸਿੰਘ ਬਹੁਤਾ ਸਮਾਂ ਨਹੀਂ ਰਹੇ ਮੇਰੇ ਨਾਲ। 2 ਸਾਲ ਤੋਂ ਬਾਅਦ ਉੱਥੇ ਪੋਸਟ ਖਾਲੀ ਹੋ ਗਏ, ਸੈਕਟਰੀ ਪੰਜਾਬੀ ਅਕੈਡਮੀ ਬਣ ਕੇ ਉੱਥੇ ਚਲੇ ਗਏ। ਤੇ ਜਦੋਂ ਰਵੇਲ ਸਿੰਘ ਚਲੇ ਗਏ ਤਾਂ ਉਹਨਾਂ ਨੇ ਵੀ ਮੈਨੂੰ ਬੜਾ ਮੌਕਾ ਦਿੱਤਾ ਇਸ ਕਲਚਰ ਵਾਲੇ ਪਾਸੇ, ਰੰਗਮੰਚ ਵਾਲੇ ਪਾਸੇ, ਕਿਉਂਕਿ ਉੱਥੇ ਪੰਜਾਬੀ ਦੀਆਂ ਥੀਏਟਰ ਦੀਆਂ ਵਰਕਸ਼ਾਪ ਹੁੰਦੀਆਂ ਸੀ। ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਵਰਕਸ਼ਾਪ ਲਾਓ ਬੱਚਿਆਂ ਨਾਲ, ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਇੱਕ ਵਾਰੀ ਮੈਨੂੰ ਸਲਮਸ ਦੇ ਬੱਚਿਆਂ ਨਾਲ ਵਰਕਸ਼ਾਪ ਲਾਉਣ ਦਾ ਮੌਕਾ ਮਿਲਿਆ। ਤੇ ਮੈਨੂੰ ਪਹਿਲੀ ਵਾਰੀ ਇਹ ਮਹਿਸੂਸ ਹੋਇਆ ਵੀ ਪੰਜਾਬੀ ਵੀ ਸਲਮਸ ਦੇ ਵਿੱਚ ਰਹਿੰਦੇ ਆ ਤੇ ਦਿੱਲੀ ਦੇ ਵਿੱਚ। ਪਹਿਲਾਂ ਤਾਂ ਮੈਨੂੰ ਇਹ ਸੀ ਸ਼ਾਇਦ ਜ਼ਿਆਦਾ ਉੱਥੇ ਯੂਪੀ ਦਾ ਜਿਵੇਂ ਹਾਰ ਦੇ ਲੋਕ ਨੇ, ਤੇ ਉਦੋਂ ਮੈਨੂੰ ਮੌਕਾ ਮਿਲਿਆ। ਫਿਰ ਥੀਏਟਰ ਨਾਲ ਮੈਂ ਕਿਵੇਂ ਨਾ ਕਿਸੇ ਨਾਲ ਤਰੀਕੇ ਨਾਲ ਮੈਂ ਜੁੜਿਆ ਹੀ ਰਿਹਾ ਦਿੱਲੀ ਰਹਿੰਦਿਆਂ ਵੀ। ਤੇ ਫਿਰ ਤੁਸੀਂ 2002 ਚ ਚੰਡੀਗੜ੍ਹ ਵਾਪਸ ਆ ਗਏ ਫਿਰ ਇੱਥੇ? ਹਾਂਜੀ ਹਾਂਜੀ। ਇੱਥੇ ਆ ਕੇ ਫਿਰ ਰੇਡੀਓ ਜੁਆਇਨ ਕੀਤਾ ਕੰਟੀਨਿਊ ਉੱਥੇ? ਹਾਂਜੀ, ਮੇਰੀ ਟ੍ਰਾਂਸਫਰ ਇੱਥੇ ਹੋ ਗਈ। ਟ੍ਰਾਂਸਫਰ ਮੈਂ ਇੱਥੇ ਚੰਡੀਗੜ੍ਹ ਰਿਹਾ, ਚੰਡੀਗੜ੍ਹ ਜੁਆਇਨ ਕੀਤਾ। ਚੰਡੀਗੜ੍ਹ ਵੀ ਮੇਰੀ ਜੌਬ ਇਹੀ ਰਹੀ ਜਿਹੜੀ ਦਿੱਲੀ ਸੀ, ਤੇ ਪਰ ਨਾਲ ਮੈਂ ਇੱਥੇ ਫਿਰ ਐਕਟੀਵਿਟੀ ਜਿਹੜੀ ਸੀ ਉਹ ਥੋੜੀ ਮੈਂ ਜਾਰੀ ਰੱਖੀ। ਤੇ ਉਹ ਐਕਟੀਵਿਟੀ ਇਸ ਤਰ੍ਹਾਂ ਹੋਈ, ਇੱਥੇ ਮੇਰੇ ਆਉਣ ਤੋਂ ਪਹਿਲਾਂ ਹੀ ਮਾਲਵਾ ਕਲਚਰ ਐਂਡ ਸੋਸ਼ਲ ਵੈਲਫੇਅਰ ਸੁਸਾਇਟੀ ਬਣੀ ਹੋਈ ਸੀ, ਤੇ ਮੇਰੇ ਦੋਸਤ NSS ਦੇ ਮੇਰੇ ਸਾਥੀ ਸੀਗੇ ਰਾਮਪੁਰਾ ਫੂਲ ਕਾਲਜ ਦੇ ਹਰਬੰਸ ਸਿੰਘ ਸਿੱਧੂ, ਤੇ ਉਹ ਐਕਟਿਵ ਸੀਗੇ ਬਲੱਡ ਡੋਨੇਸ਼ਨ ਵਗੈਰਾ ਦੇ ਵਿੱਚ, ਅਸੀਂ ਵੀ ਸੀ। ਤੇ ਉਹ ਜਦੋਂ ਇੱਥੇ ਸੁਸਾਇਟੀ ਦਾ ਬਲੱਡ ਡੋਨੇਸ਼ਨ ਦਾ ਕੈਂਪ ਲਾਉਂਦੇ ਸੀ ਤਾਂ ਮੈਂ ਤੇ ਮੇਰੀ ਧਰਮ ਪਤਨੀ ਅਸੀਂ ਦੋਨੇ ਉੱਥੇ ਖੂਨਦਾਨ ਕੈਂਪ ਦੇ ਵਿੱਚ ਖੂਨ ਦੇਣ ਜਾਂਦੇ ਸੀ। ਤੇ ਅਸੀਂ ਹਰਬੰਸ ਕਰਕੇ ਸਾਡਾ ਸੀ, ਤੇ ਜਦੋਂ ਕਿਉਂਕਿ ਹਰਬੰਸ ਨੂੰ ਮੇਰਾ ਪਤਾ ਸੀ ਵੀ ਇਹ ਥੀਏਟਰ ਦੀ ਐਕਟੀਵਿਟੀ ਨਾਲ ਜੁੜਿਆ ਹੋਇਆ ਹੈ, ਤੇ ਉਹ ਕਹਿੰਦਾ ਵੀ ਅਸੀਂ ਇੱਕ ਫਿਲਮ ਤਿਆਰ ਕੀਤੀ ਹੈ ਕੁੜੀ, ਤੁਹਾਨੂੰ ਅਸੀਂ ਇਹ ਦਿਖਾਵਾਂਗੇ, ਉਹਦੀ CD ਦਿਖਾਵਾਂਗੇ ਸੁਸਾਇਟੀ ਨੇ। ਤੇ ਚਲੋ ਮੈਂ CD ਦਿਖਾਈ। ਮੈਂ ਜਿੱਦਾਂ ਤੁਹਾਨੂੰ ਦੱਸਿਆ ਮੇਰਾ ਸੁਭਾਅ ਹੈ, ਮੈਂ ਛੇਤੀ ਕੀਤੇ ਰਿਐਕਟ ਨਹੀਂ ਕਰਦਾ ਕੋਈ ਗੱਲ, ਤੇ ਮੈਨੂੰ ਲੱਗਿਆ ਵੀ ਇਸ ਤੇ ਹੋਰ ਵਧੀਆ ਮਿਹਨਤ ਹੋ ਸਕਦੀ ਸੀ ਹੋਰ, ਤੇ ਮੈਂ ਉਹਨਾਂ ਨਾਲ ਜ਼ਿਕਰ ਵੀ ਕੀਤਾ। ਫਿਰ ਉਹਨਾਂ ਨੇ ਮੈਨੂੰ ਕਿਹਾ ਵੀ ਆਪਾਂ ਮਲਵਈ ਗਿੱਧਾ ਤਿਆਰ ਕਰਨਾ ਆਪਾਂ ਮਾਲਵੇ ਦੇ, ਸਾਡੀ ਬੜੇ ਚਿਰ ਦੀ ਇੱਛਾ ਹੈ। ਅਸਲ ਸ਼ੁਰੂਆਤ ਜਿਹੜੀ ਦੁਬਾਰਾ ਲੋਕ ਕਲਾਵਾਂ ਵਾਲੇ ਪਾਸੇ ਜੁੜਨ ਦੀ ਹੈ ਨਾ ਜੀ, ਉਸ ਮਲਵਈ ਗਿੱਧੇ ਨੇ ਕੀਤੀ। ਤੇ ਫਿਰ ਇੱਥੇ ਮਲਵਈ ਗਿੱਧੇ ਦੀ ਬਾਬਿਆਂ ਦੀ ਅਸੀਂ ਟੀਮ ਬਣਾਈ, ਬਹੁਤ ਮਿਹਨਤ ਕੀਤੀ, ਤੇ ਉਹ ਸਾਰਿਆਂ ਨੂੰ ਹੌਲੀ ਹੌਲੀ ਚਲਾਇਆ। ਸ਼ੌਕ ਤਾਂ ਸਾਰਿਆਂ ਦਾ ਸੀ, ਪਰ ਸਟੇਜ ਤੇ ਜਿਹੜੀ ਪਰਫਾਰਮੈਂਸ ਤੇ ਸ਼ੌਕ ਉਹ ਦੋਨੇ ਅੱਡ ਅੱਡ ਚੀਜ਼ਾਂ ਨੇ। ਹਾਂਜੀ, ਆ ਗਏ ਰੁਪਾਲ ਜੀ। ਰੁਪਾਲ ਜੀ ਆ ਰਹੀ ਆਵਾਜ਼ ਜੀ? ਹਾਂਜੀ ਹਾਂਜੀ ਹਾਂ। ਤੇ ਰੁਪਾਲ ਜੀ ਤੁਹਾਡੇ ਬਾਰੇ ਡਾਕਟਰ ਜਸਵਿੰਦਰ ਹੋਰੀ ਕੋਈ ਗੱਲ ਕਹਿਣੀ ਚਾਹ ਰਹੇ ਜੀ? ਹਾਂਜੀ ਹਾਂ। ਨਹੀਂ, ਮੈਂ ਨਾ ਹੁਣ ਇਹ ਚਾਹੁੰਦਾ ਸੀ ਵੀ ਹੁਣ ਰੁਪਾਲ ਸਾਹਿਬ ਆ ਗਏ ਨੇ, ਮੈਂ ਕਿਹਾ ਪਹਿਲਾਂ ਇਹਨਾਂ ਨੂੰ ਹੀ ਸੁਣਦੇ, ਆਪਾਂ ਬਾਅਦ ਚ ਕਰਾਂਗੇ ਗੱਲ। ਨਹੀਂ ਤੁਸੀਂ ਕਰੋ, ਤੁਹਾਨੂੰ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਇੱਕ ਵਾਰੀ ਨਾ ਕਿਉਂਕਿ ਰੁਪਾਲ ਸਾਹਿਬ ਮੈਂ ਨਾ ਇੱਕ ਵਾਰੀ ਆਪਾਂ ਨੇ ਸ਼ਾਜਲੀ ਮੇਲਾ ਲਾਇਆ ਸੀ। ਹਾਂਜੀ। ਲੋਕ ਸੰਗੀਤ ਮੇਲਾ ਸ਼ਾਜਲੀ ਲਾਇਆ ਪੰਜਾਬ ਸੰਗੀਤ ਨਾਟਕ ਅਕੈਡਮੀ ਵੱਲੋਂ। ਤਾਂ ਦੇਸ਼ਰਾਜ ਸ਼ਾਜਲੀ ਜੀ ਇੱਕ ਲੋਹਾਰ ਦੇ ਘਰੇ ਆਪਾਂ ਨੂੰ ਲੈ ਕੇ ਗਏ। ਹਾਂਜੀ। ਉਹ ਤੁਹਾਨੂੰ ਨਾ ਉਹਨਾਂ ਨੇ ਤੁਹਾਨੂੰ ਕਦੇ ਪਹਿਲਾਂ ਦੇਖਿਆ ਸੀ, ਨਾ ਉਹ ਤੁਹਾਡੇ ਤੋਂ ਜਾਣਦੇ ਸੀ। ਗੱਲ ਨਿਊਜ਼ ਰੀਡਰ ਤੋਂ ਚੱਲੀ ਸੀ। ਤਾਂ ਜਦੋਂ ਆਪਾਂ ਗਏ, ਕਹਿੰਦੇ ਵੀ ਮੈਂ ਤੁਹਾਨੂੰ ਇੱਕ ਬੜਾ ਪਿਆਰਾ ਪਾਤਰ ਮਿਲਾ ਕੇ ਲਿਆਉਣਾ ਸਾਡੇ ਪਿੰਡ ਦਾ। ਆਪਾਂ ਸਾਰੇ ਜਣੇ ਚਲੇ ਗਏ। ਹਾਂਜੀ ਹਾਂ। ਤਾਂ ਜਦੋਂ ਆਪਾਂ ਗੱਲਾਂ ਬਾਤਾਂ ਕੀਤੀਆਂ ਤਾਂ ਉਹਨਾਂ ਨੇ ਤੁਹਾਡੀਆਂ ਉਹ ਖਬਰਾਂ ਸੁਣਦੇ ਹੁੰਦੇ ਸੀ, ਔਰ ਉਹ ਤੁਹਾਡੇ ਉਚਾਰਨ ਦੇ ਬੜੇ ਕਾਇਲ ਸੀ, ਤੇ ਉਰਦੂ ਦੇ ਉਹ ਬੜੇ ਵਧੀਆ ਪਾਠਕ ਸੀਗੇ। ਮੁਹੰਮਦਨ ਸੀ ਆਪ। ਹਾਂ, ਮੁਹੰਮਦਨ ਸੀ ਉਰਦੂ ਦੇ, ਤੇ ਔਰ ਪੰਜਾਬੀ ਦੇ ਔਰ ਹਿੰਦੀ ਦੇ। ਇਹਦੇ ਉਚਾਰਨ ਦੇ ਉੱਤੇ ਉਹਨਾਂ ਦਾ ਬੜਾ ਕਮਾਲ ਦਾ ਜਿਹੜਾ ਪਕੜ ਸੀ। ਜਦੋਂ ਆਪਾਂ ਗੱਲਾਂ ਬਾਤਾਂ ਕਰਦੇ ਰਹੇ, ਸਾਜਲੀ ਸਾਹਿਬ ਨੇ ਕੁਛ ਨਹੀਂ ਦੱਸਿਆ ਵੀ ਇਹ ਕੌਣ ਨੇ। ਉਹ ਤੁਹਾਡੀ ਆਵਾਜ਼ ਜਦੋਂ ਤੁਸੀਂ 2-4 ਗੱਲਾਂ ਆਪਦੇ ਸੁਭਾਅ ਮੁਤਾਬਕ 2-4 ਗੱਲਾਂ ਹੀ ਕੀਤੀਆਂ, ਮੈਂ ਬੜਾ ਨੋਟ ਕਰ ਰਿਹਾ ਸੀ ਉਦੋਂ। ਜਦੋਂ ਤੁਸੀਂ 2-4 ਗੱਲਾਂ ਕੀਤੀਆਂ, ਉਹ ਕਹਿੰਦੇ ਇਹ ਤੇ ਕਹਿੰਦੇ ਕਿ ਦੇਸ਼ ਮੈਨੂੰ ਪ੍ਰੀਤਮ ਰੁਪਾਲ ਲੱਗਦਾ। ਤੁਹਾਡੀ ਆਵਾਜ਼, ਤੁਹਾਡਾ ਉਚਾਰਨ ਲਹਿਜਾ, ਤੇ ਤੁਹਾਡਾ ਜਿਹੜਾ ਉਚਾਰਨ ਦੀ ਜਿਹੜੀ ਕਿ ਆਮ ਭਾਸ਼ਾ ਦੇ ਵਿੱਚ ਵੀ ਤੁਹਾਡਾ ਜਿਹੜਾ ਜ਼ਾਬਤੇ ਦੀ ਗੱਲ, ਜਿਸ ਤਰ੍ਹਾਂ ਤੁਸੀਂ ਨਿਊਜ਼ ਦੀ ਗੱਲ ਦੱਸੀ, ਉਹ ਸੀ। ਇੱਕ ਗੱਲ ਹੋਰ ਸਰ, ਜਦੋਂ ਸਾਡੇ 92 ਦੇ ਵਿੱਚ ਤੁਸੀਂ ਇੱਕ ਸਾਡੇ ਇੱਥੇ ਮੇਲਾ ਲਾਇਆ ਸੀ ਗੁਰਚਰਨ ਸਮਾਘ ਹੋਰਾਂ ਦੀ ਅਗਵਾਈ ਦੇ ਵਿੱਚ, ਰਾਮਪੁਰਾ ਫੂਲ। ਹਾਂਜੀ ਹਾਂ।
ਉਹਦੇ ਵਿੱਚ ਤੁਸੀਂ ਤੇ ਗੁਰਦਰਸ਼ਨ ਬਾਈਆ ਜੀ ਹੋਰਾਂ ਨੇ ਜਦੋਂ ਮਾਡਰਨ ਮਿਰਜ਼ਾ ਤੇ ਜਿਹੜਾ ਉਹ ਪੇਸ਼ ਕਰਦੇ ਹੁੰਦੇ ਸੀ ਸਾਰਾ ਸਾਰੰਗੀ ਵਾਲਾ ਮਾਡਰਨ ਹੀਰ, ਉਦੋਂ ਮੈਂ +1 ਚ ਪੜ੍ਹਦਾ ਸੀ ਜੀ। ਅੱਛਾ ਅੱਛਾ। ਤੇ ਬੜੇ ਖੁਸ਼ ਹੋਏ। ਫਿਰ ਮੈਂ ਪੁੱਛਿਆ ਵੀ ਇੱਕ ਵਾਰੀ ਮੈਂ ਇਹ ਕੌਣ ਨੇ ਬੰਦੇ, ਫਿਰ ਉਹਨਾਂ ਨੇ ਮੈਨੂੰ ਦੱਸਿਆ, ਕਹਿੰਦੇ ਬਾਈਆ ਸਾਹਿਬ ਤਾਂ ਆਪਣੇ ਲਹਿਰੇ ਜੀ ਦੇ ਨਾਲ ਦੀ ਨੇ। ਤੇ ਉਦੋਂ ਮੁੜ ਕੇ ਚਲੋ ਗੱਲ ਆਈ ਗਈ ਹੋਗੀ। ਫਿਰ ਉਸ ਤੋਂ ਬਾਅਦ ਜਦੋਂ ਧਾਲੀਵਾਲ ਸਾਹਿਬ ਤੁਸੀਂ ਜਿਹੜਾ ਇੱਕ ਬੜਾ ਵੱਡਾ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਬੜਾ ਵੱਡਾ ਮੌਕਾ ਸਾਨੂੰ ਦਿੱਤਾ, ਜਿਹੜਾ ਸਾਡੀਆਂ ਸਦਾ ਹੀ ਜਿੰਨਾ ਚਿਰ ਜਿਉਵਾਂਗੇ ਸਾਡੀਆਂ ਯਾਦਾਂ ਦੇ ਵਿੱਚ ਉਹ ਰਹੂਗਾ, ਉਹ ਸੀਗਾ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਉੱਤੇ ਜਦੋਂ ਕੋਰੀਡੋਰ ਤੱਕ ਆਪਾਂ ਗਈ। ਰੁਪਾਲ ਸਾਹਿਬ ਮੈਂ ਉਦੋਂ ਉਸ 92 ਵਾਲੇ ਦੌਰ ਮੇਰੇ ਦਿਮਾਗ ਦੇ ਵਿੱਚ ਬਾਰ-ਬਾਰ ਆ ਰਿਹਾ ਸੀ, ਔਰ ਮੈਨੂੰ ਉਮੀਦ ਨਹੀਂ ਸੀ ਕਦੇ ਮੈਂ ਕਿ ਤੁਹਾਡੀ ਅਗਵਾਈ ਦੇ ਵਿੱਚ ਮੈਂ ਵੀ ਮਲਵਈ ਗਿੱਧੇ ਦੀ ਟੀਮ ਦਾ ਮੈਂਬਰ ਹੋਊਂਗਾ ਤੇ ਮੈਂ ਉਹੀ ਜਿਹੜਾ ਕਾਟੋ ਸੱਪ ਫੜ ਕੇ ਤੁਹਾਡੇ ਨਾਲ ਨੱਚਦਾ ਜਾਊਂਗਾ। ਸੋ ਤੁਹਾਡਾ ਧਾਲੀਵਾਲ ਸਾਹਿਬ ਬਹੁਤ ਧੰਨਵਾਦ, ਤੁਹਾਡਾ ਵੀ ਰੁਪਾਲ ਸਾਹਿਬ ਤੁਹਾਡਾ ਵੀ। ਮੈਂ ਕਦੇ ਸੋਚਿਆ ਹੀ ਨਹੀਂ ਸੀ ਵੀ ਤੁਹਾਡੀ ਅਗਵਾਈ ਦੇ ਵਿੱਚ ਅਸੀਂ ਇਸ ਤਰ੍ਹਾਂ ਕਰਾਂਗੇ, ਔਰ ਸਾਨੂੰ ਗਾਉਂਦੇ ਬੜੇ ਪਿਆਰੇ ਲੱਗੇ ਉਦੋਂ। ਇੱਕ ਤੁਹਾਡੇ ਨਾਲ ਬਲਕੌਰ ਸਿੰਘ ਸਿੱਧੂ ਜੀ ਸੀਗੇ, ਚਾਦਰੇ ਵਾਲੇ ਇੰਸਪੈਕਟਰ। ਹਾਂਜੀ। ਸੋ ਬੜਾ ਰੁਪਾਲ ਸਾਹਿਬ ਤੁਹਾਡੀ ਬੜੀ ਵੱਡੀ ਘਾਲਣਾ ਸਰ ਤੁਹਾਡੀ ਇਸ ਖੇਤਰ ਦੇ ਵਿੱਚ। ਹਾਂਜੀ ਸਰ, ਹੁਣ ਤੁਸੀਂ ਹੋਰ ਸਾਨੂੰ ਬੜੀਆਂ ਰੌਚਕ ਗੱਲਾਂ ਦੱਸੋ। ਹਾਲਾਂਕਿ ਆਪਾਂ ਦਹਾਕੇ ਤੋਂ 2005 ਤੋਂ ਆਪਾਂ 6 ਤੋਂ ਮਿਲਾ 3-4 ਤੋਂ ਆਪਾਂ ਇਕੱਠੇ ਵਿਚਰ ਰਹੇ ਹਾਂ, ਪਰ ਜਿਹੜੀਆਂ ਤੁਸੀਂ ਅੱਜ ਗੱਲਾਂ ਦੱਸ ਰਹੇ ਹੋ ਸਰ, ਆਪਾਂ ਰਾਤਾਂ ਵੀ ਇਕੱਠੇ ਰਹੇ ਹਾਂ, 3-3 ਰਾਤਾਂ ਵੀ ਇਕੱਠੇ ਰਹੇ ਹਾਂ, ਪਰ ਤੁਸੀਂ ਜਿਹੜੀਆਂ ਅੱਜ ਬੜੀਆਂ ਪਿਆਰੀਆਂ ਗੱਲਾਂ ਸੁਣਾ ਰਹੇ ਹੋ, ਪਲੀਜ਼ ਕੈਰੀ ਔਨ। ਹਾਂਜੀ ਰੁਪਾਲ, ਕੁਝ ਤੁਹਾਨੂੰ ਆਪਣੇ ਇਸ ਸਫ਼ਰ ਦੇ ਕੋਈ ਕਿਸੇ ਕੋਈ ਇੰਟਰਸਟਿੰਗ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਜਿਹੜਾ ਮੈਨੂੰ ਲੱਗਦਾ ਹੁੰਦਾ ਵੀ ਇਹੋ ਜਿਹੀਆਂ ਚੀਜ਼ਾਂ ਸਾਡੀ ਯਾਦਾਂ ਦਾ ਹਿੱਸਾ ਵੀ ਬਣਦੀਆਂ ਨੇ ਤੇ ਜਿਹੜੇ ਤੋਂ ਕਿਸੇ ਨੂੰ ਕੁਝ ਮਿਲਦਾ ਵੀ ਹੈ ਸੁਣਨ ਵਾਲਿਆਂ ਨੂੰ, ਹੈ ਨਾ, ਕੁਝ ਉਦਾਂ ਦਾ ਸਾਂਝਾ ਕਰਨਾ ਚਾਹੋ, ਕਿਉਂਕਿ ਤੁਸੀਂ ਚੰਡੀਗੜ੍ਹ ਆ ਕੇ ਰੰਗਮੰਚ ਦਾ ਵੀ ਪੱਲਾ ਨਹੀਂ ਛੱਡਿਆ। ਤੁਸੀਂ 3-4 ਸਾਲ ਪਹਿਲੇ ਮੇਰੇ ਫੈਸਟੀਵਲ ਚ ਵੀ ਅੰਮ੍ਰਿਤਸਰ ਆ ਕੇ ਪਲੇ ਕਰਕੇ ਗਏ ਸੀ, ਹੈ ਨਾ। ਉਦੋਂ ਵੀ ਮੈਂ ਤੁਹਾਨੂੰ ਬੜੀ ਬਿਹਤਰੀਨ ਅਦਾਕਾਰੀ ਕਰਦੇ ਹੋਏ ਦੇਖਿਆ। ਬਹੁਤ ਸੋਹਣਾ ਪਲੇ ਤੁਸੀਂ ਕੀਤਾ ਸੀਗਾ ਉਹ, ਤੇ ਸੱਚੀ ਗੱਲ ਹੈ ਮੈਂ ਬੜੇ ਸਾਲਾਂ ਬਾਅਦ ਉਹ ਪਲੇ ਦੁਬਾਰਾ ਦੇਖਿਆ, ਬਗਾਨੇ ਬੋਰਡ ਦੀ ਸ਼ਾਨ, ਪਰ ਬਹੁਤ ਮਜ਼ਾ ਆਇਆ ਮੈਨੂੰ ਦੇਖਣ ਦਾ, ਬਹੁਤ ਮਜ਼ਾ ਆਇਆ ਸੀ। ਔਰ ਵਨ ਆਫ ਦਾ ਯਾਦਗਾਰੀ ਪਲੇ ਹੈ ਤੁਹਾਡੀ ਉਹ ਪਰਫਾਰਮੈਂਸ ਜਿਹੜੀ। ਸੋ ਮੈਂ ਚਾਹੁੰਦਾ ਉਦਾਂ ਦੀਆਂ ਕੋਈ ਹੋਰ ਆਪਣੇ ਸਾਥੀਆਂ ਬਾਰੇ, ਕਲਾਕਾਰਾਂ ਬਾਰੇ ਤੁਸੀਂ ਜੋ ਵੀ ਕੋਈ ਗੱਲਾਂ ਹੋਰ ਸੁਣਾਉਣੀਆਂ ਚਾਹੋ ਏਦਾਂ ਦੀਆਂ, ਮੈਂ ਚਾਹਾਂਗਾ ਕਿ ਸਾਡੇ ਇਹਦੇ ਵਿੱਚ ਸਭ ਇਹਦੇ ਚ 2-3 ਗੱਲਾਂ ਇਸ ਤਰ੍ਹਾਂ ਦੀਆਂ ਨੇ ਜੀ ਧਾਲੀਵਾਲ ਸਾਹਿਬ। ਇੱਕ ਮੈਂ ਜਿਹੜੀ ਇੱਕ ਪ੍ਰਤੀਬੱਧਤਾ ਹੁੰਦੀ ਹੈ ਇੱਕ ਕਲਾਕਾਰ ਦੀ ਜਾਂ ਕਮਿਟਮੈਂਟ, ਮੈਂ ਦੇਖੀ ਜਦੋਂ ਅਸੀਂ ਬਗਾਨੇ ਬੋਰਡ ਦੀ ਛਾਂ ਨਾਟਕ ਤਿਆਰ ਕੀਤਾ ਹੋਇਆ ਸੀ, ਉਹਦੀਆਂ ਅਸੀਂ ਪਰਫਾਰਮੈਂਸਿਸ ਦੇ ਰਹੇ ਸੀ, ਤੇ ਅਬੋਹਰ ਸਾਡਾ ਜਿਹੜਾ ਹੈ ਬਗਾਨੇ ਬੋਰਡ ਦੀ ਛਾਂ, ਉਹ ਨਾਟਕ ਬਗਾਨੇ ਬੋਰਡ ਦੀ ਛਾਂ ਨਹੀਂ, ਮਾਫ ਕਰਨਾ, ਅੱਧ ਚਾਨਣੀ ਰਾਤ ਅਸੀਂ ਅਬੋਹਰ ਉਹਦੀ ਪਰਫਾਰਮੈਂਸ ਸੀ। ਸਾਡਾ ਜਿਹੜਾ ਉਹਦਾ ਮੁੱਖ ਪਾਤਰ ਸੀ, ਬਾਅਦ ਦੇ ਵਿੱਚ ਮੈਂ ਵੀ ਉਹ ਭੂਮਿਕਾ ਸੀ ਜਿਹੜੀ ਅਦਾ ਕੀਤੀ, ਰੋਲ ਕੀਤਾ, ਤੇ ਉਹ ਮੋਦਨ ਦਾ ਜਿਹੜਾ ਮੁੱਖ ਪਾਤਰ ਸੀ, ਮੋਦਨ ਦਾ ਜਿਹੜਾ ਕਰੈਕਟਰ ਸੀ, ਉਹ ਸਾਡੇ ਕਰ ਰਹੇ ਸੀ ਸੁਰਿੰਦਰ ਸਿੰਘ ਸੋਹੀ, ਮੇਰੇ ਅਧਿਆਪਕ ਵੀ ਸੀ ਰਹੇ ਸਕੂਲ ਦੇ। ਤੇ ਕਿਉਂਕਿ ਅਸੀਂ ਵੈਨ ਦੇ ਵਿੱਚ ਜਾਂਦੇ ਸੀ ਸਾਰੇ ਤਿਆਰ ਹੋ ਕੇ, ਤੇ ਪ੍ਰੋਫੈਸਰ ਔਲਖ ਵੀ ਉਦੋਂ ਮਾਨਸਾ ਦੇ ਉਸ ਪਾਸੇ ਰਹਿੰਦੇ ਹੋਏ ਜਿੱਧਰ ਸੋਹੀ ਸਾਹਿਬ ਦਾ ਘਰ ਸੀਗਾ, ਤੇ ਅਸੀਂ ਉੱਥੇ ਵੈਨ ਦੇ ਵਿੱਚ ਬੈਠ ਕੇ ਸਾਰੇ ਤਿਆਰ ਹੋ ਕੇ ਜਾਣ ਲੱਗੇ। ਤੇ ਸੋਹੀ ਸਾਹਿਬ ਨੂੰ ਜਦੋਂ ਅਸੀਂ ਘਰੋਂ ਲਿਆ, ਸੋਹੀ ਸਾਹਿਬ ਜੀ ਬੈਠਣ ਲੱਗੇ ਆਪਣਾ ਬੈਗ ਵਗੈਰਾ ਕਾਸਟਿਊਮ ਸਾਰਾ ਰੱਖ ਕੇ, ਤੇ ਉਹਨਾਂ ਨੂੰ ਇੱਕ ਟੈਲੀਗ੍ਰਾਮ ਆ ਗਈ। ਅਸੀਂ ਗੱਡੀ 'ਚੋਂ ਬੈਠਣ ਲੱਗੇ ਸੀ ਵੈਨ ਦੇ ਵਿੱਚ, ਤੇ ਉਹਨਾਂ ਨੇ ਉਹ ਟੈਲੀਗ੍ਰਾਮ ਦੇਖੀ, ਟੈਲੀਗ੍ਰਾਮ ਉਹਨਾਂ ਨੇ ਪੜ੍ਹ ਕੇ ਇਕੱਠੀ ਕਰਕੇ ਜੇਬ 'ਚ ਪਾ ਲਈ, ਕਹਿੰਦੇ ਚੱਲੋ। ਤੇ ਉਸ ਤੋਂ ਬਾਅਦ ਅਸੀਂ ਜਿਸ ਤਰ੍ਹਾਂ ਰੂਟੀਨ ਦੇ ਮੁਤਾਬਕ ਹੱਸਦੇ ਖੇਡਦੇ ਇਕੱਠੇ ਕਲਾਕਾਰ ਹੋਏ ਨਾ, ਉਦਾਂ ਹੀ ਜਾਂਦੇ। ਤੇ ਸੋਹੀ ਸਾਹਿਬ ਥੋੜੇ ਜਿਹੇ ਗੰਭੀਰ ਜੇ ਰਹੇ, ਪਰ ਸਾਡੇ ਨਾਲ ਉਵੇਂ ਹੀ ਉਹ ਪਾਰਟੀਸਪੇਟ ਕਰਦੇ ਰਹੇ ਗੱਲਬਾਤ ਸਾਰੀ, ਜਿਸ ਤਰ੍ਹਾਂ ਸਾਡੇ ਸੀਨੀਅਰ ਸੀਗੇ, ਅਧਿਆਪਕ ਵੀ ਰਹੇ ਸੀ। ਤੇ ਆਪਾਂ ਕਹਿੰਦੇ ਬਠਿੰਡੇ ਬਸ ਇੱਕ ਮੈਸੇਜ ਦੇ ਕੇ ਜਾਣਾ ਹੈ, ਤੇ ਅਸੀਂ ਬਠਿੰਡੇ ਰਸਤੇ 'ਚ ਰੁਕੇ, ਉਹਨਾਂ ਨੇ ਜਿਹੜਾ ਮੈਸੇਜ ਕਨਵੇ ਕੀਤਾ, ਤੇ ਅਸੀਂ ਪਲੇ ਕੀਤਾ ਜਾ ਕੇ। ਪਲੇ ਤੋਂ ਪਹਿਲਾਂ ਇੱਕ ਸਟੇਜ ਰਿਹਰਸਲ ਵੀ ਕੀਤੀ, ਪਲੇ ਵੀ ਕੀਤਾ, ਤੇ ਪਲੇ ਜਦੋਂ ਖਤਮ ਹੋਇਆ, ਔਲਖ ਸਾਹਿਬ ਇੰਟਰੋਡਕਸ਼ਨ ਕਰਾਉਣ ਲਈ ਜਦੋਂ ਸਟੇਜ ਤੇ ਕਲਾਕਾਰਾਂ ਨੂੰ ਬੁਲਾਇਆ, ਜਦੋਂ ਸੋਹੀ ਸਾਹਿਬ ਦਾ ਨਾਂ ਲਿਆ, ਕਿਉਂਕਿ ਮੁੱਖ ਪਾਤਰ ਉਹ ਸੀਗੇ ਤੇ ਸੋਹੀ ਸਾਹਿਬ ਸਟੇਜ ਤੇ ਨਹੀਂ ਆਏ, ਤੇ ਉਹ ਪਿੱਛੇ ਜਾ ਕੇ ਰੋ ਰਹੇ ਸੀ ਹੁੱਕੀ। ਅਸਲ ਦੇ ਵਿੱਚ ਉਹਨਾਂ ਦੇ
ਇੱਕੋ ਇੱਕ ਭਾਣਜਾ ਸੀਗਾ, ਉਹਦੀ ਡੈਥ ਹੋ ਗਈ ਸੀ। ਇਹ ਪਲ ਬਹੁਤ ਵਾਰੀ ਜਦੋਂ ਇਹ ਕਲਾਕਾਰਾਂ ਦੀ ਜ਼ਿੰਦਗੀ ਚ ਇਦਾਂ ਦੇ ਆਉਂਦੇ ਆ ਨਾ, ਤੇ ਬਹੁਤ ਭਾਵਕ ਕਰ ਦੇਣੀਆਂ ਵਾਲੀਆਂ ਗੱਲਾਂ ਨੇ। ਇਹ ਸਾਡੇ ਸਾਰਿਆਂ ਨਾਲ ਇਦਾਂ ਦੇ ਪਲ ਕਿਤੇ ਨਾ ਕਿਤੇ ਜ਼ਰੂਰ ਬੀਤੇ ਆ, ਪਰ ਸ਼ੋ ਮਸਟ ਗੋ ਔਨ, ਯਾਨੀ ਕਿ ਬਿਲਕੁਲ ਉਹ ਨਹੀਂ ਆਏ ਮੰਚ ਤੇ। ਸਾਨੂੰ ਉਦੋਂ ਉਹਨਾਂ ਨੇ ਦੱਸਿਆ ਕਿ ਇਦਾਂ ਦਾ ਜਿਹੜਾ ਸੀ ਭਾਣਾ ਵਰਤ ਗਿਆ। ਉਸ ਸਮੇਂ ਇਦਾਂ ਦੀ ਕੋਈ ਗੱਲ ਨਹੀਂ, ਆਪਾਂ ਮਾਫੀ ਮੰਗ ਲੈਂਦੇ ਇਹਨਾਂ ਤੋਂ, ਤੇ ਤੁਹਾਨੂੰ ਜਾਣਾ ਚਾਹੀਦਾ ਸੀਗਾ। ਤੇ ਉਹ ਕਹਿੰਦੇ ਵੀ ਨਹੀਂ, ਇਹ ਮੇਰੇ ਲਈ ਪਹਿਲਾਂ। ਤੇ ਮੇਰਾ ਹੁਣ ਵੀ ਸਿਰ ਝੁਕਦਾ ਹੈ ਸੋਈ ਸਾਹਿਬ ਅੱਗੇ। ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਹੈ ਘਟਨਾਵਾਂ ਜਿਹੜੀਆਂ ਕਈ ਵਾਰੀ ਵਾਪਰਦੀਆਂ ਨੇ। ਬਿਲਕੁਲ ਬਿਲकुल। ਔਰ ਇਹੀ ਜਿਹੜੀ ਥੀਏਟਰ ਦੀ ਕਮਿਟਮੈਂਟ ਹੈ, ਜਿਹੜੀ ਤੁਹਾਡੀ ਕਲਾ ਦੇ ਨਾਲ ਕਮਿਟਮੈਂਟ ਹੈ, ਲੋਕਾਂ ਦੇ ਨਾਲ ਕਮਿਟਮੈਂਟ ਹੈ, ਇਹ ਤੁਹਾਨੂੰ ਜ਼ਿੰਦਾ ਰੱਖਦੀ ਹੈ। ਮੈਂ ਸਮਝਦਾ ਇਹੀ ਤੁਹਾਡੀ ਜ਼ਿੰਦਗੀ ਦਾ ਹਾਸਲ ਮੁਕਾਮ ਜਿਹੜਾ ਹੈ, ਇਹ ਚੀਜ਼ਾਂ ਬਣਦੀਆਂ ਨੇ ਇਸੇ ਤਰ੍ਹਾਂ। ਰੁਪਾਲ, ਇੱਕ ਹੋਰ ਤੁਹਾਡਾ ਇੱਕ ਪੱਖ ਹੈਗਾ, ਮੈਨੂੰ ਯਾਦ ਆ ਗਿਆ। ਤੁਸੀਂ ਬਹੁਤ ਵਾਰੀ ਯਾਨੀ ਕਿ ਜਿਹੜਾ ਕਿ ਪਹਾੜਾਂ ਦੇ ਉੱਤੇ ਜਾ ਕੇ ਤੇ ਯਾਨੀ ਕਿ ਬਹੁਤ ਲੰਬਾ ਜਿਹੜਾ ਕਿ ਉਹਨਾਂ ਪਹਾੜਾਂ ਦੇ ਉੱਤੇ ਜਾ ਕੇ ਉਹ ਜਿਹੜਾ ਰੋਪ ਦੇ ਨਾਲ ਚੜ੍ਹਨਾ ਉਤਰਨਾ, ਉਹ ਕਿਵੇਂ ਤੁਹਾਡੀ ਲਾਈਫ ਦਾ ਹਿੱਸਾ ਬਣਿਆ? ਅਸਲ ਦੇ ਵਿੱਚ ਜਿਹੜੀ ਯੂਥ ਐਕਟੀਵਿਟੀ, ਜਦੋਂ ਮੈਂ ਪਹਿਲਾਂ ਕਿਹਾ ਕਿ ਮੇਲਿਆਂ ਦਾ ਜਾਂ ਕਾਲਜਾਂ ਦਾ, ਯੂਨੀਵਰਸਿਟੀਆਂ ਦੀਆਂ ਜਿਹੜੀਆਂ ਯੂਥ ਸਰਵਿਸਿਜ਼ ਨੇ, ਉਹਨਾਂ ਦਾ ਇਹ 'ਚ ਬਹੁਤ ਵੱਡਾ ਯੋਗਦਾਨ ਹੈ। ਤੇ ਇਸ ਤਰ੍ਹਾਂ ਇੱਕ ਜਿਹੜਾ ਹੈਗਾ ਪੰਜਾਬ ਦਾ ਮਹਿਕਮਾ ਨਾ ਨੌਜਵਾਨਾਂ ਦਾ, ਯੁਵਕ ਸੇਵਾਵਾਂ ਵਿਭਾਗ, ਤੇ ਕਾਲਜ ਪੜ੍ਹਦੇ ਅਸੀਂ ਯੁਵਕ ਸੇਵਾਵਾਂ ਵਿਭਾਗ ਦੇ ਨਾਲ ਜੁੜ ਗਏ ਸੀ। ਤੇ ਬਾਅਦ ਦੇ ਵਿੱਚ ਜਿਹੜੀ ਸੀ ਉਹਦੀ ਅਸੀਂ ਜਿਹੜੀ ਸੀ ਹੋਰ ਐਕਟੀਵਿਟੀ ਉਹਦੇ ਜ਼ਿਆਦਾ ਤੇਜ਼ ਹੋ ਗਏ। ਜਿੱਦਾਂ ਬਾਈਆ ਸਾਹਿਬ ਦਾ ਨਾਂ ਲਿਆ ਡਾਕਟਰ ਜਸਵਿੰਦਰ ਹੋਰਾਂ ਨੇ, ਅਸੀਂ ਇਕੱਠੇ, ਮੇਰੇ ਹੋਰ ਦੋਸਤ ਨੇ, ਹੁਣੇ ਰੀਸੈਂਟਲੀ ਉਹ ਸੇਵਾ ਮੁਕਤ ਹੋਏ ਨੇ, ਡਿਪਟੀ ਡਾਇਰੈਕਟਰ ਯੁਵਕ ਸੇਵਾਵਾਂ ਤੋਂ। ਅਸੀਂ ਇਕੱਠੇ ਸੀ, ਇਕੱਠਿਆਂ ਨੇ ਐਕਟੀਵਿਟੀ ਕੀਤੀਆਂ। ਅਸਲ ਦੇ ਵਿੱਚ ਯੁਵਕ ਸੇਵਾਵਾਂ, ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ, ਹਾਈਕਿੰਗ, ਟਰੈਕਿੰਗ, ਉਹ ਜਿਸ ਤਰ੍ਹਾਂ ਪਹਿਲਾਂ ਦੱਸਿਆ ਸੀ ਵੀ ਤੁਸੀਂ ਤੁਹਾਨੂੰ ਮੌਕੇ ਹੁੰਦੇ ਆ ਤੇ ਤੁਸੀਂ ਉਸ ਤੇ ਅੱਗੇ ਕਿੱਥੋਂ ਤੱਕ ਜਾਣਾ ਹੈ। ਤੇ ਉਹ ਹੈ ਵੀ ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪਾਂ ਤੋਂ ਸਾਨੂੰ ਹਾਈਕਿੰਗ ਟਰੈਕਿੰਗ ਦਾ ਪਤਾ ਲੱਗਿਆ। ਫਿਰ ਜਿਹੜੀਆਂ ਮਾਊਂਟੇਨਰਿੰਗ ਇੰਸਟੀਚਿਊਟ ਨੇ ਭਾਰਤ ਦੀਆਂ 2 ਸਭ ਤੋਂ ਪੁਰਾਣੀਆਂ, ਤੇ ਮਨਾਲੀ ਦੀ, ਜਿਹਨੂੰ ਪਹਿਲਾਂ WHMI ਕਹਿੰਦੇ ਸੀ, ਵੈਸਟਰਨ ਹਿਮਾਲਯਨ ਮਾਊਂਟੇਨਰਿੰਗ ਇੰਸਟੀਚਿਊਟ, ਤੇ HMI ਜਿਹੜੀ ਦਾਰਜਲਿੰਗ ਹੈ, ਉਹ ਸਭ ਤੋਂ ਪੁਰਾਣੀ ਹੈ ਵੈਸੇ ਹਿਮਾਲਯਨ ਮਾਊਂਟੇਨਰਿੰਗ ਇੰਸਟੀਚਿਊਟ। ਤੇ ਜਦੋਂ ਤੁਹਾਡਾ ਸ਼ੌਕ ਇਦਾਂ ਦਾ ਬਣ ਜੇ, ਫਿਰ ਕਈ ਵਾਰੀ ਬੰਦਾ ਫਿਰ ਪਿੱਛੇ ਮੁੜ ਕੇ ਨਹੀਂ ਦੇਖਦਾ। ਤੇ ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪਾਂ ਦੇ 10-10 ਦਿਨ ਜਾਂ ਲਾਉਣ ਤੋਂ ਬਾਅਦ ਫਿਰ ਜਦੋਂ ਅਸੀਂ ਉਹਦੇ ਨਾਲ ਜੁੜੇ, HMI ਨਾਲ ਜੁੜੇ, ਉਹਨਾਂ ਦੇ ਆਪਣੇ ਕੋਰਸ, ਮਾਊਂਟੇਨਰਿੰਗ ਦੇ ਕੋਰਸ ਸ਼ੁਰੂ ਹੋਏ, ਜਿਨ੍ਹਾਂ 'ਚ ਤੁਸੀਂ ਰੱਸਿਆਂ ਵਾਲੀ ਗੱਲ, ਰਿਵਰ ਕ੍ਰੋਸਿੰਗ ਦੀ ਗੱਲ, ਜਾਂ ਮਾਊਂਟੇਨਰਿੰਗ ਦੀ ਗੱਲ ਉਹ ਕੀਤੀ। ਤੇ ਉਹਦੇ 'ਚ ਵੀ ਇਹ ਹੈਗਾ ਵੀ ਤੁਹਾਡੀ ਜਿਸ ਤਰ੍ਹਾਂ ਮੈਂ ਪਹਿਲਾਂ ਸ਼ੁਰੂਆਤ ਗੱਲ ਕੀਤੀ ਹੈ ਵੀ ਸਿੱਖਦੇ ਤੁਸੀਂ ਉੱਥੋਂ ਹੀ, ਰੰਗਮੰਚ ਚੋਂ ਹੀ ਇਹ ਸਾਰੀਆਂ ਗੱਲਾਂ, ਕਮਿਟਮੈਂਟ। ਤੇ ਉਹ ਵੀ ਤੁਸੀਂ ਕਮਿਟਮੈਂਟ ਤੋਂ ਬਿਨਾਂ ਨਹੀਂ ਕਰ ਸਕਦੇ, ਕਿਉਂਕਿ ਉਹਦੇ 'ਚ ਇੱਕ ਤਰ੍ਹਾਂ ਦੀ ਫੌਜੀਆਂ ਵਾਂਗੂ ਇੰਨੀ ਜ਼ਿਆਦਾ ਰੈਜੀਮੈਂਟੇਸ਼ਨ ਚਾਹੀਦੀ ਹੁੰਦੀ ਹੈ, ਤੇ ਤੁਹਾਡੀ 'ਚ ਕੁਇਕਨੈਸ ਚਾਹੀਦੀ ਹੁੰਦੀ ਹੈ। ਜੇ ਤੁਸੀਂ ਕਿਹਾ ਵੀ ਸਵੇਰੇ ਤੁਸੀਂ 4 ਵਜੇ ਉੱਠ ਕੇ ਫਾਲਣਾ ਹੋਣਾ, ਤੇ 4 ਵਜੇ ਤੁਹਾਨੂੰ ਉਹ ਜਾਗਣਾ ਹੀ ਪੈਣਾ, ਆਪਣੀ ਨੀਂਦ ਛੱਡਣੀ ਪੈਣੀ ਹੈ। ਤੇ ਸਿੱਖਦੇ ਤੁਸੀਂ ਮਤਲਬ ਕਿ ਇਸ ਤਰ੍ਹਾਂ ਹੀ ਹੋ, ਕਿਸੇ ਜਿਹੜੇ ਹੈਗੇ ਅਨੁਭਵ ਚੋਂ ਹੀ ਇਹ ਸਾਰੀਆਂ ਗੱਲਾਂ। ਬਿਲਕੁਲ। ਤੁਸੀਂ ਬੜੇ ਰੁਪਾਲ, ਤੁਸੀਂ ਸਫ਼ਰਨਾਮੇ ਲਿਖੇ ਆ, ਚੱਲ ਜਿੱਦੂਆ, ਤੇ ਇੱਕ ਹੋਰ ਵੀ ਸੀ ਕੁੱਲੂ ਵਾਦੀ ਦੇ ਵਿੱਚ 10 ਦਿਨ ਹੈ ਨਾ, ਤੇ ਹੋਰ ਵੀ ਤੁਹਾਡੀਆਂ ਕਿਤਾਬਾਂ। ਹੁਣੇ ਰੀਸੈਂਟਲੀ ਜਿਹੜੇ ਦੋਸਤ ਦੇਖਦੇ ਪਏ, ਮੈਂ ਉਹਨਾਂ ਨੂੰ ਇੱਕ ਕਿਤਾਬ ਦਿਖਾਉਣੀ ਚਾਹੁੰਦਾ। ਰੁਪਾਲ ਹੋਰਾਂ ਦੀ ਨਵੀਂ ਕਿਤਾਬ ਆਈ ਹੈ, ਪੁਆਧੀ ਅਖਾੜਾ, ਤੁਸੀਂ ਇਹ ਦੇਖ ਸਕਦੇ ਹੋ। ਇਹ ਰੁਪਾਲ ਦੀ ਕਿਤਾਬ ਹੈ ਨਵੀਂ, ਇਹ ਕਾਫੀ ਵੱਡੀ ਕਿਤਾਬ ਹੈ। ਔਰ ਸਰ ਬੜੀ ਖੂਬਸੂਰਤ ਕਿਤਾਬ ਹੈ। ਯਾਨੀ ਇਹ ਪੁਆਧੀ ਅਖਾੜੇ ਦੇ ਬਾਰੇ 'ਚ, ਪੁਆਧੀ ਜਲਸੇ ਦੇ ਬਾਰੇ 'ਚ, ਜਿਹੜੇ ਵੀ ਇਹ ਪੇਸ਼ਕਾਰੀ ਤੇ ਪ੍ਰਸੰਗ ਦੋਨੋਂ ਹੀ ਆ ਇਹਦੇ ਵਿੱਚ, ਵੀ ਪੇਸ਼ਕਾਰੀ ਹੁੰਦੀ ਕਿਵੇਂ ਹੈ ਸਾਰੀ, ਔਰ ਜਿਹੜੇ ਪ੍ਰਸੰਗ ਪੇਸ਼ ਕੀਤੇ ਜਾਂਦੇ ਆ ਉਹਨਾਂ ਨੂੰ ਵੀ ਇਹਦੇ ਵਿੱਚ ਸਾਂਭਿਆ ਰੁਪਾਲ ਹੋਰਾਂ ਨੇ। ਔਰ ਬੜੀ ਹੀ ਵਧੀਆ ਜਾਣਕਾਰੀ ਭਰਪੂਰ ਔਰ ਵਧੀਆ ਕਿਤਾਬ ਹੈ ਇਹ। ਮੇਰਾ ਖਿਆਲ ਏਦਾਂ ਦੇ ਕੰਮ ਜਿਹੜੇ ਆ ਰੁਪਾਲ ਹੋਰਾਂ ਨੇ ਇਹ ਲੋਕ ਕਲਾਵਾਂ ਨਾਲ ਜੁੜੇ ਹੋਏ ਕੀਤੇ। ਰੁਪਾਲ, ਇਹ ਜਿਹੜਾ ਇਹ ਇੱਕ ਤੇ ਇਹ ਕੰਮ ਹੈ, ਇਸ ਤੋਂ ਪਹਿਲੇ ਵੀ ਤੁਸੀਂ ਜਿਹੜੇ ਕਿਤਾਬਾਂ ਵਾਲੇ ਕੰਮ ਕੀਤੇ ਆ, ਤੇ ਮੈਨੂੰ ਲੱਗਦਾ ਕਿ ਏਦਾਂ ਦੇ ਅਜੇ ਹੋਰ ਵੀ ਤੁਹਾਡੇ ਕਰਨ ਵਾਲੇ ਕਈ ਕੰਮ ਹੈਗੇ ਆ
ਜਿਹੜੇ ਕੁਝ ਲਿਖਣ ਵਾਲੇ ਆ, ਸਾਂਭਣ ਵਾਲੇ ਆ, ਕੁਝ ਉਹਨਾਂ ਤੇ ਕੰਮ ਕਰਦੇ ਪਏ ਹੋ ਤੁਸੀਂ? ਅਸਲ ਦੇ ਵਿੱਚ ਜਦੋਂ ਇਹ ਕਿਤਾਬ ਢਾਲੀਵਾਲ ਸਾਹਿਬ ਅਸਲ ਦੇ ਵਿੱਚ ਤਾਂ ਇਸ ਕਿਤਾਬ ਦਾ ਸਿਹਰਾ ਨਾਲ ਢਾਲੀਵਾਲ ਸਾਹਿਬ ਸਿਰ ਹੀ ਜਾਂਦਾ ਹੈ। ਤੇ ਕਿਉਂਕਿ ਮੇਰਾ ਕਾਫੀ ਸਾਲਾਂ ਤੋਂ ਮੈਂ ਪੰਜਾਬ ਦੇ ਜਿਹੜੇ ਲੋਕ ਨਾਚ ਨੇ, ਲੋਕ ਨ੍ਰਿਤ ਨੇ ਤੇ ਕਬੀਲਿਆਂ ਦੇ, ਉਹਨਾਂ ਤੇ ਕੰਮ ਕਰ ਰਿਹਾ। ਤੇ ਮੈਂ ਕਿਉਂਕਿ ਲਿਖਣਾ ਚਾਹੁੰਦਾ ਉਹਦੇ ਤੇ, ਮੈਂ ਕਾਫੀ ਜਿਹੜੇ ਉਹਦੇ ਨੋਟਸ ਲਿਖ ਰੱਖੇ ਆ। ਉਹ ਕਿਤਾਬ ਵੀ ਮੇਰਾ ਖਿਆਲ ਹੈ ਵੀ ਛੇਤੀ ਜਿਹੜੀ ਆ ਉਹ ਛਪ ਜਾਏਗੀ ਹੁਣ। ਤੇ ਉਹ ਕਿਉਂਕਿ ਵਿੱਚੋਂ ਉਹਦੇ ਚ ਇੱਕ ਹਿੱਸਾ ਇਹ ਵੀ ਸੀ, ਪੁਆਧੀ ਅਖਾੜਾ ਵੀ ਸੀ। ਪੁਆਧੀ ਅਖਾੜੇ ਦਾ ਸਬੱਬ ਇਸ ਤਰ੍ਹਾਂ ਬਣਿਆ ਕਿ ਢਾਲੀਵਾਲ ਸਾਹਿਬ ਕਹਿੰਦੇ ਵੀ, ਕਿਉਂਕਿ ਜਦੋਂ ਮੈਂ ਪ੍ਰਸੰਗ ਇਕੱਠੇ ਕੀਤੇ, ਢਾਲੀਵਾਲ ਸਾਹਿਬ ਕਹਿੰਦੇ ਤੁਸੀਂ ਇਹ ਪਹਿਲਾਂ ਕਰ ਲਓ ਕੰਮ। ਤੇ ਕਿਉਂਕਿ ਪਿਛਲੇ 3-4 ਸਾਲਾਂ ਤੋਂ ਅਸੀਂ ਲਗਾਤਾਰ ਜਦੋਂ ਰੰਧਾਵਾ ਸਾਹਿਬ ਦੀ ਯਾਦ ਚ ਇੱਥੇ ਫੈਸਟੀਵਲ ਕਰਦੇ ਸੀ ਚੰਡੀਗੜ੍ਹ, ਤੇ ਅਸੀਂ ਪੁਆਧੀ ਅਖਾੜੇ ਵਾਲਿਆਂ ਨੂੰ ਬੁਲਾ ਕੇ ਅਸੀਂ ਤੇ ਉਹਨਾਂ ਦੀ ਜਿਹੜੀ ਪਰਫਾਰਮੈਂਸ ਜ਼ਰੂਰ ਕਰਾਉਂਦੇ ਸੀ। ਤੇ ਕਿਉਂਕਿ ਮੇਰਾ ਇੱਕ ਆਪਣਾ ਵੀ ਇਹਦੇ ਚ ਜਿਵੇਂ ਕਹਿੰਦੇ ਹੁੰਦੇ ਆ ਵੀ ਤੁਹਾਡੀ ਰੁਚੀ ਸੀ ਜਾਂ ਦਿਲਚਸਪੀ ਸੀ, ਇਸ ਕਰਕੇ ਕਿਉਂਕਿ ਪੁਆਧੀ ਅਖਾੜਾ ਇੱਕ ਸੰਪੂਰਨ ਕਲਾ ਹੈ, ਜਿਹਦੇ ਵਿੱਚ ਗਾਇਕੀ ਵੀ ਹੈ, ਜਿਹਦੇ ਵਿੱਚ ਨਾਟਕ ਵੀ ਹੈ, ਜਿਹਦੇ ਵਿੱਚ ਨਸਰ ਵੀ ਹੈ, ਜਿਹਦੇ ਚ ਸਾਰਾ ਕੁਛ ਆ ਜਾਂਦਾ ਹੈ। ਤੇ ਉਹ ਦੂਸਰੀ ਹੈ ਵੀ ਇੱਕ ਬੋਲੀ, ਜਿਹੜੀ ਬੋਲੀ ਖਤਮ ਹੋ ਰਹੀ ਹੈ, ਜਿਹੜੀ ਬੋਲੀ ਮਰ ਰਹੀ ਹੈ। ਕਿਉਂਕਿ ਮੈਂ ਇਸ ਗੱਲ ਲਈ ਬੜਾ, ਮੈਂ ਮਤਲਬ ਕਿ ਇਹ ਗੱਲ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਜਿਹੜੀ ਭਾਸ਼ਾ ਜਾਂ ਬੋਲੀ ਜਾਂ ਸੱਭਿਆਚਾਰ ਉਦੋਂ ਮਰਦਾ ਹੈ ਜਦੋਂ ਤੁਸੀਂ ਉਹਦੀਆਂ ਕਲਾਵਾਂ ਨੂੰ ਖਤਮ ਕਰ ਦਿੰਦੇ ਹੋ, ਜਾਂ ਉਹਦੀਆਂ ਕਲਾਵਾਂ ਨੂੰ ਤੁਸੀਂ, ਜਿਹੜੇ ਉਹਦੇ ਵਾਹਨ ਨੇ, ਜਦੋਂ ਤੁਸੀਂ ਉਹ ਖਤਮ ਕਰਦੇ ਤਾਂ ਉਹ ਆਪਣੇ ਆਪ ਹੀ ਖਤਮ ਹੋ ਜਾਂਦੀ ਹੈ। ਕਿੰਨੀਆਂ ਜਿਹੜੀਆਂ ਨੇ ਬੋਲੀਆਂ ਆਪਾਂ ਦੱਸ ਸਕਦੇ ਹਾਂ ਵੀ ਖਤਮ ਹੋ ਰਹੀਆਂ ਨੇ। ਦੇਖੋ ਹਰਿਆਣਵੀ ਲਗਭਗ ਜਿਹੜੀ ਹੈ ਉਹ, ਕਿਉਂਕਿ ਹਿੰਦੀ ਨੇ ਹਰਿਆਣਵੀ ਦੇ ਉੱਤੇ ਪੂਰੀ ਤਰ੍ਹਾਂ ਆਪਣਾ ਗਲਬਾ ਪਾ ਲਿਆ। ਹਰਿਆਣੇ ਦੇ ਵਿੱਚ ਹੋਰ ਜਿਹੜੀਆਂ 2-3, ਜਿਵੇਂ ਬਾਂਗਰ ਦੀ ਭਾਸ਼ਾ ਸੀ, ਬਾਂਗਰੂ ਇੱਕ ਅਲੱਗ ਭਾਸ਼ਾ ਸੀ, ਉਹ ਬੋਲੀ ਸੀ, ਉਹ ਖਤਮ ਹੋ ਗਈ। ਤੇ ਇਸੇ ਤਰ੍ਹਾਂ ਪੁਆਧੀ ਦੇ ਉੱਤੇ ਮੈਨੂੰ ਇਹ ਲੱਗਦਾ ਸੀ ਵੀ ਇਹਨੂੰ ਸੰਭਾਲਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਹਾਲਾਂਕਿ ਪੁਆਧ ਦੇ ਖਿੱਤੇ ਦੇ ਕੁਝ ਨੌਜਵਾਨ ਵੀ ਜਿਹੜੇ ਹੈ ਚੇਤਨ ਤੌਰ ਤੇ ਇਸ ਪਾਸੇ ਲੱਗੇ ਹੋਏ ਨੇ, ਕਿਉਂਕਿ ਇਹ ਭਾਵੇਂ ਆਪਾਂ ਇਹਨੂੰ ਕਹਿੰਦੇ ਹਾਂ ਕਿ ਪੰਜਾਬੀ ਦੀ ਇਹ ਉਪਭਾਸ਼ਾ ਹੈ ਜਾਂ ਹੋਰ ਹੈ, ਪਰ ਕਿਉਂਕਿ ਹਰੇਕ ਭਾਸ਼ਾ ਦਾ ਜਾਂ ਬੋਲੀ ਦਾ ਇੱਕ ਆਪਣਾ ਜਿਹੜਾ ਹੈਗਾ ਆਜ਼ਾਦ ਤੇ ਇੱਕ ਆਪਣਾ ਸੁਤੰਤਰ ਪ੍ਰਬੰਧ ਹੁੰਦਾ। ਤੇ ਉਸ ਤਰੀਕੇ ਨਾਲ ਤਾਂ ਮੇਰਾ ਇਹ ਤਾਂ ਕਰਕੇ ਮੈਂ ਇਸ ਕਰਕੇ ਚੇਤਨ ਤੌਰ ਤੇ ਮੈਂ ਇਸ ਭਾਸ਼ਾ ਦੇ ਨਾਲ ਜਾਂ ਇਸ ਬੋਲੀ ਦੇ ਨਾਲ ਜੁੜਿਆ ਤੇ ਇਹਨਾਂ ਲੋਕਾਂ ਨੂੰ ਮਿਲਿਆ, ਪੁਆਧੀ ਅਖਾੜੇ ਵਾਲੇ ਲੋਕਾਂ ਨੂੰ ਮਿਲਿਆ, ਫਿਰ ਇਹਨਾਂ ਦੀ ਡਿਕਸ਼ਨ ਨੂੰ ਜਾਣਿਆ, ਇਹਨਾਂ ਦੀ ਸ਼ਬਦਾਵਲੀ ਜਿਹੜੀ ਹੈ ਉਹ ਕਿਸ ਤਰ੍ਹਾਂ ਦੇ ਸ਼ਬਦ, ਇਹਦੇ ਤੇ ਬਾਂਗਰੂ ਦਾ ਅਸਰ ਹੈ, ਕਿਸ ਤਰ੍ਹਾਂ ਦਾ ਪਹਾੜੀ ਦਾ ਅਸਰ ਹੈ, ਕਿਸ ਤਰ੍ਹਾਂ ਇਹਨਾਂ ਸ਼ਬਦਾਂ ਦੇ ਉੱਪਰ ਜਿਹੜਾ ਹੈਗਾ ਹਰਿਆਣਵੀ ਦਾ ਅਸਰ ਹੈ। ਤੇ ਇਸ ਕਰਕੇ ਇਹ ਕਿਤਾਬ ਆਈ। ਬਾਕੀ ਜਿਹੜੀ ਤੁਸੀਂ ਗੱਲ ਕੀਤੀ ਕਿ ਲੋਕ ਨ੍ਰਿਤ ਦੇ ਉੱਪਰ ਮੇਰਾ ਕਾਫੀ ਸਮੇਂ ਤੋਂ ਕੰਮ ਚੱਲ ਰਿਹਾ ਹੈ। ਜਿਵੇਂ ਮੈਂ ਪਹਿਲਾਂ ਦੱਸਿਆ ਸੀ ਕਿ ਜਿੱਥੇ ਸਾਡੇ ਅਕੈਡਮੀਸ਼ੀਅਨ ਨੇ ਜਾਂ ਵਿਦਵਾਨ ਨੇ, ਉਹ ਚੰਗੇ ਕੰਮ ਕਰਦੇ ਨੇ ਸਾਡੀ ਇਸ ਨੂੰ ਸੱਭਿਆਚਾਰ ਨੂੰ ਜਾਂ ਸੰਭਾਲਣ ਦੇ ਜਾਂ ਹੋਰ ਨੂੰ, ਕਈ ਵਾਰੀ ਕੰਮ ਕਰਦੇ ਕਰਦੇ ਉਹ ਹਾਈਪੋਥੀਕਲੀ ਕਈ ਗੱਲਾਂ ਕਰ ਲੈਂਦੇ ਆ। ਮੈਨੂੰ ਲੋਕ ਨ੍ਰਿਤ ਤੇ ਹੁਣ ਤੱਕ ਸਿਰਫ ਡਾਕਟਰ ਨਾਹਰ ਸਿੰਘ ਤੋਂ ਬਿਨਾਂ ਮੈਨੂੰ ਕਿਸੇ ਵੀ ਜਿਹੜਾ ਹੈਗਾ ਵਿਦਵਾਨ ਹੈ, ਕਿਸੇ ਨੇ ਪ੍ਰਭਾਵਿਤ ਨਹੀਂ ਕੀਤਾ। ਡਾਕਟਰ ਨਾਹਰ ਸਿੰਘ ਨੇ ਕਿਉਂਕਿ ਪ੍ਰੈਕਟੀਕਲੀ ਕੰਮ ਕੀਤਾ ਹੈ। ਮੈਂ ਇੱਥੇ ਗੱਲ ਦੱਸਣਾ ਚਾਹੁੰਦਾ ਵੀ 3 ਤਰ੍ਹਾਂ ਦੇ ਜਿਹੜੇ ਲੋਕ ਨੇ, ਜਿਹੜੇ ਲੋਕ ਨ੍ਰਿਤ ਬਾਰੇ ਗੱਲ ਕਰਦੇ ਆ, ਭਾਵੇਂ ਉਹ ਮੰਚ ਤੇ ਕਰਨ, ਭਾਵੇਂ ਟੈਲੀਵਿਜ਼ਨ ਤੇ ਕਰਨ, ਕਿਸੇ ਇੰਟਰਵਿਊ 'ਚ ਕਰਨ, ਉਹਨਾਂ 'ਚ ਇੱਕ ਤਾਂ ਉਹ ਨੇ ਜਿਹੜੇ ਬਿਲਕੁਲ ਪਰਫਾਰਮਰ ਨੇ, ਜਿਹੜੇ ਸਿਰਫ ਪੇਸ਼ਕਾਰੀ ਦਿੰਦੇ ਨੇ। ਦੂਜੇ ਉਹ ਨੇ ਜਿਹੜੇ ਸਿਰਫ ਜਿਨ੍ਹਾਂ ਕੋਲੇ ਅਕੈਡੈਮਿਕ ਜਿਹੜੀ ਉਹ ਹੈ, ਜਿਨ੍ਹਾਂ ਕੋਲੇ ਸੱਭਿਆਚਾਰ ਦੀਆਂ ਭਾਸ਼ਾਵਾਂ, ਪਰਿਭਾਸ਼ਾਵਾਂ ਨੇ, ਲੋਕਧਾਰਾ ਦੀਆਂ ਭਾਰੀ ਪਰਿਭਾਸ਼ਾਵਾਂ ਨੇ, ਇੱਧਰ ਉੱਧਰੋਂ ਹੋਰ ਜ਼ਬਾਨਾਂ ਤੋਂ ਜਿਨ੍ਹਾਂ ਨੇ ਲਈਆਂ ਨੇ, ਤੇ ਉਹ ਦੱਸ ਸਕਦੇ ਆ ਵੀ ਲੋਕਧਾਰਾ ਦਾ ਅਰਥ ਕੀ ਹੁੰਦਾ, ਸੱਭਿਆਚਾਰ ਦਾ ਅਰਥ ਕੀ ਹੁੰਦਾ। ਤੇ ਇੱਕ ਉਹ ਲੋਕ ਨੇ ਜਿਨ੍ਹਾਂ ਦਾ ਥੋੜਾ ਮੋਟਾ ਜਿਹੜਾ ਹੈਗਾ ਅਕੈਡਮਿਸ਼ਨ ਵੀ ਹੈ, ਤੇ ਦੂਜੇ ਪਾਸੇ ਪੇਸ਼ਕਾਰੀ ਵਾਲਾ, ਉਹ ਪੇਸ਼ਕਾਰ ਵੀ ਨੇ ਜਾਂ ਪੇਸ਼ਕਾਰੀ ਵੱਲ ਉਹਨਾਂ ਦਾ ਧਿਆਨ ਵੀ ਹੈ। ਮੈਂ ਸਮਝਦਾ ਵੀ ਉਹ ਲੋਕ ਜ਼ਿਆਦਾ ਠੀਕ ਕੰਮ ਕਰ ਸਕਦੇ ਆ। ਸਾਡੇ ਇੱਕ ਵਿਦਵਾਨ ਨੇ, ਸੰਗੀਤ ਦੇ ਨੇ, ਉਹਨਾਂ ਨੇ ਕੰਮ ਕੀਤਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਗੀਤ ਵਿਭਾਗ ਨੇ। ਉਹਨਾਂ ਨੇ ਲੋਕ ਨ੍ਰਿਤ, ਝੂਮਰ ਤੇ ਸੰਮੀ ਬਾਰੇ ਉਹਨਾਂ ਨੇ ਉੱਪਰ ਕੰਮ ਕੀਤਾ। ਉਹਨਾਂ ਨੇ ਕੀ ਕੀਤਾ, ਆਪਣੇ ਜਾਣੇ ਤਾਂ ਉਹਨਾਂ ਨੇ ਬੜੀ ਸਿਆਣਪ ਕੀਤੀ, ਤੇ ਪਰ ਕਈ ਵਾਰੀ ਸਿਆਣਪ ਕਰਦੇ ਕਰਦੇ ਕੋਈ ਨੁਕਸਾਨ ਹੋ ਜਾਂਦਾ, ਕਿਉਂਕਿ ਫੋਕ ਦੀ, ਜਿੱਦਾਂ ਮੈਂ ਪਹਿਲਾਂ ਦੱਸਿਆ, ਪਰੰਪਰਾ ਜਿਹੜੀ ਹੈ ਉਹ ਇੱਕ ਜਿਹੜੀ ਹੈ ਔਰਲ ਪਰੰਪਰਾ ਹੈ, ਉਹਨੂੰ ਬੰਨਣਾ, ਉਹਨਾਂ ਨੂੰ ਭਾਸ਼ਾ ਸ਼ਬਦਾਂ ਦੇ ਵਿੱਚ ਜਾਂ ਹੋਰ, ਇਹ ਬਹੁਤ ਇੱਕ ਔਖਾ ਕੰਮ ਹੈ। ਤੇ ਇਹਦੇ ਲਈ ਤਾਂ ਹੁਣ ਜਿਵੇਂ ਮੈਂ ਲੋਕ ਨਾਚਾਂ ਬਾਰੇ ਮੈਂ ਕੱਲੇ ਲੋਕਾਂ ਕੋਲੇ ਗਿਆ, ਕਿੰਨਾ ਘੰਟੇ ਬੱਧੀ ਉਹਨਾਂ ਨਾਲ ਗੱਲਾਂ ਕੀਤੀਆਂ ਵੀ ਇਹ ਕੁਛ ਲੋਕ ਸਾਡੇ ਤੋਂ ਚਲੇ ਵੀ ਗਏ, ਇਸ ਦੁਨੀਆ ਤੋਂ ਚਲੇ ਵੀ ਗਏ, ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ। ਤੇ ਮੈਂ ਇਹ ਨਹੀਂ ਗਾ ਵੀ ਮੈਂ ਕਿਸੇ ਕਿਤਾਬ ਤੋਂ ਚੱਕ ਕੇ ਵੀ ਫਲਾਂ ਵਿਦਵਾਨ ਨੇ ਆਹ ਲਿਖਿਆ ਭੰਗੜੇ ਬਾਰੇ ਜਾਂ ਲਿਖਿਆ, ਇਹ ਮੇਰਾ ਕੋਈ ਕੰਸਰਨ ਨਹੀਂ, ਕਿਉਂਕਿ ਨਾ ਹੀ ਉਹਨਾਂ ਨੂੰ ਭੰਗੜੇ ਬਾਰੇ ਕੋਈ ਪਤਾ ਹੈ, ਤੇ ਨਾ ਹੀ ਮੈਂ ਭੰਗੜੇ ਨੂੰ ਤੇ ਐਸ ਸੱਚ
ਜਿਵੇਂ ਇੱਕ ਲੋਕ ਨ੍ਰਿਤ ਦੀ ਜਿਹੜੀ ਉਹ ਹੈ ਉਵੇਂ ਮੈਂ ਮੰਨਦਾ, ਕਿਉਂਕਿ ਇਹ ਇੱਕ ਕੋਰੀਓਗ੍ਰਾਫਡ ਜਿਹੜਾ ਹੈਗਾ ਡਾਂਸ ਹੈ ਭੰਗੜਾ, ਜਿਹੜਾ ਕਈ ਲੋਕ ਨ੍ਰਿਤ ਦੇ ਵਿੱਚੋਂ ਥੋੜ੍ਹੀਆਂ ਬੰਦਗੀਆਂ ਲੈ ਕੇ ਜਿਹੜਾ ਹੈ ਸਟੇਜ ਦੀ ਰਿਕੁਆਇਰਮੈਂਟ ਦੇ ਨਾਲ ਜਿਹੜਾ ਬਣਾਇਆ ਗਿਆ। ਹੁਣ ਮੇਰੀ ਕੋਸ਼ਿਸ਼ ਇਹ ਹੈ ਵੀ ਲੋਕਾਂ ਦੇ ਵਿੱਚੋਂ ਇਹ ਜਿਹੜੇ ਹੈ ਕਿਵੇਂ ਅਮਰਜ ਕਿਵੇਂ ਹੋਏ, ਐਵੋਲੂਸ਼ਨ ਕਿਵੇਂ ਹੋਈ, ਲੋਕ ਨ੍ਰਿਤ ਦੀ ਐਵੋਲੂਸ਼ਨ ਲੋਕਾਂ ਚੋਂ ਕਬੀਲਿਆਂ ਚੋਂ ਕਿਵੇਂ ਹੁੰਦੀ ਹੈ। ਹੁਣ ਪੰਜਾਬੀ ਦੇ ਲੋਕ ਨ੍ਰਿਤ ਨੇ ਜਿਹੜੇ, ਉਹਨਾਂ ਨੂੰ ਤੁਸੀਂ ਯੂਪੀ ਦੇ ਲੋਕ ਨ੍ਰਿਤ ਨਾਲ ਜਾਂ ਬਿਹਾਰ ਦੇ ਲੋਕ ਨ੍ਰਿਤ ਨਾਲ ਨਹੀਂ ਮੇਲ ਕੇ ਦੇਖ ਸਕਦੇ, ਕਿਉਂਕਿ ਉਹਨਾਂ ਦੇ ਲੋਕ ਨ੍ਰਿਤ ਪੂਜਾ ਦੇ ਵਿੱਚੋਂ ਆਏ ਹੋਏ ਆ, ਸਾਡੇ ਲੋਕ ਨ੍ਰਿਤ ਕਿਰਤ ਦੇ ਵਿੱਚੋਂ ਆਏ ਹੋਏ ਨੇ। ਸਾਡਾ ਚਾਹੇ ਭਾਵੇਂ ਝੂਮਰ ਹੈ, ਭਾਵੇਂ ਸਾਡੇ ਕਬੀਲਿਆਂ ਦੇ ਤੁਸੀਂ ਸੰਮੀ ਹੈ ਜਾਂ ਹੋਰ ਲੋਕ ਨ੍ਰਿਤ ਨੇ, ਉਹਨਾਂ ਦੇ ਤੁਸੀਂ ਜਿੰਨੇ ਵੀ ਕਾਰਜ ਸ਼ੈਲੀਆਂ ਨੇ ਜਾਂ ਨੈ ਸ਼ੈਲੀਆਂ ਨੇ ਜਾਂ ਨ੍ਰਿਤ ਦੀਆਂ ਸ਼ੈਲੀਆਂ ਨੇ, ਉਹ ਤੁਸੀਂ ਦੇਖੋ ਉਹ ਸਾਰੀਆਂ ਕਾਰਜ ਨਾਲ ਜੁੜੀਆਂ ਹੋਈਆਂ, ਜਿਹੜਾ ਭਾਵੇਂ ਖੇਤੀ ਦਾ ਕਾਰਜ ਹੋਵੇ, ਭਾਵੇਂ ਲੇਬਰ ਦਾ ਕਾਰਜ ਹੋਵੇ, ਉਹਦੇ ਨਾਲ ਜੁੜੀਆਂ ਹੋਈਆਂ ਨੇ। ਹੁਣ ਜਿਹੜੀਆਂ ਇਹ ਗੱਲਾਂ ਫੜਨ ਦੀ ਜਿਹੜੀ ਹੈ ਸਭ ਤੋਂ ਵੱਧ ਜਿਹੜੀ ਹੈ ਮੈਂ ਸਮਝਦਾ ਜ਼ਰੂਰਤ ਹੈ, ਮੈਂ ਇਹਦੇ ਤੇ ਕਰ ਰਿਹਾ। ਮੈਨੂੰ ਉਮੀਦ ਹੈ ਵੀ ਮੇਰਾ ਕੰਮ ਲਗਭਗ ਨੇੜੇ ਹੈ, ਛੇਤੀ ਸਾਹਮਣੇ ਆ ਜਾਏਗਾ। ਹੋ ਸਕਦਾ ਕਿ ਬਹੁਤ ਜ਼ਰੂਰੀ ਹੈ। ਮੈਂ ਇਸੇ ਲਈ ਹਮੇਸ਼ਾ ਯਾਦ ਕਰਾਉਂਦਾ ਰਹਿੰਦਾ, ਤੇ ਅੱਜ ਵੀ ਮੈਂ ਇਸੇ ਲਈ ਯਾਦ ਕਰਾਇਆ ਕਿ ਅੱਜ ਮੈਂ ਕਿਹਾ ਮੈਂ ਰਿਕਾਰਡ ਹੀ ਕਰ ਲਵਾਂ ਰੁਪਾਲ ਕੋਲੋਂ ਵੀ ਇਹ ਕੰਮ ਕਰਦੇ ਪਏ ਆ ਤੇ ਜਲਦੀ ਨਾਲ ਆ ਜਾਣਾ ਇਹ ਕੰਮ ਵੀ। ਇਹ ਬਹੁਤ ਜ਼ਰੂਰੀ ਹੈ ਰੁਪਾਲ। ਬਿਲਕੁਲ ਹੁਣ ਤੁਸੀਂ ਇਹ ਕਰਨਾ ਵੀ। ਰੁਪਾਲ ਸਾਡੇ ਕੋਲ ਕਿਉਂਕਿ ਹੁਣ ਟਾਈਮ ਆਲਮੋਸਟ ਮੁੱਕ ਗਿਆ, ਪਰ ਫਿਰ ਵੀ ਆਪਾਂ ਦੋ ਗੱਲਾਂ ਮੈਂ ਚਾਹਾਂਗਾ ਵੀ ਉਹਦੇ ਛੋਟੇ ਛੋਟੇ ਜਵਾਬਾਂ ਦੇ ਵਿੱਚ। ਇੱਕ ਤਾਂ ਮੈਂ ਚਾਹੁੰਦਾ ਕਿ ਤੁਸੀਂ ਆਪਣੇ ਮਾਲਵਾ ਜਿਹੜੀ ਤੁਹਾਡਾ ਗਰੁੱਪ ਹੈ ਜਿਹੜਾ ਪਰਫਾਰਮੈਂਸ ਗਰੁੱਪ ਹੈ, ਉਹਦੇ ਸਾਰੇ ਕਾਰ ਵਿਹਾਰ ਬਾਰੇ ਤੁਸੀਂ 2 ਮਿੰਟ ਉਹਦੇ ਬਾਰੇ ਗੱਲ ਕਰੋ। ਤੇ 2 ਮਿੰਟ ਮੈਂ ਚਾਹਾਂਗਾ, ਤੁਸੀਂ ਲੰਬੇ ਸਮੇਂ ਤੋਂ ਪੰਜਾਬ ਸੰਗੀਤ ਨਾਟਕ ਅਕੈਡਮੀ ਤੇ ਆਰਟ ਕੌਂਸਲ ਨਾਲ ਜੁੜੇ ਹੋਏ ਹੋ, ਮੈਂ ਚਾਹਾਂਗਾ 2 ਮਿੰਟ ਉਸ ਹਵਾਲੇ ਨਾਲ ਵੀ ਤੁਸੀਂ ਆਪਣੇ ਕੰਮਾਂ ਬਾਰੇ ਵੀ ਤੁਸੀਂ ਇਹਨਾਂ ਦੇ ਵਿੱਚ ਸੰਸਥਾਵਾਂ 'ਚ ਰਹਿੰਦੇ ਆ ਕੀ ਕਰ ਸਕੇ ਹੋ, ਜਾਂ ਤੁਹਾਨੂੰ ਲੱਗਦਾ ਵੀ ਅਜੇ ਕਰਨਾ ਬਾਕੀ ਹੈ, ਜਾਂ ਕਿੱਦਾਂ ਦਾ ਵਰਤਾਰਾ ਹੈ? ਬਹੁਤ ਚੰਗਾ ਕੀਤਾ, ਕਿਉਂਕਿ ਗੱਲ ਤਾਂ ਸਮੇਟਣੀ ਹੈ। ਤੇ ਸਭ ਤੋਂ ਪਹਿਲਾਂ ਤਾਂ ਮੈਂ ਮਾਲਵਾ ਸੁਸਾਇਟੀ ਬਾਰੇ ਦੱਸ ਦਿਆਂ ਕਿ ਮੈਂ ਇੱਥੇ ਚੰਡੀਗੜ੍ਹ ਆਉਣ ਤੋਂ ਬਾਅਦ ਜਦੋਂ ਮੈਂ ਦਿੱਲੀ ਤੋਂ ਵਾਪਸ ਆਇਆ, ਮੈਂ ਮੈਂਬਰ ਬਣਿਆ। ਹੌਲੀ ਹੌਲੀ ਮੈਨੂੰ ਕਾਫੀ ਜ਼ਿੰਮੇਵਾਰੀਆਂ ਸੌਂਪਤੀਆਂ। ਅਸੀਂ ਇਕੱਲਾ ਮਲਵਈ ਗਿੱਧਾ ਹੀ ਤਿਆਰ ਨਹੀਂ ਕੀਤਾ, ਉਸ ਤੋਂ ਬਾਅਦ ਅਸੀਂ ਝੂਮਰ ਵੀ ਤਿਆਰ ਕੀਤਾ, ਉਸ ਤੋਂ ਬਾਅਦ ਅਸੀਂ ਸੰਮੀ ਵੀ ਤਿਆਰ ਕੀਤੀ ਤੇ ਲੁੱਡੀ ਵੀ ਤਿਆਰ ਕੀਤੀ। ਜਿਹੜੇ ਲੋਕ ਨ੍ਰਿਤ ਅਲੋਪ ਹੋ ਰਹੇ ਸੀ, ਅਸੀਂ ਚਾਹੁੰਦੇ ਸੀ ਵੀ ਉਸੇ ਵੰਨਗੀ ਦੇ ਵਿੱਚ ਉਸ ਤਰੀਕੇ ਨਾਲ ਉਹਨਾਂ ਨੂੰ ਜਿਹੜਾ ਤਿਆਰ ਕੀਤਾ ਜਾਵੇ। ਮੇਰੇ ਦੋਸਤ ਨੇ, ਮੇਰੇ ਸੀਨੀਅਰ ਰਹੇ ਨੇ ਮਾਨਸਾ ਭੋਲਾ ਕਲਹਿਰੀ ਜੀ, ਤੇ ਭੋਲਾ ਕਲਹਿਰੀ ਹੋਰੀ ਜੁੜੇ ਹੋਏ ਸਾਡੇ ਨਾਲ, ਇਹ ਦੇਖਦੇ ਪਏ ਤੁਹਾਨੂੰ। ਇਹ ਹੋਰ ਵੀ ਚੰਗੀ ਗੱਲ ਹੈ। ਸੁਣਦੇ ਪਏ। ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਬੁਲਾ ਕੇ ਅਸੀਂ ਇੱਥੇ ਵਰਕਸ਼ਾਪ ਲਵਾਈਆਂ, ਕਿਉਂਕਿ ਉਹਨਾਂ ਨੇ ਖੁਦ ਉਹ ਕਬੀਲਿਆਂ ਦੇ ਨਾਲ ਕੰਮ ਕੀਤਾ ਹੋਇਆ ਸੀਗਾ, ਜਿਹੜੇ ਬਾਜੀਗਰ ਕਬੀਲੇ ਸੀਗੇ। ਤੇ ਇਸ ਕਰਕੇ ਇਸ ਪਾਸੇ ਅਸੀਂ ਤੋਰਿਆ। ਅਸੀਂ ਨਾਟਕ ਨੂੰ ਵੀ ਦੁਬਾਰਾ ਫੇਰ ਅਸੀਂ ਅੱਧ ਚਾਨਣੀ ਰਾਤ ਦੁਬਾਰਾ ਤਿਆਰ ਕੀਤਾ, ਬਗਾਨੇ ਬੋੜੀ ਸ਼ਾਨ ਨਾਟਕ ਤਿਆਰ ਕੀਤਾ, ਅਰਬਨ ਅਰਬਨ ਧੁੰਦੂਕਾਰਾ ਤਿਆਰ ਕੀਤਾ। ਹੁਣ ਮੈਂ ਲੇਟੈਸਟ ਤੁਹਾਨੂੰ ਇਸ ਗੱਲ ਦੀ ਖੁਸ਼ੀ ਲੈਣਾ ਚਾਹੁੰਦਾ ਕਿ ਭੱਠ ਖੇਡਣ ਦਾ ਰਹਿਣਾ ਪਲੇ ਲਾਕਡਾਊਨ ਦੇ ਦੌਰਾਨ ਮੈਂ ਤਿਆਰ ਕੀਤਾ। ਅਸੀਂ ਕਰ ਰਹਾ, ਸਾਡਾ ਪਲੇ ਉਹ ਤਿਆਰ ਹੈ, ਤੇ ਅਸੀਂ ਚਾਹੁੰਦੇ ਹਾਂ ਵੀ ਛੇਤੀ ਸਾਨੂੰ ਪਰਫਾਰਮੈਂਸ ਦਾ ਕਿਤੇ ਮੌਕਾ ਮਿਲੇ। ਤੇ ਯਾਰ ਇਹ ਤਾਂ ਮੈਂ ਆਪ ਬੜਾ ਸੋਹਣਾ ਤਿਆਰ ਕੀਤਾ ਹੋਇਆ ਸੀ, ਕਰਕੇ ਗਏ, ਚੰਗਾ ਭਲਾ ਤਿਆਰ ਹੋਇਆ, ਤੁਸੀਂ ਕਿਉਂ ਦੁਬਾਰਾ ਤਿਆਰ ਕੀਤਾ? ਅਸੀਂ ਠੀਕ ਹੈ, ਤੁਹਾਡੇ ਡੋਮੇਨ ਦੇ ਵਿੱਚ ਅਸੀਂ ਨਹੀਂ, ਪਰ ਇਹ ਵੀ ਸਾਡਾ ਇਹ ਬੜੇ ਚਿਰ ਤੋਂ ਰੀਝ ਸੀ ਵੀ ਇਹ ਨਾਟਕ ਅਸੀਂ ਤਿਆਰ ਕਰੀਏ। ਇਹ ਐਕਚੁਅਲੀ ਮੇਰੀ ਨਾ ਬੜੀ ਪਸੰਦ ਦਾ ਪਲੇ ਆ। ਜਦੋਂ ਮੈਂ ਗੁਰਸ਼ਰਨ ਭਾਜੀ ਦਾ ਕੰਮ ਕਰਦਾ ਸੀ ਤੇ ਉਦੋਂ ਮੈਂ ਇਹਦੇ ਵਿੱਚ ਨਿਰਮਲ ਸਿੰਘ ਵਾਲਾ ਰੋਲ ਮੈਂ ਕਰਦਾ ਸੀਗਾ। 81 82 83 ਚ ਬਹੁਤ ਮੈਂ ਕੀਤਾ ਇਹ ਨਾਟਕ, 3-4 ਸਾਲ ਬਹੁਤ ਜ਼ਿਆਦਾ। ਫਿਰ ਜਦੋਂ ਹੁਣ ਮੈਂ ਔਲਖ ਸਾਹਿਬ ਦੀ ਡੈਥ ਹੋਈ ਹੈ, ਉਦੋਂ ਫਿਰ ਮੈਂ ਇਹਨੂੰ ਤਿਆਰ ਕਰਵਾਇਆ ਆਪਣੀ ਟੀਮ ਨਾਲ, ਔਰ ਕਾਫੀ ਵੱਡੇ ਪੈਮਾਨੇ ਤੇ। ਮੇਰੇ ਖਿਆਲ ਤੁਸੀਂ ਦੇਖਿਆ ਸੀ ਸ਼ਾਇਦ ਚੰਡੀਗੜ੍ਹ ਜਦੋਂ ਕੀਤਾ। ਹਾਂਜੀ ਹਾਂ, ਬਿਲਕੁਲ ਤੁਸੀਂ ਪਰਫਾਰਮੈਂਸ ਦੇਖੀ ਸੀਗੀ, ਬਹੁਤ ਕਮਾਲ ਦਾ ਪਲੇ ਹੈ। ਕਿਉਂਕਿ ਤੁਸੀਂ ਇੱਕ ਪ੍ਰੋਫੈਸ਼ਨਲ ਥੀਏਟਰਿਸਟ ਵਾਂਗ ਤਿਆਰ ਕੀਤਾ ਹੈ, ਤੇ ਅਸੀਂ ਇੱਕ ਪੇਂਡੂ ਰੰਗਮੰਚ ਦੇ ਲਹਿਜੇ ਨਾਲ ਤਿਆਰ ਕੀਤਾ ਹੈ। ਨਹੀਂ ਏਦਾਂ ਵੀ ਹੋਣਾ ਚਾਹੀਦਾ। ਹਾਂ, ਅੱਛਾ, ਜਿਹੜੀ ਦੂਸਰੀ ਗੱਲ ਤੁਸੀਂ ਕੀਤੀ ਨਾ, ਜਿਹੜੀ ਸਾਡੀ ਸੁਸਾਇਟੀ ਦਾ ਇੱਕ ਹੋਰ ਐਕਟੀਵਿਟੀ ਆ ਵੀ ਸੋਸ਼ਲ ਐਕਟੀਵਿਟੀ ਅਸੀਂ ਨਾਲ ਕਰਦੇ ਹਾਂ। ਅਸੀਂ ਫੈਮਿਲੀਜ਼ ਨੂੰ ਨਾਲ ਲੈ ਕੇ ਚੱਲਦੇ ਹਾਂ, ਤੇ ਜਿੱਦਾਂ ਕੋਈ ਤਿਉਹਾਰ ਹੈ ਅਸੀਂ ਇਕੱਠਿਆਂ ਮਨਾ ਲਿਆ, ਲੋਹੜੀ ਇਕੱਠਿਆਂ ਮਨਾ ਲਈ, ਵਿਸਾਖੀ ਇਕੱਠਿਆਂ ਮਨਾ ਲਈ। ਫਿਰ ਅਸੀਂ ਬਾਹਰ ਪਹਾੜਾਂ ਵਿੱਚ ਟੂਰ ਵੀ 1-2 ਅਸੀਂ ਸਾਲ ਦੇ ਵਿੱਚ ਸਾਰੇ ਪਰਿਵਾਰ ਦੇ ਸਮੇਤ ਲਾਉਂਦੇ ਹਾਂ। ਕੋਈ ਏਦਾਂ ਦਾ, ਕਈ ਵਾਰੀ ਟੈਂਟ ਵੀ ਲੈ ਜਾਂਦੇ ਆ ਨਾਲ। ਤੇ ਇਸ ਤਰ੍ਹਾਂ ਦਾ ਸਾਡਾ ਜਿਹੜਾ ਹੈ ਐਕਟੀਵਿਟੀ ਹੈ ਇਸ ਸੁਸਾਇਟੀ ਦੀ ਹੈ। ਦੂਸਰੀ ਗੱਲ, ਤੁਸੀਂ ਪੰਜਾਬ ਸੰਗੀਤ ਨਾਟਕ ਅਕੈਡਮੀ ਤੇ ਪੰਜਾਬ ਆਰਟਸ ਕੌਂਸਲ ਨਾਲ ਜੁੜੇ ਹੋਣ ਦੀ ਗੱਲ ਕੀਤੀ।
ਤੇ ਵੈਸੇ ਤਾਂ ਜਦੋਂ ਮੈਂ ਪਹਿਲੀ ਵਾਰੀ ਪੰਜਾਬ ਸੰਗੀਤ ਨਾਟਕ ਅਕੈਡਮੀ ਦਾ ਮੈਂਬਰ ਬਣਿਆ ਉਦੋਂ ਮੈਨੂੰ ਪਤਾ ਵੀ ਨਹੀਂ ਸੀ। ਤੇ ਪ੍ਰੋਫੈਸਰ ਰਾਜਪਾਲ ਸਿੰਘ ਆ ਸਾਡੇ ਵਿਚਕਾਰ ਨਹੀਂ, ਉਹਨਾਂ ਨੂੰ ਮੈਂ ਸਲਾਮ ਕਰਦਾ। ਤੇ ਕਿਉਂਕਿ ਪ੍ਰੋਫੈਸਰ ਰਾਜਪਾਲ ਸਿੰਘ ਹੋਰਾਂ ਨੇ ਮੇਰਾ ਕੰਮ ਤੇ ਮੇਰਾ ਵਿਹਾਰ ਤੇ ਉਦਾਂ ਦਾ ਦੇਖਿਆ ਹੋਇਆ ਸੀਗਾ। ਤੇ ਪ੍ਰੋਫੈਸਰ ਰਾਜਪਾਲ ਸਿੰਘ ਜਦੋਂ ਇੱਥੇ ਜਦੋਂ 2002 ਦੇ ਵਿੱਚ ਸਰਕਾਰ ਬਣੀ ਆਪਣਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ, ਤੇ ਉਸ ਤੋਂ ਬਾਅਦ ਜਦੋਂ ਦੁਬਾਰਾ ਰੀਆਰਗੇਨਾਈਜ਼ ਹੋਈ ਆਰਟ ਕੌਂਸਲ, ਉਦੋਂ ਉਹ ਮੈਨੂੰ ਅਕੈਡਮੀ ਦੇ ਵਿੱਚ ਉਹਨਾਂ ਦੀ ਸਿਫਾਰਿਸ਼ ਦੇ ਨਾਲ ਮੈਨੂੰ ਮੈਂਬਰ ਜਿਹੜਾ ਸੀ ਬਣਾਇਆ ਗਿਆ। ਤੇ ਇੱਥੇ ਆ ਕੇ ਜਿੰਨੀ ਕੁ ਐਕਟੀਵਿਟੀ, ਜਿੰਨਾ ਕੁ ਜਿਵੇਂ ਮੈਂ ਸ਼ੁਰੂ ਹੀ ਦੱਸਿਆ ਸੀ ਕਿ ਮੈਂ ਜ਼ਿਆਦਾ ਦਖਲ ਦੇਣ ਦੀ ਮੈਨੂੰ ਆਦਤ ਨਹੀਂ, ਤੇ ਪਰ ਜਿੰਨਾ ਕੁ ਮੈਨੂੰ ਇੱਥੇ ਰੋਲ ਕਰਨ ਦਾ ਮੌਕਾ ਮਿਲਿਆ ਉਸ ਸਮੇਂ ਦੌਰਾਨ, ਮੈਂ ਫਿਰ ਸੈਕਟਰੀ ਬਣ ਗਿਆ। ਡੋਲੀ ਗਲੇਰੀਆ ਜੀ ਸਾਡੇ ਪ੍ਰਧਾਨ ਸੀ, ਤੇ ਉਦੋਂ ਫੰਡਸ ਵੀ ਇਸ ਤਰੀਕੇ ਦੇ ਸੀ, ਬੜੇ ਸੀਮਤ ਜੇ, ਤੇ ਸੀਮਤ ਜੀ ਐਕਟੀਵਿਟੀ ਉਹਨਾਂ ਸਾਲਾਂ ਦੇ ਵਿੱਚ ਅਸੀਂ ਕੀਤੀ। ਜਦੋਂ ਦੁਬਾਰਾ ਫਿਰ ਰੀਆਰਗੇਨਾਈਜ਼ ਹੋਈ ਅਕੈਡਮੀ, ਸਤੇਜ ਸ਼ਰਮਾ ਜੀ ਮੈਂਬਰ, ਮੈਂ ਉਦੋਂ ਵੀ ਸਤੇਜ ਸ਼ਰਮਾ ਜੀ ਜਦੋਂ ਹਰਿਆਣਾ ਦੇ ਵਿੱਚ ਚਲੇ ਗਏ, ਤੇ ਫਿਰ ਧਾਲੀਵਾਲ ਸਾਹਿਬ ਮੈਨੂੰ ਲੈ ਕੇ ਆਏ ਐਸ ਸਕੱਤਰ। ਤੇ ਉਸ ਤੋਂ ਬਾਅਦ ਕਿਉਂਕਿ ਇੱਕ ਤਾਂ ਗੱਲ ਇਹ ਸੀ ਵੀ ਮੇਰਾ ਫੀਲਡ ਭਾਵੇਂ ਥੀਏਟਰ ਹੈ, ਪਰ ਮੈਂ ਫੋਕਲੋਰ ਵਾਲੇ ਪਾਸੇ ਜ਼ਿਆਦਾ ਸੀ, ਨ੍ਰਿਤ ਵਾਲੇ ਪਾਸੇ ਜ਼ਿਆਦਾ ਸੀ, ਇੱਧਰ ਸੰਗੀਤ ਵਾਲੇ ਪਾਸੇ। ਫਿਰ ਇੱਧਰ ਇੱਕ ਤਰ੍ਹਾਂ ਦਾ ਇਹ ਕਰ ਲਿਆ ਵੀ ਧਾਲੀਵਾਲ ਸਾਹਿਬ ਰੰਗਮੰਚ ਵਾਲਾ ਪਾਸਾ ਜਿਹੜਾ ਪੱਖ, ਉਹ ਦੂਸਰਾ ਪੱਖ ਉਹਨਾਂ ਨੇ ਜਿਹੜਾ ਸੀ ਮੈਨੂੰ ਨਾਲ ਛੱਡਤਾ। ਤੇ ਦੇਖੋ ਇਸੇ ਕਰਕੇ ਤੇ ਸਾਡੀ ਨਿਭੀ ਜਾਣ ਦੀ ਇੰਨੇ ਸਾਲਾਂ ਦੀ ਵੀ ਜਿਹੜੀ ਇੱਕ ਤੇ ਰੁਪਾਲ ਨੂੰ ਰੱਖਿਆ ਵੀ ਇੱਕ ਤੇ ਮੈਂ ਬਹੁਤ ਜਲਦੀ ਰਿਐਕਟ ਨਹੀਂ ਕਰਦਾ, ਬਹੁਤਾ ਬੋਲਦਾ ਨਹੀਂ ਆ, ਤੇ ਇਹ ਸਾਡੇ ਦੋਵਾਂ ਦੇ ਉਲਟ ਪੱਖ ਨੇ। ਮੈਂ ਬੋਲ ਲੈਂਦਾ ਵਾ, ਰਿਐਕਟ ਵੀ ਕਰ ਦੇਣਾ, ਇਹ ਹੌਲੀ ਜੀ ਸਾਰਾ ਕੋਈ ਸਾਂਭ ਲੈਂਦੇ ਆ। ਮੈਂ ਨਾਟਕ ਕਰੀ ਜਾਂਦੇ, ਸੰਗੀਤ ਕਰੀ ਜਾਂਦੇ ਆ, ਔਰ ਅਕੈਡਮੀ ਦੇ ਕੰਮ ਬੜੇ ਸੋਹਣੇ ਸਮੂਥਲੀ ਚੱਲੀ ਜਾਂਦੇ ਆ। ਬਹੁਤ ਪਿਛਲੇ 6 ਸਾਲਾਂ ਤੋਂ ਖੈਰ ਬਹੁਤ ਅੱਛੇ ਕੰਮ ਚੱਲੇ। ਤੇ ਦੂਸਰਾ ਮੈਂ ਆਰਟ ਕੌਂਸਲ ਦੇ ਵਿੱਚ ਵੀ ਪਹਿਲੀ ਟੀਮਾਂ ਵੀ ਰਹੀਆਂ, ਹੁਣ ਵਾਲੀ ਟੀਮ ਵੀ ਮੈਂ ਸਮਝਦਾ ਵੀ ਪਾਤਰ ਸਾਹਿਬ, ਜੌਲ ਸਾਹਿਬ, ਇਹਨਾਂ ਨੇ ਤਾਂ ਮੈਨੂੰ ਬਹੁਤ ਜ਼ਿਆਦਾ ਜ਼ਿੰਮੇਵਾਰੀ ਸੌਂਪੀ। ਕਿਉਂ ਖਾਸ ਕਰਕੇ ਰੰਧਾਵਾ ਫੈਸਟੀਵਲ ਹੋਣਾ, ਫਿਰ ਇਹਨਾਂ ਨੇ ਸਾਰਾ ਮੀਟਿੰਗਾਂ ਜਾਂ ਇੱਕ ਜਿਹੜੀ ਕੋਈ ਐਕਸ਼ਨ ਕਮੇਟੀ ਜਾਂ ਕੋਰ ਕਮੇਟੀ ਬਣਾਉਣੀ, ਉਹਨਾਂ ਵਿੱਚ ਤੁਸੀਂ ਜ਼ਰੂਰ ਸ਼ਾਮਲ ਹੋਣਾ। ਤੇ ਮੈਂ ਸਮਝਦਾ ਵੀ ਕੰਮ ਸਾਰਿਆਂ ਨੂੰ ਆਉਂਦੇ ਹੁੰਦੇ ਆ, ਕਲਾ ਵੀ ਸਾਰਿਆਂ ਦੇ ਅੰਦਰ ਹੁੰਦੀ ਹੈ, ਮੌਕਾ ਕਿਸੇ ਕਿਸੇ ਨੂੰ ਮਿਲਦਾ। ਮੈਂ ਸਮਝਦਾ ਮੇਰੇ ਤੋਂ ਵੀ ਅੱਛੇ ਕਲਾਕਾਰ ਨੇ, ਮੇਰੇ ਤੋਂ ਵੀ ਅੱਛੇ ਜਾਣਕਾਰ ਨੇ, ਮੇਰੇ ਤੋਂ ਫੋਕਲੋਰ ਨੂੰ, ਸੱਭਿਆਚਾਰ ਨੂੰ ਜਾਣਨ ਵਾਲੇ ਹੋਰ ਵੀ ਬਹੁਤ ਅੱਛੇ ਨੇ, ਪਰ ਮੌਕਾ ਨਹੀਂ ਮਿਲਦਾ। ਮੈਨੂੰ ਕੁਦਰਤੀ ਚੰਡੀਗੜ੍ਹ ਬੈਠੇ ਹੋਣ ਕਰਕੇ ਇਹ ਮੌਕਾ ਮਿਲ ਗਿਆ। ਤੇ ਮੈਂ ਸਮਝਦਾ ਵੀ ਸਾਥੀਆਂ ਨੇ ਮੇਰੇ ਕੰਮ ਨੂੰ ਮਾਨਤਾ ਦਿੱਤੀ, ਤੇ ਮੈਂ ਸਮਝਦਾ ਕਿ ਮੈਨੂੰ ਇਸ ਗੱਲ ਦਾ ਮਾਣ ਹੈ। ਤੇ ਰੁਪਾਲ ਜੀ, ਤੁਹਾਡੀ ਕਹਿ ਲਓ ਇਹ ਆਪਣੀ ਵਿਲੱਖਣਤਾ ਤੁਹਾਡੇ ਕੰਮ ਦੀ, ਔਰ ਤੁਹਾਡਾ ਜਿਹੜਾ ਕੰਮ ਹੈ, ਮੈਂ ਹਮੇਸ਼ਾ ਰੀਅਲੀ ਤੁਹਾਡੀ ਪਿੱਠ ਪਿੱਛੇ ਵੀ ਤੁਹਾਡੇ ਸਾਹਮਣੇ ਵੀ ਗੱਲ ਕਰ ਰਿਹਾ ਕਿ ਮੈਂ ਬਹੁਤ ਕਦਰ ਕਰਦਾ ਤੁਹਾਡੇ ਕੰਮ ਦੀ, ਕਿ ਖਾਸ ਤੌਰ ਤੇ ਤੁਹਾਨੂੰ ਜਦੋਂ ਮੈਂ ਦੇਖਦਾ ਨਾ ਜਾਣਕਾਰੀ ਬਾਰੇ ਵੀ ਕਿਸੇ ਤਰ੍ਹਾਂ ਦੀ ਫੋਕਲੋਰ ਬਾਰੇ ਕੋਈ ਗੱਲ ਕਰ ਲਓ, ਤੇ ਮੈਨੂੰ ਬਹੁਤ ਚੰਗਾ ਲੱਗਦਾ ਹੁੰਦਾ ਵੀ ਸਾਡੇ ਕੋਲ ਇੱਕ ਇਹੋ ਜਿਹਾ ਬੰਦਾ ਆ। ਤੇ ਮੈਂ ਇਸੇ ਕਰਕੇ ਕਹਿੰਦਾ ਨਾ ਵੀ ਇਹ ਲੋਕ ਕਲਾਵਾਂ ਦਾ ਇਨਸਾਈਕਲੋਪੀਡੀਆ ਜਿਹੜਾ ਪ੍ਰੀਤਮ ਰੁਪਾਲ ਹੈ, ਸੋ ਇਹ ਤੁਸੀਂ ਇਨਸਾਈਕਲੋਪੀਡੀਆ ਹੋ। ਤੇ ਅੱਜ ਹੁਣ ਤੁਹਾਡੇ ਤੋਂ ਬਾਅਦ ਮੈਂ ਸੁਦੇਸ਼ ਸ਼ਰਮਾ ਨਾਲ ਵੀ ਗੱਲਾਂ ਕਰਨੀਆਂ ਨੇ, ਤੇ ਅੱਜ ਮੈਨੂੰ ਚੰਗਾ ਲੱਗ ਰਿਹਾ ਕਿ ਮੇਰੇ ਸਮਿਆਂ ਦੇ ਦੋ ਜਿਹੜੇ ਸੰਗੀਤ ਨਾਟਕ ਅਕੈਡਮੀ ਦੇ ਸਕੱਤਰ ਨੇ ਮੇਰੇ ਨਾਲ, ਜਿਨ੍ਹਾਂ ਨੇ ਸਾਥ ਦਿੱਤਾ, ਅੱਜ ਮੈਂ ਉਹਨਾਂ ਦੋਨੋਂ ਨਾਲ ਹੀ ਗੱਲਾਂ ਕਰਨੀਆਂ। ਸੋ ਬਹੁਤ ਸ਼ੁਕਰੀਆ ਰੁਪਾਲ ਜੀ, ਬੜੀਆਂ ਸੋਹਣੀਆਂ ਗੱਲਾਂ ਹੋਈਆਂ। ਸੋ ਦੋਸਤੋ, ਤੁਸੀਂ ਭੋਲਾ ਕਲਹਿਰੀ ਹੋਰੀ ਸਾਡੇ ਨਾਲ ਜੁੜੇ ਆ, ਜਸਵਿੰਦਰ ਜੀ, ਹਰਦੇਵ ਹੋਰੀ, ਬੀਨਾ ਅਰੋੜਾ ਜੀ, ਅਮਰਜੀਤ ਕੌਰ ਹੋਰੀ ਵੀ। ਸੋ ਬਹੁਤ ਸ਼ੁਕਰੀਆ ਤੁਹਾਡਾ। ਤੇ ਮੈਂ ਚਾਹਾਂਗਾ ਜੇ ਤੁਸੀਂ ਰੁਪਾਲ ਤੁਸੀਂ ਅਗਲੀ ਗੱਲਬਾਤ ਵਿੱਚ ਵੀ ਸੁਦੇਸ਼ ਹੋਰਾਂ ਦੇ ਨਾਲ ਕੋਈ ਗੱਲ ਕਰਨੀ ਚਾਹੋ ਤਾਂ ਸਾਡੇ ਨਾਲ ਜੁੜੋ, ਹੈ ਨਾ। ਉਹਨਾਂ ਦਾ ਵੀ ਮੈਂ ID ਜਿਹੜਾ ਭੇਜਿਆ ਹੋਇਆ ਤੁਹਾਨੂੰ। ਸੋ ਬਹੁਤ ਸ਼ੁਕਰੀਆ, ਧੰਨਵਾਦ, ਥੈਂਕ ਯੂ।